हिंदू ਨੂੰ ਐਂ ਲੱਗਦਾ ਮੇਰੇ ਨਾਲ ਧੱਕਾ ਹੋ ਗਿਆ, ਚਾਹੇ ਸਿੱਖ ਨੂੰ ਲੱਗਦਾ, ਚਾਹੇ ਦਲਿਤ ਨੂੰ ਲੱਗਦਾ। ਤੁਹਾਨੂੰ ਲੱਗਦਾ ਇਹ ਐਡਰੈਸ ਹੋਏ ਨੇਗੇ? ਤੁਹਾਨੂੰ ਲੱਗਦਾ ਜੋ 84 ਦਾ ਪੂਰਾ ਫੇਜ਼ ਹੈ ਜਾਂ 47 ਦਾ 84 ਦਾ ਇੱਕ ਮੇਜਰ ਈਵੈਂਟ ਨੇ ਪੰਜਾਬ ਦੇ ਅੰਦਰ, ਜਿਹੜੇ ਬਹੁਤ ਸੰਤਾਪ ਵਾਲੇ ਈਵੈਂਟ ਨੇ, ਇਹ ਕਹਿੰਦੇ ਆ ਨਾ ਹਿਸਟਰੀ ਤੇ ਮਿੱਟੀ ਪਾ ਕੇ ਅੱਗੇ ਨਹੀਂ ਲੰਘਿਆ ਜਾਂਦਾ। ਇਤਿਹਾਸ ਦੇ ਉੱਤੇ ਕਹਿ ਰਹੇ ਹੋ ਕਿ ਰੀਅਲ ਸੈਂਸ 'ਚ ਇਹਨਾਂ ਦਾ ਐਡਰੈਸ ਹੋਏ ਨੇ, ਕਲੋਜ਼ਰ ਹੋਇਆ ਕਿ ਨਹੀਂ ਹੋਇਆ? ਕਸ਼ਮੀਰੀ ਬ੍ਰਾਹਮਣ ਕਹਿਣਗੇ ਜੀ ਸਾਡੇ ਨਾਲ ਧੱਕਾ ਹੁਣ ਕੋਈ ਨਾ ਕਰ ਲਓ, ਸਿੱਖ ਕਹਿਣਗੇ ਕੋਈ ਗੱਲ ਨਹੀਂ ਕਰ ਲਓ, ਕਦੇ ਤਾਂ ਸਾਡਾ ਜਸਟਿਸ ਹੋਊਗਾ, ਕਦੇ ਤਾਂ ਆਰਗੈਨਿਕਲ। ਤੁਹਾਨੂੰ ਲੱਗਦਾ ਹੈ ਆਰਗੈਨਿਕਲੀ ਵੀ ਮਰਜ ਹੁੰਦੀਆਂ ਨੇ ਚੀਜ਼ਾਂ, ਜਾਂ ਫਿਰ ਜਿਵੇਂ ਕਿਹਾ ਜਾਂਦਾ ਨਾ ਹਾਰੇ ਹੋਏ ਲੋਕਾਂ ਦਾ ਇਤਿਹਾਸ ਜਿੱਤੇ ਹੋਏ ਲੋਕ ਲਿਖਦੇ ਨੇ? ਸਿੱਖ ਕਹਿ ਰਿਹਾ ਵੀ ਸਾਡੇ ਨਾਲ ਧੱਕਾ, ਹਿੰਦੂ ਕਹਿੰਦਾ ਮੇਰੇ ਨਾਲ ਵੀ ਤਾਂ ਧੱਕਾ ਹੀ ਹੋ ਰਿਹਾ, ਮੈਨੂੰ ਵੀ ਤਾਂ ਕਸ਼ਮੀਰੀ ਬ੍ਰਾਹਮਣ ਬਣਾ ਰਹੇ ਇੱਥੇ, ਮੈਂ ਕੀ ਕਰਾਂਗਾ? ਸੋ ਇਹ ਨੈਰੇਟਿਵ ਐਗਜ਼ਿਸਟ ਕਰਦਾ, ਪਰ ਇਹ ਡੋਮੀਨੈਂਟ ਨਹੀਂ ਹੈ, ਵੀਕ ਨੈਰੇਟਿਵ ਹੈ, ਮਾਈਨੋਰਿਟੀ ਦਾ ਨੈਰੇਟਿਵ ਹੈ। ਨਹੀਂ, ਮੈਂ ਕਹਿ ਰਿਹਾ ਕਿ ਕਦੇ ਇਹੋ ਜਿਹਾ ਕੁਛ ਮਰਜ ਹੋ ਸਕਦਾ ਜਿਹੜਾ ਪੂਰੇ ਫੁੱਲੀ ਆਰਗੈਨਿਕ ਹੋ ਗਏ ਜੀ, ਸਾਰੇ ਖੁਸ਼ ਨੇ ਜੀ, ਸਾਰਿਆਂ ਨੂੰ ਨਾ ਲੱਗੇ ਜੀ ਚੀਜ਼, ਹਿੰਦੂਆਂ ਨੂੰ ਵੀ ਨਾ ਲੱਗੇ ਸਾਡੇ ਨਾਲ ਕੋਈ ਧੱਕਾ ਹੋ ਗਿਆ ਜੀ, ਸਿੱਖਾਂ ਨੂੰ ਵੀ ਨਾ ਲੱਗੇ, ਕੋਈ ਇਹੋ ਜਿਹਾ ਮਾਡਲ ਹੋ ਸਕਦਾ? ਜਾਂ ਕਿਸਾਨ ਅੰਦੋਲਨ ਨੇ ਕੀ ਮਤਲਬ ਤੁਹਾਨੂੰ ਕੀ ਲੱਗਦਾ ਕੀ ਬਦਲ ਦਿੱਤਾ? ਦੇਖੋ, ਕਿਸਾਨ ਅੰਦੋਲਨ ਦਾ ਮੈਂ ਸਮਝਦਾ ਵੀ ਪੰਜਾਬ ਦੀ ਰਾਜਨੀਤੀ 'ਚ ਬੜੀ ਵੱਡੀ ਕੰਟਰੀਬਿਊਸ਼ਨ, ਇਹ ਕੰਪਲੀਮੈਂਟਰੀ ਹੈ ਬੜੇ ਲੈਵਲ 'ਤੇ। ਕੀ ਇਹਨੇ ਪੰਜਾਬ ਦਾ ਪੋਲੀਟੀਕਲ ਨੈਰੇਟਿਵ ਵੀ ਬਦਲ ਦਿੱਤਾ? ਪੋਲੀਟੀਕਲ ਕਲਾਸ ਪ੍ਰਤੀ ਨਫ਼ਰਤ ਪੈਦਾ ਹੋਈ ਹੈ ਲੋਕਾਂ 'ਚ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਦੇ ਭਾਸ਼ਣ, ਜਿਸ ਤਰੀਕੇ ਨਾਲ ਅੰਗੇਜ ਕੀਤਾ ਪੰਜਾਬ ਨੇ। 84 ਨੇ ਵੀ ਪੰਜਾਬ ਦੀ ਪੋਲੀਟਿਕਸ ਦਾ ਡਾਇਨਾਮਿਕਸ ਬਦਲਿਆ। 84 ਦੇ ਪੂਰੇ, ਚਾਹੇ ਉਹ ਦਿੱਲੀ ਸੀ, ਦਿੱਲੀ ਦਾ ਅਸਰ ਵੀ ਜਿਵੇਂ ਲਖੀਮਪੁਰ ਖੀਰੀ 'ਚ ਓਨਾ ਅਸਰ ਨਹੀਂ ਜਿੰਨਾ ਪੰਜਾਬ 'ਤੇ ਉਸ ਘਟਨਾ ਦਾ ਅਸਰ ਆ, ਇਸੇ ਤਰ੍ਹਾਂ 84 ਦੀ ਘਟਨਾ ਨੇ ਵੀ ਪੰਜਾਬ ਨੂੰ ਬਦਲਿਆ। ਤੁਸੀਂ ਕਿਵੇਂ ਦੇਖਦੇ ਹੋ ਕਿ ਪੰਜਾਬ ਦੇਸ਼ ਤੋਂ ਅਲੱਗ ਕਿਉਂ ਚੱਲਦਾ? ਮੈਨੂੰ ਇਹ 'ਚ ਪ੍ਰਾਈਡ ਹੈ, ਮੈਨੂੰ ਇਹ 'ਚ ਲੱਗਦਾ ਕਿ ਦੇਸ਼ 'ਚ ਜਿਹੜੀਆਂ ਕੈਟੇਗਰੀਜ਼ ਨੇ ਬੜੀਆਂ ਰੈਟੋਗ੍ਰੈਸਿਵ। ਮੈਨੂੰ ਤਾਂ ਚੰਗਾ ਨਹੀਂ ਲੱਗਦਾ ਕਹਿਣਾ, ਤੇ ਮੈਂ ਐਜ਼ ਏ ਪੰਜਾਬੀ ਹਿੰਦੂ ਮੈਨੂੰ ਬੜਾ ਪ੍ਰਾਈਡ ਹੈ ਪੰਜਾਬ ਦੇ ਮਲਟੀਕਲਚਰ 'ਤੇ, ਸੈਕੂਲਰਿਜ਼ਮ 'ਤੇ। 47 ਤੇ 84 ਧਰਮ ਸੈਂਟਰ 'ਚ ਸੀਗਾ, ਕੀ ਇਹਦੇ ਨਾਲ ਪੰਜਾਬ ਦੇ ਸੋਸ਼ਲ ਫੈਬਰਿਕ ਦੇ ਉੱਤੇ ਕੋਈ ਅਸਰ ਪਿਆ ਸੀਗਾ? ਇੱਕ ਲੌਜਿਕ ਜਿਹੜਾ ਇਹ ਆਉਂਦਾ ਕਿ ਜੋ ਅਸੀਂ ਕਹਿ ਰਹੇ ਸੀ 47 'ਚ, ਜੋ ਅਸੀਂ ਕਹਿ ਰਹੇ ਸੀ 84 ਸਾਡੇ ਨਾਲ, ਉਹੀ ਤਾਂ ਹੋ ਰਿਹਾ ਹੈਗਾ। ਨਹੀਂ, ਇਹ ਨਹੀਂ ਹੁੰਦਾ। ਔਰ ਜਿਹੜਾ ਦੂਜਾ ਆਰਗੂਮੈਂਟ ਆ ਕਿ ਅਸੀਂ ਤਾਂ ਠੀਕ ਹੀ ਕਹਿ ਰਹੇ ਸੀ, ਉਹਦੀ ਅੱਡ ਹੋ ਜਾਂਦੇ। ਹੁਣ ਬਹੁਤੇ ਲੋਕ ਕਹਿੰਦੇ ਮਾਸਟਰ ਤਾਰਾ ਸਿੰਘ ਨੇ ਗਲਤੀ ਕਰ ਲਈ, ਫਿਰ ਕਹਿੰਦੇ ਹੁਣ 84 ਵੇਲੇ ਗਲਤੀ ਹੋ ਗਈ, ਅੱਡ ਹੀ ਹੋ ਜਾਣਾ ਸੀਗਾ, ਠੀਕ ਰਹਿੰਦੇ। ਜਿਹੜੀ ਇਹ ਪੋਲਰਾਈਜ਼ਿੰਗ ਟੈਂਡੈਂਸੀਜ਼ ਨੇ ਕਮਜ਼ੋਰ ਨਾ ਕਰ ਦੇਣ, ਇਸ ਲਈ ਮੈਂ ਆਪਣਾ ਵਿਚਾਰ ਤੁਹਾਨੂੰ ਇਹ ਦੱਸ ਰਿਹਾ ਕਿ ਇਸ ਤਰ੍ਹਾਂ ਦੀ ਕੈਟੇਗਰੀਜ਼ ਨੂੰ ਲਿਆਉਣਾ ਬਾਹਰੋਂ ਕਰਕੇ ਪੰਜਾਬ ਨੂੰ ਫਿਰ ਉਸ ਸੰਤਾਪ ਵੱਲ ਨਾ ਭੇਜ ਦੇਵੇ। ਇਸੇ ਕਰਕੇ ਇਹ ਡਰ ਹੈ। ਮੈਂ ਕਹਿੰਦੇ ਮਾਈ ਫੀਅਰ ਇਜ਼ ਮਾਈ ਸੁਜੈਸ਼ਨ, ਮੈਂ ਆਪਣਾ ਤੁਹਾਨੂੰ ਡਰ ਦੱਸ ਰਿਹਾ, ਉਹੀ ਮੇਰਾ ਸੁਝਾਅ ਹੈ ਕਿ ਉਧਰ ਨਾ ਲੈ ਕੇ ਜਾਇਆ ਜਾਏ। ਗੁਰਦੁਆਰਾ ਲਹਿਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਰਾਜਨੀਤੀ ਕਿਵੇਂ ਬਦਲੀ? ਇਹਦੇ ਮੁੱਖ ਧੁਰੇ ਕਿਹੜੇ ਨੇ? ਸਿੱਖੀਜ਼ਮ ਤੇ ਆਰੀਆ ਸਮਾਜ ਨੇ ਮਤਲਬ ਪੰਜਾਬ ਦਾ ਇੱਕ ਜਿਹੜੀ ਇੱਕ ਰੀਜਨਲ ਡਾਇਮੈਂਸ਼ਨ ਸੀ ਉਹ ਪੈਦਾ ਕੀਤੀ ਕਾਸਟ ਦੀ। ਮਾਇਆਵਤੀ ਆਪ ਹਾਰੇ ਇਲੈਕਸ਼ਨ, ਉਹਨਾਂ ਨੂੰ ਯੂਪੀ ਜਾ ਕੇ ਸ਼ਰਨ ਲੈਣੀ ਪਈ, ਕਿਉਂਕਿ ਪੰਜਾਬ ਜਿਹੜਾ ਹੈਗਾ ਐਕਸਕਲੂਸਿਵ ਜਿਹੜੀਆਂ ਕੈਟੇਗਰੀਜ਼ ਨੇ ਕਾਸਟ ਦੀਆਂ, ਧਰਮ ਦੀਆਂ, ਐਕਸਕਲੂਸਿਵ ਕੈਟੇਗਰੀਆਂ ਨਹੀਂ ਫੰਕਸ਼ਨ ਕਰਦੀਆਂ ਪੰਜਾਬ 'ਚ। ਇਹੀ ਦੇਣ ਹੈ ਸ਼ਾਇਦ ਪੰਜਾਬ ਦੇ ਕਲਚਰ ਦੀ, ਪੰਜਾਬੀਅਤ ਦੀ ਔਰ ਸਿੱਖੀਜ਼ਮ ਦੀ, ਕਿ ਹਿੰਦੂਤਵਾ ਪੰਜਾਬ 'ਚ ਕਿਉਂ ਕਾਮਯਾਬ ਨਹੀਂ? ਤੁਸੀਂ ਅਰੁਣ ਜੇਤਲੀ ਜੀ ਅੰਮ੍ਰਿਤਸਰ ਤੋਂ ਹਾਰਦੇ ਨੇ, ਜਦੋਂ ਹੁਣ ਪੀਕ 'ਤੇ ਹੁੰਦੇ ਨੇ ਬੀਜੇਪੀ, ਉਦੋਂ ਪੰਜਾਬ 'ਚ ਉਹਨਾਂ ਨੂੰ ਵੋਟ ਨਹੀਂ ਮਿਲਦੀ, ਕਿਉਂਕਿ ਪੰਜਾਬੀ ਜਿਹੜਾ ਹਿੰਦੂ ਵੀ ਹੈ ਉਹ ਹਿੰਦੂਤਵਾ ਵਾਲਾ ਹਿੰਦੂ ਹੀ ਹੈ। ਕਿ ਪੰਜਾਬ ਦੇ ਵਿੱਚ 1937 'ਚ, ਫਿਰ 48 'ਚ, ਫਿਰ ਮੇਰੇ ਖਿਆਲ 56 'ਚ ਕਾਂਗਰਸ ਤੇ ਅਕਾਲੀ ਦਲ ਮਰਜ ਹੋ ਜਾਂਦੇ ਨੇ। ਔਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਨੀਲੀ ਪੈਗ ਤੇ ਚਿੱਟੀ ਪੱਗ ਦੋਨੋਂ ਇੱਕੋ ਘਰੇ ਰੱਖੀਆਂ ਹੁੰਦੀਆਂ, ਜਦੋਂ ਲੋੜ ਹੋਵੇ ਉਹ ਪਾ ਲਓ। ਇਸੇ ਕਰਕੇ ਤੀਜਾ ਧੜਾ ਜੇ ਇਹ ਸੋਚੇ ਕਿ ਅਸੀਂ ਇਹ ਕਹਿ ਦਾਂਗੇ ਕਿ ਅਕਾਲੀ ਤੇ ਕਾਂਗਰਸ ਮਿਲੇ ਹੋਏ ਨੇ, ਤੇ ਤੀਜੇ ਧੜ ਦਾ ਚਾਂਸ ਹੈ, ਮੈਂ ਸਮਝਦਾ ਪੰਜਾਬ ਨੂੰ ਸਮਝਦੇ ਨਹੀਂ, ਕਿਉਂਕਿ ਪੰਜਾਬ ਸ਼ੁਰੂ ਤੋਂ ਹੀ ਦੋਨੋਂ ਪੱਗਾਂ ਇੱਕੋ ਘਰ 'ਚ ਰੱਖ ਲੈਂਦੇ ਨੇ। ਜਿਹੜੀ ਆਧੁਨਿਕਤਾ ਗਈ, ਜਿਹਨੂੰ ਬਹੁਤ ਸੈਲੀਬ੍ਰੇਸ਼ਨ ਹੋਇਆ ਜਿਹਦਾ, ਅਤੇ ਉਹਦਾ ਤਾਂ ਬਹੁਤ ਵੱਡਾ ਫੇਲਿਊਰ ਹੈਗਾ। ਇਸ ਕਰਕੇ ਜਿਹੜੇ ਸਾਡੇ ਮਾਡਲ ਨੇ, ਜੇ ਮੰਨ ਲਓ ਇਸਲਾਮਿਕ ਕ੍ਰਾਂਤੀ ਦਾ ਇੱਕ ਇਰਾਨ ਦਾ ਮਾਡਲ ਹੈਗਾ ਨਾ, ਉਸ ਤੋਂ ਬਾਅਦ ਵੱਖ-ਵੱਖ ਮਾਡਲ ਨੇ। ਜਦੋਂ ਰਿਲੀਜੀਅਸ ਸਪੇਸ 'ਚ ਖੜ੍ਹ ਕੇ ਕੋਈ ਗੱਲ ਕਰਦਾ ਹੈਗਾ ਆਪਣੇ ਕਿਸੇ ਮਾਡਲ ਦੀ, ਉਹ ਪੂਰੀਆਂ 10 ਐਗਜ਼ਾਮਪਲਾਂ ਤੁਹਾਡੇ ਮੂਹਰੇ ਸਿੱਟ ਦਿੰਦਾ।
ਅਸੀਂ ਜਦੋਂ ਸਾਰਾ ਹਿਟਲਰ ਦਾ ਇਤਿਹਾਸ ਪੜ੍ਹਦੇ ਹਾਂ ਉਹ 'ਚ ਜਿਹੜੀਆਂ ਲੈਫਟ ਮੂਵਮੈਂਟ ਸੀ ਉਹਨੇ ਕਿਹਾ ਗਲਤ ਚੋਇਸ ਕਰ ਲਈ ਅਸੀਂ ਸੋਸ਼ਲਿਸਟ ਨੈਸ਼ਨਲਿਜ਼ਮ ਦੇ ਨਾਲ ਖੜੇ ਹੋ ਗਏ ਜਿਹੜਾ ਐਕਚੁਅਲੀ ਫਾਸਿਜ਼ਮ 'ਚ ਕਨਵਰਟ ਹੋ ਗਿਆ। ਸੋ ਡੂ ਪੀਪਲ ਡੂ ਕਮਿਟ ਐਰਰਸ, ਡੂ ਕਮਿਟ ਰੋਂਗ ਚੋਇਸਿਸ। ਅੱਛਾ, ਵਾਟ ਵੀ ਕਾਲ ਰੋਂਗ some people may say it is right for them। ਸੋ ਇਹ ਹਿਸਟੋਰੀਕਲ ਡਿਬੇਟ ਹੈ, ਇਹਦਾ ਰੈਜ਼ੋਲੂਸ਼ਨ ਟੀਵੀ ਸਟੂਡੀਓ ਤੋਂ ਬਿਲਕੁਲ ਹੀ ਨਹੀਂ ਹੋ ਸਕਦਾ, ਔਰ ਥੱਲੇ ਜਿਹੜਾ ਸਮਾਜ ਹੈ ਇਹ ਉਹਨੇ ਕਰਨਾ ਹੈ। ਇਹ ਲੈਫਟ ਦਾ ਸੋਸ਼ਲ ਡੈਮੋਕ੍ਰੈਟਿਕ ਨਾ ਹੋਣਾ ਉਹਦਾ ਫੇਲਿਅਰ ਹੈ, ਨਾ ਹੋਣਾ ਉਹਦਾ ਫੇਲਿਅਰ ਹੈ। ਕਿਹਾ ਗਿਆ ਕਿ ਅੱਪਰ ਕਾਸਟਾਂ ਨੂੰ ਦੁਖਦੀ ਹੈ, ਹੈ ਨਾ, ਮਤਲਬ ਨਹੀਂ, ਉਹ ਅੱਪਰ ਕਾਸਟਾਂ ਨੂੰ ਇਹ ਗੱਲ ਦੁਖਦੀ ਹੈ, ਤੁਹਾਨੂੰ ਵੀ ਕਹਿ ਸਕਦਾ ਕੋਈ, ਡਾਕਟਰ ਪ੍ਰਮੋਦ ਕੁਮਾਰ ਨੂੰ ਦੁਖਦੀ ਹੈ ਦਲ ਦਾ ਸੀਐਮ ਬਣਨਾ। 84 ਤੇ 47 ਮੈਨੂੰ ਲੱਗਦਾ ਜਿਹੜਾ ਰਿਲੀਜੀਅਸ ਡਿਸਕੋਰਸ ਆ ਪੰਜਾਬ ਦਾ ਬਹੁਤ ਵੱਡਾ, ਉਹ ਤੋਂ ਬਿਨਾਂ ਪੋਲੀਟਿਕਸ ਡਿਸਕਸ ਨਹੀਂ ਹੋ ਸਕਦੀ। ਸੋਸ਼ਲ ਰਿਲੀਜੀਅਸ ਪੋਲੀਟਿਕਸ ਪੰਜਾਬ ਦੀ ਹੈ। ਦੂਜਾ ਪੱਖ ਆ ਨਕਸਲਵਾੜੀ ਮੂਵਮੈਂਟ ਆ ਪੰਜਾਬ 'ਚ, ਲੈਫਟ ਆ ਪੰਜਾਬ 'ਚ, ਭਗਤ ਸਿੰਘ ਵੀ ਉਸ ਦੌਰ 'ਚ ਰਿਲੇਟ ਕਰ ਰਿਹਾ, ਉਹ ਆ ਕੇ ਕਿਸਾਨ ਅੰਦੋਲਨ ਨਾਲ ਜੁੜ ਜਾਂਦਾ ਹੈਗਾ। ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਦਾ ਸਪੇਸ ਹੈ ਪੰਜਾਬ 'ਚ ਜਿਹਦੀ ਉਮੀਦ ਪੰਜਾਬ ਦੀ ਐਕਸਟ੍ਰੀਮ ਲੈਫਟ ਕਰਦਾ ਹੈ ਕਿ ਇੱਥੇ ਰੈਵੋਲੂਸ਼ਨ ਹੋ ਜਾਊਗਾ, ਇਨਕਲਾਬ ਹੋ ਸਕਦਾ ਪੰਜਾਬ 'ਚ? ਕਿਤੇ ਵੀ ਤੁਸੀਂ ਡਿਸਕ੍ਰਿਮੀਨੇਸ਼ਨ ਨੂੰ ਪਬਲਿਕ ਡੋਮੇਨ 'ਚ ਐਕਟਿਵਾਈਜ਼ ਕਰੋਗੇ, ਉਹਨੂੰ ਅਸੀਂ ਜਾਂ ਰੇਸਿਜ਼ਮ ਕਹਿੰਦੇ ਹਾਂ, ਜਾਂ ਉਹਨੂੰ ਸੰਪਰਦਾਇਕਤਾ ਕਹਿੰਦੇ ਹਾਂ, ਜਾਂ ਉਹਨੂੰ ਇਹ ਕਹਿੰਦੇ ਆ ਬਈ ਮਤਭੇਦ ਪੈਦਾ ਕਰਨਾ ਧਰਮਾਂ 'ਚ, ਇਹ ਕਹਿੰਦੇ ਆ। ਇਸੇ ਕਰਕੇ ਇਹਨੂੰ ਰੈਟਰੋਗ੍ਰੈਸਿਵ ਮੰਨਦੇ ਆ। ਪੰਜਾਬ ਐਕਸਪੈਰੀਮੈਂਟਾਂ ਦੀ ਧਰਤੀ ਵੀ ਹੈ, ਆਊਟ ਆਫ ਬਾਕਸ ਵੀ ਤਾਂ ਚੀਜ਼ਾਂ ਹੁੰਦੀਆਂ ਨੇ। ਤੁਸੀਂ ਐਂ ਕਿਉਂ ਸੋਚਦੇ ਹੋ ਕਿ ਇੱਕ ਫਰੇਮਵਰਕ ਜੋ ਹੋਇਆ ਉਹੀ ਹੋਊਗਾ? ਉਹਨਾਂ ਦਾ ਹੁੰਦਾ 2 - 2 = 8। ਉਹ ਤਾਂ ਕਿਉਂਕਿ ਕੰਮ ਤਾਂ ਕੀਤਾ ਹੀ ਨਹੀਂ ਹੁੰਦਾ, 2 - 2 0 ਹੋਇਆ ਹੁੰਦਾ, ਪਰ ਉਹਨੂੰ 8 ਦੱਸੀ ਜਾਂਦੇ ਨੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਸਮਾਜ ਬਹੁਤ ਸਾਰੇ ਵਿਸ਼ਿਆਂ ਨਾਲ ਚੱਲਦਾ ਹੈ, ਪਰ ਆਧੁਨਿਕ ਯੁੱਗ 'ਚ ਰਾਜਨੀਤੀ ਤੇ ਆਰਥਿਕਤਾ ਨੂੰ ਸਮਾਜ ਦਾ ਮੁੱਖ ਧੁਰਾ ਮੰਨਿਆ ਜਾਂਦਾ ਹੈ। ਰਾਜਨੀਤੀ ਪੈਦਾ ਹੁੰਦੀ ਹੈ, ਰਾਜਨੀਤੀ ਅੱਗੇ ਵਿਕਸਦੀ ਹੈ, ਰਾਜਨੀਤੀ ਆਪਣੀਆਂ ਪਰਿਭਾਸ਼ਾਵਾਂ ਚੇਂਜ ਕਰਦੀ ਹੈ। ਪਿਛਲੇ ਸਮੇਂ 'ਚ ਜਾਂ ਕਹੀਏ ਆਧੁਨਿਕ ਪੰਜਾਬ 'ਚ ਰਾਜਨੀਤੀ ਕਿਸ ਤਰੀਕੇ ਨਾਲ ਬਦਲੀ 47 ਤੋਂ 66 ਤੋਂ ਅੱਜ ਤੱਕ ਪੰਜਾਬ ਦੀ ਰਾਜਨੀਤੀ 'ਚ ਕਿਹੜੇ ਸ਼ਿਫਟ ਆਏ? ਪੰਜਾਬ ਦੀ ਰਾਜਨੀਤੀ ਦੇ ਇੱਕ ਆਈਡੀਓਲੋਗ ਡਾਕਟਰ ਪ੍ਰਮੋਦ ਕੁਮਾਰ ਸਾਡੇ ਨਾਲ ਨੇ। ਗੱਲਬਾਤ ਕਰਾਂਗੇ ਕਹਾਣੀ ਕਿੱਧਰ ਨੂੰ ਜਾ ਰਹੀ ਹੈ, ਔਰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਵੱਖ-ਵੱਖ ਆਈਡੀਓਲੋਗਸ ਤੋਂ ਕਿ ਸਮਾਜ ਦੇ ਅੰਦਰ ਕੀ ਸ਼ਿਫਟ ਆਇਆ, ਪੰਜਾਬ ਕਿਵੇਂ ਬਦਲਿਆ, ਧਰਮ ਕਿਵੇਂ ਬਦਲਿਆ, ਜਾਤੀ ਸਮੀਕਰਨ ਕਿਵੇਂ ਬਦਲੇ। ਡਾਕਟਰ ਪ੍ਰਮੋਦ ਕੁਮਾਰ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਆਈਡੀਓਲੋਗ ਪ੍ਰੋਗਰਾਮ 'ਚ। ਪਹਿਲਾ ਸਵਾਲ ਮੇਰਾ ਇਹੀ ਕਿ ਪੰਜਾਬ ਦੇ ਅੰਦਰ ਅਗਰ ਆਧੁਨਿਕ ਪੰਜਾਬ ਦੀ ਆਪਾਂ ਗੱਲ 47 ਤੋਂ ਬਾਅਦ ਦੀ ਆਪਾਂ ਗੱਲ ਕਰੀਏ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ ਇੱਕ ਪੂਰਾ ਪੰਜਾਬ ਦਾ ਇਤਿਹਾਸ ਆ, ਜਾਂ ਉਦੋਂ ਵੀ ਪਿੱਛੇ ਚਲੇ ਜਾਈਏ, ਤੁਸੀਂ ਕਿਵੇਂ ਦੇਖਦੇ ਹੋਗੇ? ਕੀ ਸ਼ਿਫਟ ਦੇਖਦੇ ਹੋ ਪਿਛਲੇ ਜੇ ਆਪਾਂ ਕਹਿ ਦਈਏ 100 ਸਾਲ 'ਚ ਕਹਿ ਦਈਏ, ਗੁਰਦੁਆਰਾ ਲਹਿਰ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਰਾਜਨੀਤੀ ਕਿਵੇਂ ਬਦਲੀ? ਇਹਦੇ ਮੁੱਖ ਧੁਰੇ ਕਿਹੜੇ ਨੇ? ਦੇਖੋ, ਇਹ ਪ੍ਰਸ਼ਨ ਬੜਾ ਇੰਪੋਰਟੈਂਟ ਪ੍ਰਸ਼ਨ ਹੈ। ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਦੀ ਸਿੱਧੇ ਤੌਰ 'ਤੇ ਜੇ ਸਮਝਣਾ ਹੋਏ ਤਾਂ ਪੰਜਾਬ 'ਚ 4 ਵੱਡੇ ਐਕਸੀਡੈਂਟ ਹੋਏ ਨੇ। ਇੱਕ ਤਾਂ ਪਾਰਟੀਸ਼ਨ 1947, ਇਹ ਇੱਕ ਬੜਾ ਵੱਡਾ, ਮੈਨੂੰ ਐਕਸੀਡੈਂਟ ਕਿਉਂ ਕਹਿੰਦਾ ਵੀ ਕਿਸੇ ਨੇ ਸੋਚਿਆ ਨਹੀਂ ਸੀ ਕਿ ਪੰਜਾਬ ਇੱਦਾਂ ਵੀ ਡਿਵਾਈਡ ਹੋ ਜਾਏਗਾ। ਪਾਰਟੀਸ਼ਨ ਤਾਂ ਦੇਸ਼ ਦੀ ਹੋਈ, ਪਰ ਉਹ 'ਚ ਮੇਨ ਪੰਜਾਬ ਤੇ ਬੰਗਾਲ ਤੇ ਬਾਕੀ ਸਟੇਟਾਂ ਦੀ ਪਾਰਟੀਸ਼ਨ ਹੋਈ। ਪਾਰਟੀਸ਼ਨ ਇੱਕ ਬੜਾ ਵੱਡਾ ਪੰਜਾਬ ਦੇ ਵਿੱਚ ਇੱਕ ਜਿਹਨੇ ਕੁਆਲਿਟੇਟਿਵ ਚੇਂਜ ਲੈਣ ਦੀ ਪੰਜਾਬ ਦੇ ਕਲਚਰ 'ਚ, ਪੰਜਾਬ ਦੀ ਰਾਜਨੀਤੀ 'ਚ, ਪੰਜਾਬ ਦੀ ਇਕੋਨਮੀ 'ਚ। ਦੂਜਾ ਜਿਹੜਾ ਪੰਜਾਬ 'ਚ ਹੋਇਆ 1966 'ਚ ਰੀਆਰਗਨਾਈਜੇਸ਼ਨ ਆ ਪੰਜਾਬ। ਕਾਫੀ ਏਰੀਆ ਜਿਹੜੇ ਪੰਜਾਬ ਦੇ ਸੀਗੇ ਉਹ ਅਲੱਗ ਕਰਤੇ ਗਏ, ਔਰ ਪੰਜਾਬੀ ਸੂਬਾ ਦੀ ਮੂਵਮੈਂਟ ਤੋਂ ਬਾਅਦ ਇੱਕ ਨਵੇਂ ਪੰਜਾਬ ਦੀ ਰਚਨਾ ਕੀਤੀ ਗਈ। ਔਰ ਉਹਦੇ ਵਿੱਚ ਜੇ ਤੁਸੀਂ ਦੇਖੋ ਉਹਦੇ ਨਾਲ ਜੁੜਿਆ ਹੋਇਆ ਮਸਲਾ ਉਹ ਸੀਗਾ ਕਿ ਪੰਜਾਬ ਦੀ ਆਪਣੀ ਰਾਜਧਾਨੀ ਨਹੀਂ ਰਹੀ। ਪਹਿਲੇ ਤਾਂ ਅਸੀਂ ਲਾਹੌਰ ਗਵਾਇਆ, ਜਿਹੜਾ ਪੰਜਾਬ ਦਾ ਨਰਵ ਸੈਂਟਰ ਹੋਇਆ ਕਰਦਾ ਸੀ। ਉਸ ਤੋਂ ਬਾਅਦ ਚੰਡੀਗੜ੍ਹ ਗਵਾ ਲਿਆ, ਜਿਹੜਾ ਕਿ ਪੰਜਾਬ ਦੇ ਇੱਕ ਮਾਡਰਨ ਕੈਪੀਟਲ ਦੇ ਤੌਰ 'ਤੇ ਉੱਭਰ ਕੇ ਅੱਗੇ ਆ ਰਿਹਾ ਸੀ। ਔਰ ਤੁਸੀਂ ਦੇਖੋ ਵੀ ਰੀਆਰਗਨਾਈਜੇਸ਼ਨ ਦੇ ਵਿੱਚ 71 ਦੇ ਆਸ-ਪਾਸ ਚੰਡੀਗੜ੍ਹ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਗਿਆ। ਔਰ ਹਿੰਦੁਸਤਾਨ 'ਚ ਕੋਈ ਐਸੀ ਸਟੇਟ ਨਹੀਂ, ਹਰਿਆਣਾ ਆਫ ਕੋਰਸ ਇੱਕ ਨਾਲ, ਜਿਹਦੀ ਆਪਣੀ ਕੈਪੀਟਲ ਨਾ ਹੋਵੇ, ਕਿਉਂਕਿ ਕੈਪੀਟਲ ਦੇ ਨਾਲ ਕਲਚਰ ਚੱਲਦਾ ਹੈ, ਉਹਦੇ ਨਾਲ ਇਨਵੈਸਟਮੈਂਟ ਪੋਲ ਹੁੰਦੀ ਹੈ। ਇਹ ਦੂਸਰਾ ਜਿਹੜਾ ਮੇਨ ਮੁੱਦਾ ਐਕਸੀਡੈਂਟ ਜਿਹਨੂੰ ਕਹਿ ਲਓ, ਕਿ ਪੰਜਾਬ ਦੇ ਨਾਲ ਧੱਕਾ ਜਿਹਨੂੰ ਕਹਿ ਲਓ, ਪੰਜਾਬ ਨਾਲ ਹੋਇਆ। ਤੀਸਰਾ ਜਿਹੜਾ ਮੇਨ ਇੰਪੋਰਟੈਂਟ ਇਹ 3 ਐਕਟ ਜਿਹੜੇ ਆਏ,
ਇਹ ਮੈਂ ਇਹਨੂੰ ਇੱਕ ਬੜਾ ਵੱਡਾ ਹਿਸਟੋਰਿਕ ਈਵੈਂਟ ਮੰਨਦਾ, ਜਿਹਨੇ ਪੰਜਾਬ ਦੀ ਰਾਜਨੀਤੀ ਨੂੰ ਬਿਲਕੁਲ ਬਦਲ ਕੇ ਰੱਖਤਾ। ਔਰ ਚੌਥਾ ਜਿਹੜਾ ਇੱਕ ਪੰਜਾਬ 'ਚ ਇੱਕ ਉਸ ਡਿਸਕੋਰਸ ਦਾ ਪੈਦਾ ਹੋਣਾ ਜਿਹਦੇ ਵਿੱਚ ਉਹੀ ਕੈਟੇਗਰੀਆਂ ਦਾ ਇਸਤੇਮਾਲ ਕੀਤਾ ਜਾਣਾ ਜਿਹੜੀਆਂ ਕਿ ਪੰਜਾਬੀ ਸੂਬੇ ਵੇਲੇ ਹੁੰਦੀਆਂ ਸੀ, ਕਿ ਸਿੱਖ ਚੀਫ ਮਿਨਿਸਟਰ ਹੋਣਾ ਚਾਹੀਦਾ ਕਿ ਨਹੀਂ, ਦਲਿਤ ਨੂੰ ਕੀ ਮਿਲਣਾ ਚਾਹੀਦਾ, ਹਿੰਦੂ ਨੂੰ ਕੀ ਮਿਲਣਾ ਚਾਹੀਦਾ। ਮੈਂ ਇਹਨੂੰ ਵੀ ਬਹੁਤ ਵੱਡਾ ਹਿਸਟੋਰਿਕ ਐਕਸੀਡੈਂਟ ਸਮਝਦਾ, ਜਿਹਨੇ ਪੰਜਾਬ ਦੀ ਰਾਜਨੀਤੀ ਇਹਨਾਂ ਚਾਰਾਂ ਨੇ ਬਿਲਕੁਲ ਬਦਲ ਕੇ ਰੱਖਤੀ। ਔਰ ਇਹ ਜਿਹੜੇ ਬਦਲਾਵ ਨੇ, ਇਹਦੀਆਂ ਜਿਹੜੀਆਂ ਕੰਸੀਕੁਐਂਸਿਸ ਨੇ ਬੜੇ ਸੀਰੀਅਸ ਨੇ, ਪੋਜ਼ੀਟਿਵ ਵੀ ਨੇ, ਨੈਗੇਟਿਵ ਵੀ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਵੀ ਪਹਿਲੇ ਤਾਂ ਇਹ ਚਾਰ ਜਿਹੜੇ ਪੰਜਾਬ ਜੇ ਮੈਂ ਤੇ ਆਉਣਾ ਇੱਕ ਇੱਕ ਕਰਕੇ, ਜੇ ਮੰਨ ਲਓ ਆਪਾਂ ਪਿੱਛੋਂ ਚੱਲ ਪੈਂਦੇ ਹਾਂ, ਇੱਕ ਦਲਿਤ ਦਾ ਪੰਜਾਬ 'ਚ ਸੀਐਮ ਬਣਨਾ, ਇਹਨੇ ਕੀ ਬਦਲ ਦਿੱਤਾ? ਦੇਖੋ, ਪੰਜਾਬ ਜਿਹੜੀ ਨਾ ਇੱਕ ਇੰਨੀ ਮਲਟੀਕਲਚਰਲ ਸੁਸਾਇਟੀ, ਸਿੱਖੀਜ਼ਮ ਤੇ ਆਰੀਆ ਸਮਾਜ ਨੇ ਮਤਲਬ ਪੰਜਾਬ ਦਾ ਇੱਕ ਜਿਹੜੀ ਇੱਕ ਰੀਜਨਲ ਡਾਇਮੈਂਸ਼ਨ ਸੀ ਉਹ ਪੈਦਾ ਕੀਤੀ ਕਾਸਟ ਦੀ, ਜਿਹ 'ਚ ਬਿਹੇਵੀਅਰ ਲੈਵਲ ਤੇ ਜਿਹੜੇ ਡਿਸਟਿੰਕਸ਼ਨ ਸੀਗੇ ਉਹ ਖਤਮ ਕਰਤੇ ਗਏ ਬਿਹੇਵੀਅਰ ਲੈਵਲ ਤੇ। ਹਾਲਾਂਕਿ ਇਹ ਨਹੀਂ ਕਿ ਕਾਸਟ ਸਿਸਟਮ ਹੀ ਖਤਮ ਹੋ ਗਿਆ, ਢਾਂਚੇ ਦੇ ਲੈਵਲ ਤੇ ਰਹੇ ਢਾਂਚੇ, ਪਰ ਉਹਨਾਂ ਨੇ ਉਹਦਾ ਬਦਲਾਵ ਕੀਤਾ। ਔਰ ਇਹ ਮੈਂ ਇਸ ਕਰਕੇ ਕਹਿ ਰਿਹਾ ਕਿ ਪੰਜਾਬ ਦੀ ਰਾਜਨੀਤੀ ਦਾ ਇਹਨੂੰ ਮੈਂ ਧੁਰਾ ਮੰਨਦਾ ਕਿ ਰਿਲੀਜਨ ਨੇ ਕਾਸਟ ਦੇ ਨਾਲ ਇੰਟਰੈਕਟ ਕਰਕੇ ਕਾਸਟ ਨੂੰ ਕਮਜ਼ੋਰ ਕੀਤਾ ਪੰਜਾਬ 'ਚ, ਸਿੱਖੀਜ਼ਮ ਨੇ, ਇੱਦਾਂ ਹੀ ਆਰੀਆ ਸਮਾਜ ਨੇ। ਤੇ ਇੱਕ ਕਾਸਟ ਦੀ ਇੱਕ ਨਵੀਂ ਪਰਿਭਾਸ਼ਾ ਪੰਜਾਬ 'ਚ ਆਈ। ਔਰ ਇਹਦਾ ਐਗਜ਼ਾਮਪਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਮਾਇਆਵਤੀ ਪੰਜਾਬ 'ਚ ਪੈਦਾ ਹੋ ਕੇ ਕਾਂਸ਼ੀ ਰਾਮ ਜੀ, ਔਰ ਕਾਂਸ਼ੀ ਰਾਮ ਸ਼ਾਇਦ ਇੱਕ ਵਾਰੀ ਇਲੈਕਸ਼ਨ ਜਿੱਤੇ, ਉਹ ਵੀ ਮੇਰਾ ਖਿਆਲ 1996 'ਚ ਅਕਾਲੀ ਦਲ ਦੇ ਨਾਲ ਅਲਾਇੰਸ 'ਚ। ਮਾਇਆਵਤੀ ਆਪ ਹਾਰੇ ਇਲੈਕਸ਼ਨ, ਉਹਨਾਂ ਨੂੰ ਯੂਪੀ ਜਾ ਕੇ ਸ਼ਰਨ ਲੈਣੀ ਪਈ, ਕਿਉਂਕਿ ਪੰਜਾਬ ਜਿਹੜਾ ਹੈਗਾ ਐਕਸਕਲੂਸਿਵ ਜਿਹੜੀਆਂ ਕੈਟੇਗਰੀਜ਼ ਨੇ ਕਾਸਟ ਦੀਆਂ, ਧਰਮ ਦੀਆਂ, ਐਕਸਕਲੂਸਿਵ ਕੈਟੇਗਰੀਆਂ ਨਹੀਂ ਫੰਕਸ਼ਨ ਕਰਦੀਆਂ ਪੰਜਾਬ 'ਚ। ਇਹੀ ਦੇਣ ਹੈ ਸ਼ਾਇਦ ਪੰਜਾਬ ਦੇ ਕਲਚਰ ਦੀ, ਪੰਜਾਬੀਅਤ ਦੀ ਔਰ ਸਿੱਖੀਜ਼ਮ ਦੀ। ਇਹਦੀ ਦੂਜੀ ਸਾਈਡ ਵੀ ਹੈਗੀ ਆ, ਮੈਂ ਨਹੀਂ ਕਹਿੰਦਾ ਉਹ ਐਗਜ਼ਿਸਟ ਨਹੀਂ ਕਰਦੀ। ਇਸੇ ਕਰਕੇ ਤਾਂ ਦਲਿਤ ਨੂੰ ਚੀਫ ਮਿਨਿਸਟਰ ਬਣਾ ਕੇ ਖੁਸ਼ੀਆਂ ਮਨਾਈਆਂ ਜਾ ਰਹੀਆਂ, ਜਦ ਕਿ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਬਣਾਇਆ ਗਿਆ ਉਹਨੇ ਸਾਰੀ ਪੰਜਾਬ ਦੀ ਇੱਕ ਸੈਕੂਲਰ ਲਹਿਰ ਨੂੰ ਨਿਗੇਟ ਕੀਤਾ ਕਿਸੇ ਲੈਵਲ ਤੇ। ਜੇ ਪਹਿਲੇ ਹੀ ਫੈਸਲਾ ਇਹ ਕਰ ਲੈਂਦੇ, ਇਹ ਸਾਰਾ ਜਿਹੜਾ ਜਿਹਦੇ 'ਚ ਪਹਿਲੇ ਕਿਸੇ ਇੱਕ ਪਰਟੀਕੂਲਰ ਭਾਈਚਾਰੇ ਦੇ ਬੰਦੇ ਨੂੰ ਨਾਮ ਲਿੱਤਾ ਗਿਆ, ਉਹਨਾਂ ਦਾ ਇੱਕ ਜੈਂਟਲਮੈਨ ਪੋਲੀਟੀਸ਼ੀਅਨ ਜਿਹਨੂੰ ਅਸੀਂ ਕਹਿੰਦੇ ਹਾਂ ਪੰਜਾਬ ਦੇ, ਆਪਣਾ ਜਾਖੜ ਸਾਹਿਬ, ਉਹਨਾਂ ਦਾ ਨਾਮ ਲੈ ਕੇ ਸ਼ਾਮ ਤੱਕ ਉਹਨਾਂ ਨੂੰ ਕਹਿ ਦਿੱਤਾ ਗਿਆ ਵੀ ਕਿ ਹਿੰਦੂ ਨੂੰ ਅਸੀਂ ਚੀਫ ਮਿਨਿਸਟਰ ਨਹੀਂ ਬਣਾਉਣਾ, ਅਸੀਂ ਸਿਰਫ ਸਿੱਖ ਨੂੰ ਬਣਾਉਣਾ। ਔਰ ਕਿਹਾ ਗਿਆ, ਆਫੀਸ਼ੀਅਲੀ ਸਟੇਟਮੈਂਟ ਦਿੱਤੀ ਗਈ। ਔਰ ਉਸ ਤੋਂ ਬਾਅਦ ਕਿਹਾ ਨਹੀਂ, ਹੁਣ ਆਪਾਂ ਇੱਕ ਨਾ ਕਿਸਾਨ ਨੂੰ ਜੱਟ ਨੂੰ ਬਣਾ ਲੈਂਦੇ ਹਾਂ। ਸ਼ਾਮ ਤੱਕ, ਅਗਲੇ ਸ਼ਾਮ ਤੱਕ ਉਹਨਾਂ ਦਾ ਵੀ ਪਤਾ ਕੱਟਤਾ ਗਿਆ। ਇਹ ਜਿਹੜੀ, ਔਰ ਤੀਸਰੇ ਲੈਵਲ ਤੇ ਜਦੋਂ ਕਿਹਾ ਇੱਕ ਮਖੌਟਾ ਜਿਹੜਾ ਹੈਗਾ ਉਹਨੂੰ ਬਣਾ ਲੈਂਦੇ ਹਾਂ, ਫਿਰ ਬਾਅਦ 'ਚ ਕਿਹਾ ਨਹੀਂ ਮਖੌਟਾ ਨਹੀਂ ਹੈ, ਇਹਨੂੰ ਫਿਰ ਵੀ ਆਪਾਂ ਥੋੜ੍ਹਾ ਸੀਰੀਅਸਲੀ ਲੈ ਲਈਏ। ਔਰ ਮੈਂ ਸਮਝਦਾ ਵੀ ਇਹ ਜਿਹੜੀ ਮੈਕੀਨੇਸ਼ਨਸ ਨੇ ਇਹ ਸ਼ਾਰਟ ਟਰਮ ਹੋਣ, ਮੈਨੂੰ ਉਮੀਦ ਹੈ ਇਹ ਲੰਬੀਆਂ ਨਾ ਚੱਲਣ। ਪੰਜਾਬ ਲਈ ਦੁਖਾਂਤ ਹੋਏਗਾ। ਪੰਜਾਬ 'ਚ ਜੇ ਆਪਣੇ ਤੌਰ ਤੇ ਕੋਈ ਇੱਕ ਭਾਈਚਾਰੇ ਦਾ ਚੀਫ ਮਿਨਿਸਟਰ ਬਣਦਾ ਜਾਂ ਪਾਵਰ ਚਾਹੁੰਦਾ, ਚਾਹੇ ਉਹ ਹਿੰਦੂ ਹੈ, ਦਲਿਤ ਹੈ, ਬੜੀ ਅੱਛੀ ਗੱਲ ਹੈ। ਔਰ ਸਿੱਖੇ ਦਾ ਪੰਜਾਬ ਦੇ ਕਲਚਰ 'ਚੋਂ ਨਿਕਲ ਕੇ ਗੱਲ ਆਉਂਦੀ ਹੈ, ਪਰ ਉਹਨੂੰ ਇੱਕ ਤਰ੍ਹਾਂ ਦੇ ਮੈਨੇਜ ਕਰਨਾ, ਥਿਊਰਾਈਜ਼ ਕਰ ਦੇਣਾ ਉਹਨੂੰ ਪੂਰੇ, ਹਾਂ, ਉਹਨੂੰ ਸਾਰੇ ਨੂੰ ਇੱਕ ਕਿਸਮ ਦਾ ਮੈਨੀਪੂਲੇਟ ਕਰਕੇ ਕੁਝ ਇੱਕ ਨਵਾਂ ਡਿਸਕੋਰਸ ਪੈਦਾ ਕਰਨ ਦੀ ਕੋਸ਼ਿਸ਼ ਕਰਨੀ। ਮੈਨੂੰ ਲੱਗਦਾ ਪੰਜਾਬੀ ਸੁਸਾਇਟੀ ਕਾਫੀ ਮੈਚੁਰ ਹੈ ਇਸ ਲੈਵਲ ਤੇ। ਔਰ ਮੈਂ ਇਸ ਗੱਲ ਦਾ ਜ਼ਿਆਦਾ ਕ੍ਰੈਡਿਟ, ਇਹ ਤਾਂ ਕਿਹਾ ਗਿਆ ਕਿ ਅੱਪਰ ਕਾਸਟਾਂ ਨੂੰ ਦੁਖਦੀ ਹੈ, ਹਨਾ, ਮਤਲਬ ਨਹੀਂ, ਅੱਪਰ ਕਾਸਟਾਂ ਨੂੰ ਇਹ ਗੱਲ ਦੁਖਦੀ ਹੈ। ਤੁਹਾਨੂੰ ਵੀ ਕਹਿ ਸਕਦਾ ਕੋਈ, ਡਾਕਟਰ ਪ੍ਰਮੋਦ ਕੁਮਾਰ ਦੇਖੋ ਨੂੰ ਗੱਲ ਇਹ ਹੈ ਕਿ ਜਿਹੜਾ ਸੀਐਮ ਬਣਨਾ, ਦੇਖੋ ਗੱਲ ਪਤਾ ਕੀ ਹੈ, ਇਹ ਜਿਹੜੀ ਗੱਲਾਂ ਹੁੰਦੀਆਂ ਨੇ ਜਦੋਂ ਤੁਸੀਂ ਐਕਟਿਵਾਈਜ਼ ਕਰਦੇ ਹੋ ਕਿਸੇ ਵੀ ਡਿਸਕ੍ਰਿਮੀਨੇਸ਼ਨ ਨੂੰ, ਕਿਸੇ ਨੂੰ ਵੀ ਚੁੱਪ ਸਕਦੀ ਹੈ। ਜੇ ਮੈਂ ਕਹਿੰਦਾ ਇੱਕ ਬਲੈਕ ਨੂੰ ਆਪਾਂ ਕਿਸੇ ਵੀ ਕਾਰਪੋਰੇਟ ਕੰਪਨੀ ਦਾ ਹੈਡ ਨਹੀਂ ਬਣਾਵਾਂਗੇ, ਦੁਖਦੀ ਹੈ ਉਹਨੂੰ, ਭਾਵੇਂ ਨਾ ਬਣੇ ਕਦੀ ਉਹ, ਪਰ ਉਹਨੂੰ ਕਹਿ ਕੇ ਉਹਨੂੰ ਇੰਸਟੀਟਿਊਸ਼ਨਲਾਈਜ਼ ਕਰਨ ਦੀ ਕੋਸ਼ਿਸ਼ ਕਰਨੀ, ਉਹ ਦੁਖਦਾ। ਵਰਲਡ ਓਵਰ ਕਿਤੇ ਵੀ ਤੁਸੀਂ ਡਿਸਕ੍ਰਿਮੀਨੇਸ਼ਨ ਨੂੰ ਪਬਲਿਕ ਡੋਮੇਨ 'ਚ ਐਕਟਿਵਾਈਜ਼ ਕਰੋਗੇ, ਉਹਨੂੰ ਅਸੀਂ ਜਾਂ ਰੇਸਿਜ਼ਮ ਕਹਿੰਦੇ ਹਾਂ, ਜਾਂ ਉਹਨੂੰ ਸੰਪਰਦਾਇਕਤਾ ਕਹਿੰਦੇ ਆ, ਜਾਂ ਉਹਨੂੰ ਇਹ ਕਹਿੰਦੇ ਆ ਬਈ ਮਤਭੇਦ ਪੈਦਾ ਕਰਨਾ ਧਰਮਾਂ 'ਚ, ਇਹ ਕਹਿੰਦੇ ਆ। ਇਸੇ ਕਰਕੇ ਇਹਨੂੰ ਰੈਟਰੋਗ੍ਰੈਸਿਵ ਮੰਨਦੇ ਆ। ਕਹਿਣਾ ਨਹੀਂ ਹੁੰਦਾ, ਕਈ ਗੱਲਾਂ ਉੱਥੇ ਐਗਜ਼ਿਸਟ ਕਰਦੀਆਂ। ਤੁਹਾਨੂੰ ਲੱਗਦਾ ਚੰਨੀ ਸੀਐਮ ਬਣਦੇ ਕੋਈ ਮਸਲਾ ਨਹੀਂ, ਪਰ ਜਿਸ ਤਰੀਕੇ ਨਾਲ ਕਾਂਗਰਸ ਨੇ ਉਹਨੂੰ, ਨਹੀਂ, ਮੈਨੂੰ ਚੰਨੀ ਸਾਹਿਬ ਤਾਂ ਬਹੁਤ ਵਧੀਆ ਬੰਦੇ ਨੇ, ਮੈਨੂੰ ਤਾਂ ਚੰਨੀ ਸਾਹਿਬ ਦਾ ਤਾਂ ਕੋਈ ਇਸ 'ਚ ਮਸਲਾ ਹੀ ਨਹੀਂ ਹੈਗਾ। ਮਸਲਾ ਇਹ ਹੈ ਕਿ ਕਿਸ ਤਰ੍ਹਾਂ ਦੀ ਰਾਜਨੀਤੀ ਅਸੀਂ ਸ਼ੁਰੂ ਕੀਤਾ, ਕਿ ਪੰਜਾਬ 'ਚ ਕਿਸ ਤਰ੍ਹਾਂ ਦੀ ਰਾਜਨੀਤੀ ਹੁਣ ਕਿਹੜੇ ਮੋੜ ਤੇ ਪਹੁੰਚੀ ਹੈ, ਕਿ ਅੱਜ ਪੰਜਾਬੀ ਸੂਬਾ ਦਾ ਜਿਹੜਾ ਡਿਸਕੋਰਸ ਸੀਗਾ, ਅੱਜ ਉਹੀ ਡਿਸਕੋਰਸ ਸਾਨੂੰ ਖੜਾ ਕਰਤਾ ਲਿਆ ਕੇ। ਮੈਂ ਉਸ ਦੁਖਾਂਤ ਦੀ ਗੱਲ ਕਰ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਜੇ ਉਸ ਤੋਂ ਅੱਗੇ ਲੈ ਕੇ ਜਾਂਦੇ, ਪ੍ਰੋਗਰੈਸ਼ਨ ਹੋ ਜਾਂਦੀ, ਤੇ ਜੇ ਆਪੇ ਹੀ ਕੋਈ ਇੱਕ ਹੋਰ ਭਾਈਚਾਰੇ ਦਾ ਹਿੰਦੂ ਜਾਂ ਦਲਿਤ ਜਾਂ ਕੋਈ ਹੋਰ ਵੀ ਚੀਫ ਮਿਨਿਸਟਰ ਬਣ ਜਾਂਦਾ ਜਾਂ ਪਾਵਰ ਸਟਰਗਲ 'ਚ ਅੱਗੇ ਆ ਜਾਂਦਾ, ਤਾਂ ਕੋਈ ਗਲਤ ਗੱਲ ਨਹੀਂ ਸੀ।
ਕਿਉਂਕਿ ਅਸੀਂ ਉਹਨੂੰ ਮੈਚੁਰ ਡੈਮੋਕ੍ਰੇਸੀ ਸਮਝਦੇ। ਪਰ ਜਿਸ ਢੰਗ ਨਾਲ ਤੁਸੀਂ ਕਰਦੇ ਹੋ, ਉਸ ਢੰਗ ਦੇ ਨਾਲ ਤੁਹਾਡੇ ਨਾ ਸਮਝੀ ਜਾਂ ਤੁਹਾਨੂੰ ਉਸ ਰਾਜਨੀਤੀ ਜਾਂ ਸਮਾਜ ਦੀ ਨਾ ਸਮਝ ਹੋਣ ਦਾ ਵੀ ਇੱਕ ਪ੍ਰਗਟਾਵਾ ਹੁੰਦਾ। ਤੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਜਿਹੜੀ ਇੱਕ ਐਕਸਿਸ ਹੈ, ਜਿਸ 'ਚ ਧਰਮ ਨੇ ਕਾਸਟ ਦੀ ਚੁੰਗਲ ਨੂੰ ਕਾਫੀ ਕਮਜ਼ੋਰ ਕੀਤਾ, ਔਰ ਜਿਹਦੇ ਕਰਕੇ ਪੰਜਾਬ ਦੀ ਰਾਜਨੀਤੀ ਐਕਸਕਲੂਸਿਵ ਨਹੀਂ ਰਹੀ। ਨਾ ਇੱਥੇ ਜੇ ਕੱਲ੍ਹ ਨੂੰ ਦੇਖੋ ਮੋਦੀ ਜੀ ਦਾ ਇਹ 'ਚ ਨਾਲ ਐਗਜ਼ਾਮਪਲ ਲੈ ਲਓ, ਬੜਾ ਵਧੀਆ ਦੇ ਦਿੰਦਾ ਕਿ ਹਿੰਦੂਤਵਾ ਪੰਜਾਬ 'ਚ ਕਿਉਂ ਕਾਮਯਾਬ ਨਹੀਂ। ਤੁਸੀਂ ਅਰੁਣ ਜੇਤਲੀ ਜੀ ਅੰਮ੍ਰਿਤਸਰ ਤੋਂ ਹਾਰਦੇ ਨੇ, ਜਦੋਂ ਹੁਣ ਪੀਕ 'ਤੇ ਹੁੰਦੇ ਨੇ ਬੀਜੇਪੀ, ਉਦੋਂ ਪੰਜਾਬ 'ਚ ਉਹਨਾਂ ਨੂੰ ਵੋਟ ਨਹੀਂ ਮਿਲਦੀ, ਕਿਉਂਕਿ ਪੰਜਾਬੀ ਜਿਹੜਾ ਹਿੰਦੂ ਵੀ ਹੈ ਉਹ ਹਿੰਦੂਤਵਾ ਵਾਲਾ ਹਿੰਦੂ ਹੀ ਹੈ ਨਹੀਂ। ਜਿਵੇਂ ਪੰਜਾਬ ਦਾ ਜਿਹੜਾ ਸ਼ਡਿਊਲ ਕਾਸਟ ਹੈ, ਉਸ ਤਰ੍ਹਾਂ ਦਾ ਸ਼ਡਿਊਲ ਕਾਸਟ ਹੈ ਨਹੀਂ ਜਿਹੜਾ ਕਿ ਮਨੂਵਾਦ ਦੇ ਡਿਸਕੋਰਸ ਦੇ ਨਾਲ ਜੁੜ ਜਾਏ, ਕਿਉਂਕਿ ਇਹ ਵੀ ਕਈ ਲੈਵਲ 'ਤੇ, ਔਰ ਇਸੇ ਕਰਕੇ ਇਹਦੀ ਬਾਰਗੇਨਿੰਗ ਕਪੈਸਿਟੀ ਇਸ ਸ਼ਡਿਊਲ ਕਾਸਟ ਦੀ, ਇਸ ਹਿੰਦੂ ਦੀ ਇੰਨੀ ਜ਼ਿਆਦਾ ਹੈ ਕਿ ਸਾਰੀ ਪਾਰਟੀਆਂ 'ਚ ਪ੍ਰੈਜ਼ੈਂਟ ਨੇ। ਔਰ ਪੰਜਾਬ ਦੀ ਕੋਈ ਪਾਰਟੀ ਆਪਣੇ ਆਪ 'ਚ ਐਕਸਕਲੂਸਿਵ ਨਹੀਂ। ਐਕਸਕਲੂਸਿਵ ਪਾਰਟੀ ਬੀਜੇਪੀ 1992 ਤੋਂ ਪਹਿਲੇ ਜਦੋਂ ਅਕਾਲੀ ਦਲ ਦੇ ਨਾਲ ਕੋਏਲੇਸ਼ਨ ਕਰਨੀ ਪਈ 67 'ਚ ਪਹਿਲੀ ਵਾਰ, ਉਹਨਾਂ ਨੂੰ ਉੱਥੋਂ ਹੀ ਸਮਝ ਆ ਗਈ ਵੀ ਐਕਸਕਲੂਸਿਵ ਰਾਜਨੀਤੀ ਜਿਹੜੀ ਹੈ ਇਹ ਇਹਨਾਂ ਨੂੰ ਸੱਤਾ ਦੇ ਨੇੜੇ ਨਹੀਂ ਲਿਆ ਸਕਦੀ। ਅਲਾਇੰਸ ਕਰਨੀਆਂ ਪਈਆਂ। ਮੈਂ ਤੁਹਾਨੂੰ ਪੰਜਾਬ ਦੇ ਨਾਲ ਹੋਰ ਤੁਹਾਨੂੰ ਇੰਟਰਸਟਿੰਗ ਦੱਸ ਦਿੰਦਾ ਕਿ ਪੰਜਾਬ ਦੇ ਵਿੱਚ 1937 'ਚ, ਫਿਰ 48 'ਚ, ਫਿਰ ਮੇਰੇ ਖਿਆਲ 56 'ਚ ਕਾਂਗਰਸ ਤੇ ਅਕਾਲੀ ਦਲ ਮਰਜ ਹੋ ਜਾਂਦੇ ਨੇ। ਔਰ ਜਿਹੜੇ ਕਾਂਗਰਸ ਵੀ ਨਾਲ ਲੈਫਟ ਵੀ ਨਹੀਂ ਮਰਜ ਹੁੰਦੇ, ਇਹ ਮਰਜ ਦੀ ਗੱਲ, ਮਰਜ ਹੁੰਦੇ 56 'ਚ, ਮੈਂ ਉਹ ਬਾਅਦ 'ਚ ਆਉਂਦਾ, ਇਹ 56 'ਚ, 48 'ਚ, 37 'ਚ। ਔਰ ਜਿਹੜੇ ਅਕਾਲੀ ਦਲ ਦੇ ਲੀਡਰ ਜਾਂਦੇ ਨੇ 90%, 80% ਵਾਪਸ ਹੀ ਨਹੀਂ ਆਉਂਦੇ, ਚਾਹੇ ਉਹ ਪ੍ਰਤਾਪ ਸਿੰਘ ਕੈਰੋ ਸੀ, ਚਾਹੇ ਉਹ ਬਲਦੇਵ ਸਿੰਘ ਸੀ ਜਿਹੜੇ ਡਿਫੈਂਸ ਮਿਨਿਸਟਰ ਬਣੇ, ਚਾਹੇ ਸਰਦਾਰ ਹੁਕਮ ਸਿੰਘ ਸੀ, ਸਾਰੇ ਹੀ ਕਾਂਗਰਸ 'ਚ ਰਹਿ ਜਾਂਦੇ ਆ। ਔਰ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਨੀਲੀ ਪੈਗ ਤੇ ਚਿੱਟੀ ਪੱਗ ਦੋਨੋਂ ਇੱਕੋ ਘਰੇ ਰੱਖੀਆਂ ਹੁੰਦੀਆਂ, ਜਦੋਂ ਲੋੜ ਹੋਵੇ ਉਹ ਪਾ ਲਓ। ਇਸੇ ਕਰਕੇ ਤੀਜਾ ਧੜਾ ਜੇ ਇਹ ਸੋਚੇ ਕਿ ਅਸੀਂ ਇਹ ਕਹਿ ਦਾਂਗੇ ਕਿ ਅਕਾਲੀ ਤੇ ਕਾਂਗਰਸ ਮਿਲੇ ਹੋਏ ਨੇ ਤੇ ਤੀਜੇ ਧੜ ਦਾ ਚਾਂਸ ਹੈ, ਮੈਂ ਸਮਝਦਾ ਪੰਜਾਬ ਨੂੰ ਸਮਝਦੇ ਨਹੀਂ, ਕਿਉਂਕਿ ਪੰਜਾਬ ਸ਼ੁਰੂ ਤੋਂ ਹੀ ਦੋਨੋਂ ਪੱਗਾਂ ਇੱਕੋ ਘਰ 'ਚ ਰੱਖ ਲੈਂਦੇ ਨੇ। ਕਿਉਂਕਿ ਪੰਜਾਬੀ ਕਲਚਰ ਜਿਹੜਾ ਹੈਗਾ ਇੰਨਾ ਮਤਲਬ ਪੋਲੀਟੀਕਲੀ ਮੈਂ ਸਮਝਦਾ ਮੈਚੁਰ ਹੈ। ਇਹ ਸ਼ਾਇਦ ਆਊਟਸਾਈਡਰ ਜਿਹੜੇ ਨੇ ਪੰਜਾਬ ਦੇ, ਉਹਨਾਂ ਨੂੰ ਜਦੋਂ ਰਾਜਨੀਤੀ ਕਰਨ ਆਉਂਦੇ ਨੇ, ਉਹ ਪੰਜਾਬ ਨੂੰ ਜਾਂ ਤਾਂ ਸਿੱਖ ਸਮਝ ਲੈਂਦੇ ਨੇ। ਪਿਛਲੀ ਵਾਰ ਸਿੱਖ ਸਮਝ ਕੇ ਆਏ ਸੀ। ਪਰ ਪੰਜਾਬ ਐਕਸਪੈਰੀਮੈਂਟਾਂ ਦੀ ਧਰਤੀ ਵੀ ਹੈ, ਆਊਟ ਆਫ ਬਾਕਸ ਵੀ ਤਾਂ ਚੀਜ਼ਾਂ ਹੁੰਦੀਆਂ ਨੇ। ਤੁਸੀਂ ਐਂ ਕਿਉਂ ਸੋਚਦੇ ਹੋ ਕਿ ਇੱਕ ਫਰੇਮਵਰਕ ਜੋ ਹੋਇਆ ਉਹੀ ਹੋਊਗਾ? ਹਾਂ, ਮੈਂ ਸਮਝਦਾ, ਪਰ ਬਾਕਸ ਦੇ ਨੇੜੇ ਤੇੜੇ ਕੁਝ ਰੱਖੋ। ਜੋ ਚੱਕ ਕੇ ਬਾਕਸ ਤੋਂ ਬਿਲਕੁਲ ਬਾਹਰ ਹੀ ਰੱਖ ਦੋਗੇ ਤੇ ਫਿਰ ਬਾਹਰ ਹੀ ਰਹਿ ਜਾਓਗੇ। ਇੰਨਾ ਕੁ ਸਕੋਪ ਰੱਖੋ ਕਿ ਦੁਬਾਰਾ ਆਊਟ ਆਫ ਬਾਕਸ ਕਰਕੇ ਵਾਪਸ ਬਾਕਸ 'ਚ ਆ ਜਾਓ। ਪਰ ਤੁਸੀਂ ਤਾਂ ਬਾਕਸ 'ਚ ਆਉਣ ਦਾ ਤਾਂ ਸਕੋਪ ਹੀ ਨਹੀਂ ਛੱਡਦੇ ਕੋਈ। ਇਸੇ ਕਰਕੇ ਤੁਸੀਂ ਦੇਖੋ, ਹਾਂ, ਇੱਕ ਆਦ ਪਾਰਟੀ ਜਿਵੇਂ ਆਮ ਆਦਮੀ ਪਾਰਟੀ ਆਈ ਪੰਜਾਬ 'ਚ, ਬੜੇ ਇਹਨਾਂ ਨੇ ਪੰਜਾਬ ਨੂੰ ਬਿਲਕੁਲ ਇਹ ਸਮਝ ਲਿਆ ਵੀ ਸਿੱਖ ਸਟੇਟ ਹੁੰਦੀ ਹੈ ਜਿਵੇਂ ਪਿਛਲੀ ਵਾਰ, ਔਰ ਪਾਰਲੀਮੈਂਟ ਤੱਕ ਪਹੁੰਚਦੇ ਪਹੁੰਚਦੇ ਵੋਟ ਸ਼ੇਅਰ ਅੱਧਾ ਹੀ ਰਹਿ ਗਿਆ, ਹਿਸਟਰੀ ਹੋ ਗਿਆ। ਔਰ ਹੁਣ ਤੁਸੀਂ ਦੇਖਣਾ ਆਉਣ ਵਾਲੇ ਸਮੇਂ 'ਚ ਆਪਣੇ ਜੇ ਉਹਨਾਂ ਨੇ ਲੈਸਨ ਜਿਹੜੇ ਨੇ ਠੀਕ ਲੈ ਲੈਣ ਜਾਂ ਨਹੀਂ ਲੈਂਦੇ, ਤੇ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਸ ਇਲੈਕਸ਼ਨ ਤੋਂ ਬਾਅਦ ਸਮਝ ਵੀ ਆ ਜਾਏਗੀ ਕਿ ਪੰਜਾਬ ਦੀ ਰਾਜਨੀਤੀ ਕਿਵੇਂ ਹੁੰਦੀ ਹੈ। ਸ਼ਾਇਦ ਅਗਲੀ ਵਾਰ ਚੰਗੀ ਤਰ੍ਹਾਂ ਰਾਜਨੀਤੀ ਕਰ ਲੈਣ ਪੰਜਾਬ 'ਚ। ਹੁਣ ਜਿਵੇਂ ਉਹਦੇ 'ਚ ਤੁਸੀਂ ਦੇਖੋ, ਜੇ ਜਿਹੜਾ ਇੱਕ ਕਲਚਰ ਆ ਜਾਂਦਾ ਇਹਦੇ ਵਿੱਚ ਹੀ ਜੁੜੀ ਹੋਈ ਗੱਲ ਦੇ ਵਿੱਚ, ਤੁਸੀਂ ਮੈਨੀਫੈਸਟੋ ਦੀ ਜਗ੍ਹਾ ਮੈਨਿਊਫੈਸਟੋ ਕੱਢਣ ਲੱਗ ਗਏ। ਮੈਨਿਊ ਕਾਰਡ ਜਿਵੇਂ ਹੁੰਦਾ ਵੀ ਤੁਸੀਂ ਇੱਦਾਂ ਜੀ, ਤੁਹਾਨੂੰ ਫਾਰਮਰ ਹੋ ਤੁਹਾਨੂੰ ਇਹ ਦੇ ਦਿਆਂਗੇ ਜੀ, ਤੁਸੀਂ ਜੇ ਆਪਣਾ ਯੂਥ ਹੋ ਤੁਹਾਨੂੰ ਇਹ ਦੇ ਦਾਂਗੇ, ਇਹ ਫ੍ਰੀ ਦੇ ਦਾਂਗੇ, ਇਹ ਫ੍ਰੀ ਦੇ ਦਾਂਗੇ, ਇਹ ਫ੍ਰੀ ਦੇ ਦਾਂਗੇ। ਅੱਛਾ, ਇਹ ਮੈਨਿਊ ਕਾਰਡ ਅਪਰੋਚ ਜਿਹੜੀ ਹੈ ਉਹ ਮੈਨੀਫੈਸਟੋ ਤੋਂ ਅਲੱਗ ਹੈ। ਮੈਨੀਫੈਸਟੋ ਇੱਕ ਆਈਡੀਓਲੋਜੀ ਹੁੰਦੀ ਹੈ। ਮੈਨੀਫੈਸਟੋ ਜਿਹੜਾ ਹੁੰਦਾ, ਤੁਸੀਂ ਦੇਖੋ ਪੰਜਾਬ ਦੇ ਕਾਂਗਰਸ ਪਾਰਟੀ ਅਕਾਲੀ ਦੇ ਮੈਨੀਫੈਸਟੋ ਦੇਖੋ ਚੱਕ ਕੇ, ਉਹਨਾਂ 'ਚ ਚੰਡੀਗੜ੍ਹ ਦੇ ਮਸਲੇ ਦੀ ਗੱਲ ਹੁੰਦੀ ਹੈ, ਪਾਣੀ ਦੇ ਮਸਲੇ ਦੀ ਗੱਲ ਹੁੰਦੀ, ਜਿਵੇਂ ਚਾਹੇ ਉਹ ਵੈਸੇ ਹੀ ਲਿਪ ਸਰਵਿਸ ਕਰਦੇ ਹੋਣ, ਤੁਸੀਂ ਕਹਿ ਸਕਦੇ ਹੋ, ਪਰ ਉਸ ਤੋਂ ਬਿਨਾਂ ਮੈਨੀਫੈਸਟੋ ਉਹਨਾਂ ਦਾ ਕੰਪਲੀਟ ਨਹੀਂ ਹੈ। ਜਿਹੜੇ ਆਈਡੀਓਲੋਜੀਕਲ ਮਸਲੇ ਨੇ ਪੰਜਾਬ ਦੇ, ਉਹਨਾਂ ਨੂੰ ਉਹਦੀ ਗੱਲ ਕਰਨੀ ਪੈਂਦੀ ਹੈ। ਜੇ ਨਹੀਂ ਕਰਦੇ ਤਾਂ ਉਹ ਪੰਜਾਬ ਦੀ ਪਾਰਟੀ ਨਹੀਂ ਮੰਨੇ ਜਾਂਦੇ। ਅਸੀਂ ਗੱਲ ਇੱਥੋਂ ਹੀ ਸ਼ੁਰੂ ਕੀਤੀ ਸੀਗੀ ਕਿ ਜੇ ਆਈਡੀਓਲੋਜੀ ਤੋਂ ਤੁਸੀਂ ਪਰੇ ਹੁੰਦੇ ਹੋ ਤੇ ਪੰਜਾਬ ਦੀ ਆਈਡੀਓਲੋਜੀ ਐਂਟਾਗਨਿਸਟਿਕ ਨਹੀਂ ਹੈ ਗਰੁੱਪਸ ਦੇ ਵਿੱਚ, ਇਹ ਕੰਪਲੀਮੈਂਟਰੀ ਹੈ ਬੜੇ ਲੈਵਲ ਤੇ। ਤੁਸੀਂ ਪਾਰਟੀਆਂ ਨੂੰ ਇੱਕ ਦੂਜੇ ਦੇ ਐਂਟਾਗਨਿਸਟਿਕ ਨਹੀਂ ਦੇ ਸਕਦੇ। ਇਸੇ ਕਰਕੇ ਤੁਹਾਨੂੰ ਕਿਹਾ ਕਿ ਆਪਸ 'ਚ ਮਰਜ ਵੀ ਕਰਦੇ ਨੇ। ਹੁਣ ਦੇਖੋ, ਪਿਛਲੇ ਇਲੈਕਸ਼ਨ 'ਚ ਬੀਜੇਪੀ ਤੇ ਕਾਂਗਰਸ ਪਾਰਟੀ ਆਪਸ 'ਚ ਮਿਲ ਗਏ, ਇੱਕ ਦੂਜੇ ਨੂੰ ਸਪੋਰਟ ਕੀਤੀ ਇਲੈਕਸ਼ਨ 'ਚ, ਅਲਾਇੰਸ ਕੀਤੀ ਅਕਾਲੀ ਦਲ ਨਾਲ, ਬੀਜੇਪੀ ਨੇ ਸਪੋਰਟ ਕੀਤੀ ਕਾਂਗਰਸ ਨੂੰ। ਇਹ ਰਾਜ ਧਰਮ ਸੀ। ਸੋ ਪੰਜਾਬ ਦਾ ਰਾਜ ਧਰਮ ਵੀ ਆਪਣਾ ਅਲੱਗ-ਅਲੱਗ ਹੁੰਦਾ। ਪੰਜਾਬ ਦੇ ਵਿੱਚ ਤਾਂ ਤੁਹਾਨੂੰ ਮੈਂ ਇਸ ਕਰਕੇ ਕਿਹਾ, ਤੁਹਾਡੇ ਕੋਲ ਕੀ ਪ੍ਰੂਫ ਹੈ ਇਸ ਗੱਲ ਦਾ? ਨਹੀਂ, ਆਪ ਹੀ ਕਹਿ ਰਹੇ ਸਾਰੇ, ਉਹ ਸਾਰੇ ਕਹਿੰਦੇ ਨੇ, ਸਭ ਨੂੰ ਪਤਾ, ਪਬਲਿਕ ਸਟੇਟਮੈਂਟ ਵੀ ਹੈ। ਬੀਜੇਪੀ ਤਾਂ ਨਹੀਂ ਮੰਨਦੀ? ਬੀਜੇਪੀ ਮੰਨਦੀ ਹੈ।
ਉਹਨਾਂ ਨੇ ਕਿਹਾ ਕਿ ਆਪ ਨੂੰ ਹਰਾਉਣ ਲਈ ਸਾਨੂੰ ਇਹ ਕਰਨਾ ਪਿਆ ਸੀ, ਓਪਨਲੀ ਕਹਿੰਦੇ ਨੇ। ਔਰ ਉਸ ਵੇਲੇ ਅਖਬਾਰਾਂ 'ਚ ਵੀ ਆਇਆ, ਮੈਨੂੰ ਯਾਦ ਹੈ ਮੈਂ ਉਸ ਓਪਨ ਸਟੇਟਮੈਂਟ ਤੇ ਨਹੀਂ ਹੈ ਕੋਈ, ਨਹੀਂ ਆਂਦੀ, ਤੁਸੀਂ ਲੱਭ ਲੈਣਾ ਜੇ ਤੁਹਾਨੂੰ, ਮੈਂ ਤਾਂ ਹੁਣ ਇੰਨਾ ਕੋਈ ਉਹਦਾ ਡਿਫੈਂਡ ਨਹੀਂ, ਉਹ ਤਾਂ ਸੁਗਤ ਜੀ ਉਹਨਾਂ ਨੂੰ ਕਹਿ ਦੋ, ਕਹਿੰਦੇ ਹੈਗੇ ਕਿ ਸਾਨੂੰ ਜਾਣ ਕੇ ਕਰਦੇ ਹੈਗੇ, ਕਈ ਵਾਰ ਇਹ ਵੀ ਹੋਇਆ। ਚਲੋ ਤੁਹਾਡੇ ਅੱਗੇ ਨਹੀਂ ਕਹਿੰਦੇ, ਔਨ ਰਿਕਾਰਡ ਤੁਹਾਡੇ ਕੋਲ ਔਨ ਰਿਕਾਰਡ ਕਹਿੰਦੇ ਹੋਣਗੇ। ਨਹੀਂ, ਮੇਰੇ ਕੋਲ ਔਨ ਰਿਕਾਰਡ ਨਹੀਂ ਹੈਗਾ। ਮੈਨੂੰ ਤਾਂ ਇੰਨਾ ਪਤਾ ਹੈ ਕਿ ਜਿਹੜੀ ਕਨਸਟੀਚੁਐਂਸੀ ਥੱਲੇ ਜਿਹੜੀ ਲੋਕਲ ਲੈਵਲ ਤੇ ਉੱਥੋਂ ਆਮ ਲੋਕਲ ਅਖਬਾਰਾਂ 'ਚ ਆਉਂਦਾ ਸੀਗਾ ਵੀ ਅੱਜ RSS ਨੇ, BJP ਨੇ ਇਸ ਕੈਂਡੀਡੇਟ ਨੂੰ ਸਪੋਰਟ ਕੀਤਾ। ਔਰ ਟ੍ਰਿਬਿਊਨ ਦਾ ਜੇ ਤੁਸੀਂ ਚੱਕ ਕੇ ਦੇਖ ਲਓ, ਉਹਨਾਂ ਦਿਨਾਂ ਦੇ ਉਹਨਾਂ 'ਚ ਸਟੋਰੀਆਂ ਲੱਗੀਆਂ ਹੋਈਆਂ ਨੇ। ਹੁਣ ਮੈਂ ਤਾਂ ਅਖਬਾਰ ਦੇ ਰਾਹੀਂ ਕਹਿ ਸਕਦਾ, ਮੈਨੂੰ ਕੋਈ ਡਾਇਰੈਕਟ ਤਾਂ ਕਿਸੇ ਤੋਂ ਇਨਫੋਰਮੇਸ਼ਨ ਹੈ ਨਹੀਂ। ਅੱਛਾ, ਆਪਾਂ ਅਗਲੇ ਮੁੱਦੇ ਤੇ ਆਈਏ। ਕਿਸਾਨ ਅੰਦੋਲਨ ਨੇ, ਜਿਵੇਂ ਤੁਸੀਂ ਕਿਹਾ ਨਾ ਪਹਿਲਾਂ, ਜਿਵੇਂ ਇਹ ਲਾਸਟ ਸੀਗਾ, ਕਿਸਾਨ ਅੰਦੋਲਨ ਨੇ ਕੀ, ਮਤਲਬ ਤੁਹਾਨੂੰ ਕੀ ਲੱਗਦਾ ਕੀ ਬਦਲ ਦਿੱਤਾ? ਦੇਖੋ, ਕਿਸਾਨ ਅੰਦੋਲਨ ਦਾ ਮੈਂ ਸਮਝਦਾ ਵੀ ਪੰਜਾਬ ਦੀ ਰਾਜਨੀਤੀ 'ਚ ਬੜੀ ਵੱਡੀ ਕੰਟਰੀਬਿਊਸ਼ਨ ਹੈ। ਔਰ 1994 ਤੋਂ ਬਾਅਦ ਜਦੋਂ ਲਿਬਰਲਾਈਜੇਸ਼ਨ ਦਾ ਫੇਜ਼ ਇੰਡੀਆ ਸ਼ੁਰੂ ਹੋਇਆ ਸੀ, ਇਕਨੋਮਿਕ ਲਿਬਰਲਾਈਜੇਸ਼ਨ ਦਾ, ਔਰ ਸਾਨੂੰ ਯਾਦ ਹੈ ਉਸ ਤੋਂ ਪਹਿਲੇ WTO ਦਾ, ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦਾ ਐਗਰੀਮੈਂਟ ਔਨ ਐਗਰੀਕਲਚਰ ਤੇ 1980 ਤੋਂ ਬਾਅਦ ਜਦੋਂ ਡਿਬੇਟ ਚੱਲਦਾ ਸੀ, ਤੇ ਉਦੋਂ ਇਹ ਗੱਲ ਹੁੰਦੀ ਸੀ ਕਿ ਪੰਜਾਬ ਦੀ ਐਗਰੀਕਲਚਰ ਨੀਡਸ, ਇਹਨੂੰ ਪ੍ਰੋਟੈਕਸ਼ਨ ਦੀ ਲੋੜ ਹੈ। ਤੁਸੀਂ ਇਸ ਐਗਰੀਕਲਚਰ ਨੂੰ ਮਾਰਕੀਟ ਦੇ ਅੱਗੇ ਨਹੀਂ ਰੱਖ ਸਕਦੇ, ਔਰ ਕਿਉਂਕਿ ਮਾਰਕੀਟ ਜਿਹੜੀ ਹੁੰਦੀ ਹੈ ਕੈਲਸ ਹੁੰਦੀ ਹੈ, ਔਰ ਮਾਰਕੀਟ ਗਰੀਬ ਦੀ ਆਵਾਜ਼ ਨਹੀਂ ਸੁਣਦੀ। ਔਰ ਕਿਉਂਕਿ ਫੂਡ ਜਿਹੜਾ ਹੈ ਉਹ ਗਰੀਬ ਲਈ ਹੁੰਦਾ, ਫੂਡ ਸਿਕਿਉਰਿਟੀ ਲਈ ਹੁੰਦਾ, ਦੇਸ਼ ਦੀ ਸੋਵਰੈਨਿਟੀ ਲਈ ਹੁੰਦਾ, ਤੇ ਕਿਸਾਨ ਦੇ ਲਾਈਵਲੀਹੁੱਡ ਲਈ ਵੀ ਹੁੰਦਾ। ਸੋ ਜਦੋਂ ਇਹ ਜਿਹੜੀ ਇੱਕ ਸੋਚ ਸੀਗੀ ਉਹ ਚੱਲ ਰਹੀ ਸੀ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਤੁਸੀਂ ਕਮਾਂਡ ਇਕੋਨਮੀ ਤੋਂ ਮਾਰਕੀਟ ਇਕੋਨਮੀ ਵੱਲ ਜਾਣ ਲੱਗ ਗਏ, ਪਰ ਐਗਰੀਕਲਚਰ ਜਾਂ ਫੂਡ ਨੂੰ ਕਮਾਂਡ ਇਕੋਨਮੀ 'ਚ ਰੱਖਣ ਦੀ ਇੱਕ ਕੋਸ਼ਿਸ਼, ਇਹ ਤਿੰਨਾਂ ਗੱਲਾਂ ਕਰਕੇ ਕਿ ਦੇਸ਼ 'ਚ ਬੜੇ ਲੋਕ ਜਿਨ੍ਹਾਂ ਨੂੰ ਅਨਾਜ ਨਹੀਂ ਮਿਲਦਾ, ਉਹਨਾਂ ਲਈ ਅਨਾਜ ਪੈਦਾ ਕਰਨਾ, ਔਰ ਉਹਨਾਂ ਨੂੰ ਜਿਹੜਾ ਪਬਲਿਕ ਡਿਸਟਰੀਬਿਊਸ਼ਨ ਸਿਸਟਮ ਦੇ ਰਾਹੀਂ ਉਹਨਾਂ ਤੱਕ ਅਨਾਜ ਪਹੁੰਚਾਉਣਾ ਹੈ। ਅੱਜ ਕੱਲ੍ਹ ਮੇਰਾ ਖਿਆਲ 70% ਦੇ ਕਰੀਬ ਲੋਕ ਫੂਡ, ਆਟਾ ਦਾਲ ਸਕੀਮ ਜਾਂ ਫੂਡ ਸਿਕਿਉਰਿਟੀ ਦੇ ਵਿੱਚ ਕਵਰ ਹੁੰਦੇ ਨੇ। ਔਰ ਦੂਸਰਾ, ਜੇ ਅਸੀਂ ਵਰਲਡ ਮਾਰਕੀਟ 'ਚ ਫੂਡ ਲੈਣ ਚਲੇ ਜਾਵਾਂਗੇ ਤੇ ਇੱਕ ਤਾਂ ਪ੍ਰਾਈਸਿਸ ਬੜੀਆਂ ਵੱਧ ਜਾਣਗੀਆਂ, ਔਰ ਦੂਜਾ ਜਿਹੜਾ ਇੱਥੇ ਰਾਇਟਸ ਵੀ ਹੋ ਸਕਦੇ ਨੇ, ਫੋਰਨ ਪਾਵਰ ਜਿਹੜੀਆਂ ਸਾਨੂੰ ਐਕਸਪਲੋਇਟ ਵੀ ਕਰ ਸਕਦੀਆਂ ਨੇ। ਇਸ ਕਰਕੇ ਫੂਡ ਜਿਹੜਾ ਬੜਾ ਅਸੈਂਸ਼ੀਅਲ ਕੰਪੋਨੈਂਟ ਹੈ ਕਿਸੇ ਵੀ ਕੰਟਰੀ ਦੀ ਇਕੋਨਮੀ ਲਈ ਔਰ ਰਾਜਨੀਤੀ ਲਈ। ਔਰ ਕਿਸਾਨ ਮੂਵਮੈਂਟ ਨੇ ਇਹ ਦੱਸਿਆ ਕਿ ਜੇ ਤੁਸੀਂ ਫੂਡ ਨੂੰ ਕਾਰਪੋਰੇਟਾਈਜ਼ ਡੋਮੇਨ 'ਚ ਪਾ ਦੋਗੇ, ਮਾਰਕੀਟ 'ਚ ਪਾ ਦੋਗੇ, ਇਹਦੇ 'ਚ ਭੁੱਖਮਰੀ ਤਾਂ ਵਧੂਗੀ। ਫੂਡ ਰਾਈਟਸ ਵੀ ਹੋ ਸਕਦੇ ਨੇ, ਔਰ ਇਹਦੇ ਨਾਲ ਦੇਸ਼ ਦੀ ਸੋਵਰੈਨਿਟੀ ਵੀ ਕੰਪਰੋਮਾਈਜ਼ ਹੋਏਗੀ, ਔਰ ਕਿਸਾਨ ਦੇ ਲਾਈਵਲੀਹੁੱਡ 'ਤੇ ਤਾਂ ਫਰਕ ਪਏਗਾ ਹੀ। ਔਰ ਇਹਦੇ ਨਾਲ ਐਨਵਾਇਰਨਮੈਂਟ ਦੇ ਬੜੇ ਡੈਮੇਜ ਹੋਣਗੇ, ਕਿਉਂਕਿ ਉਹ ਪ੍ਰੋਡਕਟਿਵਿਟੀ ਵਧਾ ਲੈਣਗੇ। ਜਿਵੇਂ ਅਸੀਂ ਇਹਦੇ 'ਚ ਕਹਿੰਦੇ ਹਾਂ ਵੀ ਐਗਰੀਕਲਚਰ ਸ਼ੈਲ ਫਲਰਿਸ਼, ਐਗਰੀਕਲਚਰਿਸਟ ਸ਼ੈਲ ਪੈਰਿਸ਼। ਵੀ ਐਗਰੀਕਲਚਰ ਦੀ ਤਾਂ ਪ੍ਰੋਡਕਟਿਵਿਟੀ ਵਧਾਈ ਜਾ ਸਕਦੀ ਹੈ, ਵਧੀਆ ਮਸ਼ੀਨਾਂ ਲਾ ਲਓ, ਵਧੀਆ ਟੈਕਨੋਲੋਜੀ ਲੈ ਆਓ, ਪਰ ਉਹਦੇ ਨਾਲ ਜਿਹੜਾ ਜ਼ਮੀਨ ਦਾ ਨੁਕਸਾਨ, ਐਨਵਾਇਰਨਮੈਂਟ ਦਾ ਨੁਕਸਾਨ, ਉਹ ਕਾਫੀ ਹੋਏਗਾ। ਤੋ ਇਸੇ ਕਰਕੇ ਇਹ ਜਿਹੜਾ ਕਿਸਾਨ ਮੂਵਮੈਂਟ ਨੇ ਸਾਲਾਂ ਪਹਿਲੇ ਜਿਹੜਾ ਇਹ ਮੁੱਦਾ ਲੈ ਕੇ ਆਂਦਾ ਹੈ, ਕਾਰਪੋਰੇਟਾਈਜੇਸ਼ਨ ਦੇ ਖਿਲਾਫ 1994 ਮਨਮੋਹਨ ਸਿੰਘ ਜੀ ਦੀ ਜਿਹੜੀ ਪਾਲਿਸੀ ਸੀ, ਉਹਦੇ ਖਿਲਾਫ ਜਦੋਂ ਇੱਕ ਸਾਰੀ ਕਿਸਾਨ ਮੂਵਮੈਂਟ ਖੜੀ ਹੁੰਦੀ ਹੈ ਔਰ ਕਹਿੰਦੀ ਹੈ ਵੀ ਜੇ ਅਸੀਂ ਕਾਰਪੋਰੇਟਾਈਜ਼ ਕਰਾਂਗੇ, ਲਿਬਰਲਾਈਜ਼ ਕਰਾਂਗੇ, ਉਹਦੇ ਨਾਲ ਕਿਸ ਤਰ੍ਹਾਂ ਦੇ ਗਰੀਬ 'ਤੇ ਇੰਪੈਕਟ ਪਏਗਾ, ਕਿਸ ਤਰ੍ਹਾਂ ਮਤਲਬ ਸਾਡੇ ਦੇਸ਼ ਦੀ ਸੋਵਰੈਨਿਟੀ 'ਤੇ ਇੰਪੈਕਟ ਹੋਏਗਾ, ਔਰ ਕਿਸਾਨ ਦੇ ਲਾਈਵਲੀਹੁੱਡ 'ਤੇ ਇੰਪੈਕਟ ਪਏਗਾ। ਮੈਂ ਸਮਝਦਾ ਬੜਾ ਵੱਡਾ ਮੁੱਦਾ ਰੇਜ਼ ਕੀਤਾ। ਔਰ ਇਸ ਲੈਵਲ ਦਾ ਮੁੱਦਾ ਕਾਰਪੋਰੇਟਾਈਜੇਸ਼ਨ ਦੇ ਖਿਲਾਫ, ਜਿਹਨੂੰ ਅਸੀਂ ਕਹਿੰਦੇ ਹਾਂ LPG ਸਟ੍ਰੈਟਜੀ, ਲਿਬਰਲਾਈਜੇਸ਼ਨ, ਗਲੋਬਲਾਈਜੇਸ਼ਨ ਐਂਡ ਪ੍ਰਾਈਵੇਟਾਈਜੇਸ਼ਨ, ਉਹਦੇ ਖਿਲਾਫ ਕੋਈ ਇਸ ਪੱਧਰ ਦੀ ਮੂਵਮੈਂਟ ਹਿੰਦੁਸਤਾਨ 'ਚ ਨਹੀਂ। ਕੀ ਇਹਨੇ ਪੰਜਾਬ ਦਾ ਪੋਲੀਟੀਕਲ ਨੈਰੇਟਿਵ ਵੀ ਬਦਲ ਦਿੱਤਾ? ਪੋਲੀਟੀਕਲ ਕਲਾਸ ਪ੍ਰਤੀ ਨਫ਼ਰਤ ਪੈਦਾ ਹੋਈ ਹੈ ਲੋਕਾਂ 'ਚ ਕਿਸਾਨ ਅੰਦੋਲਨ ਨੇ ਜਿਸ ਤਰ੍ਹਾਂ ਦੇ ਭਾਸ਼ਣ, ਜਿਸ ਤਰੀਕੇ ਨਾਲ ਅੰਗੇਜ ਕੀਤਾ ਪੰਜਾਬ ਨੇ? ਦੇਖੋ, ਇਹਦੇ 'ਚ ਜਿਹੜਾ ਇਹਨਾਂ ਨੇ 3 ਗੱਲਾਂ 'ਚ ਬਦਲਾਵ ਲਿਆਂਦਾ, ਔਰ ਮੈਂ ਸਮਝਦਾ ਉਹ 'ਚ ਨਫ਼ਰਤ ਨਹੀਂ, ਸ਼ਾਇਦ ਰਾਜਨੀਤੀ ਬਾਰੇ ਲੋਕਾਂ ਦੀ ਰਿਸਪੈਕਟ ਵਧੀ ਹੈ, ਕਿਉਂਕਿ ਕਿਸਾਨ ਅੰਦੋਲਨ ਨੇ ਰਾਜਨੀਤੀ ਦੀ ਇੱਕ ਨਵੀਂ ਪਰਿਭਾਸ਼ਾ ਦਿੱਤੀ। ਪਰਿਭਾਸ਼ਾ ਐਗਜ਼ਿਸਟ ਕਰਦੀ, ਉਹਨਾਂ ਨੇ ਕਿਹਾ ਕਿ ਰਾਜਨੀਤੀ ਦੀ ਆਪਣੀ ਇੱਕ ਹੋਂਦ ਹੁੰਦੀ ਹੈ, ਇੱਕ ਆਪਣੀ ਪ੍ਰਾਈਮੇਸੀ ਹੁੰਦੀ ਹੈ, ਤੇ ਕਿਹੜੀ ਰਾਜਨੀਤੀ ਤੁਸੀਂ ਫਾਲੋ ਕਰ ਰਹੇ ਹੋ। ਜੇ ਤੁਸੀਂ ਰਾਜਨੀਤੀ ਫਾਲੋ ਕਰ ਰਹੇ ਹੋ ਕਾਰਪੋਰੇਟਾਈਜੇਸ਼ਨ ਦੀ, ਜਾਂ ਜੇ ਰਾਜਨੀਤੀ ਵੀ ਇਹ ਐਕਟ ਇੱਦਾਂ ਦੇ ਨਹੀਂ ਹੋਣੇ ਚਾਹੀਦੇ ਉਹ ਵਾਲੀ, ਤੇ ਉਹਦੇ 'ਚ ਰੀਡਿਸਟਰੀਬਿਊਸ਼ਨ ਆਫ ਇਨਕਮ ਦੀ ਗੱਲ ਹੈ, ਉਧਰ ਮੈਕਸਿਮਾਈਜੇਸ਼ਨ ਆਫ ਕੰਜ਼ੰਪਸ਼ਨ ਦੀ ਗੱਲ ਹੈ ਜਾਂ ਪ੍ਰੋਡਕਸ਼ਨ ਦੀ ਗੱਲ ਹੈ। ਰਾਜਨੀਤੀ ਅਲੱਗ-ਅਲੱਗ ਹੈ। ਉਹਨਾਂ ਨੇ ਦੱਸਿਆ ਵੀ ਇਹ ਦੋਨੋਂ ਰਾਜਨੀਤੀ ਅਲੱਗ ਹੈ, ਔਰ ਇਸ ਕਰਕੇ ਜਿਹੜੀ ਭਾਰਤ ਸਰਕਾਰ ਹੈ ਉਹ ਆਪਣੇ ਇਹ ਐਕਟ ਨੂੰ ਵਾਪਸ ਲਵੇ, ਔਰ ਸਾਡੀ ਰਾਜਨੀਤੀ ਜਿਹੜੀ ਹੈ ਜਿਹਦੇ 'ਚ ਅਸੀਂ ਡਿਸਟਰੀਬਿਊਸ਼ਨ ਆਫ ਇਨਕਮ, ਗਰੀਬਾਂ ਤੱਕ ਫੂਡ ਪਹੁੰਚਾਉਣ ਦੀ, ਉਸ ਰਾਜਨੀਤੀ ਨੂੰ ਮੰਨੇ। ਇਹ ਵੀ ਆਈਡੀਓਲੋਜੀ ਹੈ ਇੱਕ, ਜਿਹਨੂੰ ਅਸੀਂ ਆਲਟਰਨੇਟ ਆਈਡੀਓਲੋਜੀ ਕਹਿੰਦੇ ਹਾਂ। ਪਰ ਮੈਂ ਕਹਿ ਰਿਹਾ ਕਿ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਆ ਪੰਜਾਬ ਦੀ, ਉਹਨੂੰ ਉਹਦਾ ਡਾਇਨਾਮਿਕਸ ਕਿਵੇਂ ਬਦਲਿਆ, ਉਹਦੇ ਮੈਂ ਦੱਸ ਰਿਹਾ
ਨਫ਼ਰਤ ਪੈਦਾ ਹੋਈ ਹੈ। ਨਹੀਂ, ਲੋਕ ਨਹੀਂ, ਜਿਹੜੇ ਨੇ ਮੈਂ- ਮੇਨਸਟ੍ਰੀਮ ਪਾਰਟੀਆਂ ਨੂੰ ਘਰੋਂ ਨਹੀਂ ਨਿਕਲਣ ਦੇ ਰਹੇ, ਨਹੀਂ। ਚਾਹੇ ਉਹ ਕਾਂਗਰਸ ਹੈ, ਅਕਾਲੀ ਦਲ ਹੈ, ਆਪ ਹੈ, ਮੈਂ ਉਹ 'ਚ ਬੀਜੇਪੀ ਦਾ ਤਾਂ ਬਾਈਕਾਟ ਹੀ ਹੈ। ਮੈਂ ਉਹਦੇ 'ਚ ਆ ਰਿਹਾ। ਪਹਿਲੀ ਗੱਲ ਤਾਂ ਇਹ ਹੈ ਵੀ ਉਹਨਾਂ ਨੇ ਇਹ ਕਿਹਾ ਕਿ ਪੋਲਿਟਿਕਸ ਦੀ ਪ੍ਰਾਇਮੇਸੀ ਹੁੰਦੀ ਹੈ, ਲਾ ਇਹ ਜਿਹੜੇ ਪੋਲੀਟੀਕਲ ਇਸ਼ੂ ਇਹਦਾ ਹੱਲ ਨਹੀਂ ਕਰਦਾ। ਇਸੇ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਦੇ ਨਾਲ ਵੀ ਅੰਗੇਜ ਕਰਨ ਨੂੰ ਮਨਾ ਕਰਤਾ, ਕਿਉਂਕਿ ਇਹਦਾ ਹੱਲ ਰਾਜਨੀਤਿਕ ਹੈ, ਪਾਰਲੀਮੈਂਟ ਨੇ ਕਰਨਾ, ਪੋਲੀਟੀਕਲ ਪਾਰਟੀਆਂ ਨੇ ਕਰਨਾ, ਇਹਦਾ ਹੱਲ ਸੁਪਰੀਮ ਕੋਰਟ ਨੇ ਨਹੀਂ ਕਰਨਾ। ਕਿਉਂਕਿ ਸੁਪਰੀਮ ਕੋਰਟ ਤਾਂ ਕਨਸਟੀਟਿਊਸ਼ਨ ਦੇ ਲਾ ਨਾਲ ਚੱਲਦੀ ਹੈ। ਜੇ ਅਸੀਂ ਲਾ ਦੇ ਵਿੱਚ ਹੀ ਸਾਰੀਆਂ ਅਮੈਂਡਮੈਂਟ ਕਰਤੀਆਂ ਤਾਂ ਸੁਪਰੀਮ ਕੋਰਟ ਤਾਂ ਕਹੂਗੀ ਤੁਹਾਡਾ ਪ੍ਰੋਟੈਸਟ ਇਲੀਗਲ ਹੈ। ਤੇ ਇਸ ਕਰਕੇ ਮੈਂ ਸਮਝਦਾ ਵੀ ਇਹਨਾਂ ਨੇ ਇਹ ਜਿਹੜਾ ਪੁਆਇੰਟ ਬੜਾ ਅੱਛਾ ਕਿਹਾ। ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਰਾਜਨੀਤਿਕ ਦਲ ਨੇ ਉਹਨਾਂ ਦਾ ਜਿਹੜਾ ਇੱਕ ਕੰਸੈਂਸਸ ਅਮਰਜ ਹੋਇਆ ਸੀ 94 ਤੋਂ ਬਾਅਦ ਔਨ ਦੀ ਰਿਫਾਰਮਸ ਦੇ ਪ੍ਰੋਸੈਸ ਤੇ, ਕਾਰਪੋਰੇਟਾਈਜੇਸ਼ਨ ਤੇ, ਉਹ ਕੰਸੈਂਸਸ ਉਹਨਾਂ ਨੇ ਜਦੋਂ ਇਹ ਮੂਵਮੈਂਟ ਚੱਲੀ ਉਹ ਉਸ ਕੰਸੈਂਸਸ ਵੱਲ ਸੀਗੇ ਸਾਰੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਹੈ, ਉਹ ਉਸ ਕਾਰਪੋਰੇਟਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਦੇ ਉਸੇ ਮਾਡਲ ਨੂੰ ਫਾਲੋ ਕਰ ਰਹੇ ਸਾਰੇ। ਤੇ ਜਦੋਂ ਇਹ ਮੂਵਮੈਂਟ ਚੱਲੀ ਤਾਂ ਸਾਰੇ ਹੀ ਉਸ ਮਾਡਲ ਦੇ ਉਲਟ ਖੜੇ ਸੀ। ਹੁਣ ਜਦੋਂ ਉਸ ਮਾਡਲ ਦੇ ਉਲਟ ਖੜੇ ਹੋ ਜਾਓ ਤੇ ਥੋੜੀ ਬਹੁਤ ਮੀਨ ਮੇਕ ਤੁਸੀਂ ਕੱਢ ਸਕਦੇ ਹੋ ਵੀ ਫਲਾਣੇ ਦੀ ਓਪੋਜੀਸ਼ਨ ਜ਼ਿਆਦਾ, ਉਹਦੀ ਘੱਟ ਹੈ, ਪਰ ਕੁਐਸਚਨ ਅੱਜ ਇਹ ਸੀ ਇਸ ਮੂਵਮੈਂਟ ਅੱਗੇ ਕਿ ਅਸੀਂ ਪਾਰਟੀਆਂ ਨੂੰ ਆਪਣੀ ਮੂਵਮੈਂਟ 'ਚ ਹਿੱਸਾ ਨਹੀਂ ਪਾਉਣ ਦੇਣਾ, ਕਿਉਂਕਿ ਇਹ ਉਸ ਦੂਜੇ ਪਾਸੇ ਪਹਿਲੇ ਖੜੇ ਸੀ। ਅੱਛਾ, ਹੁਣ ਇਹ ਪਾਰਟੀਆਂ ਨੇ ਉਹਨਾਂ ਨੇ ਕਿਹਾ ਵੀ ਠੀਕ ਹੈ, ਤੁਸੀਂ ਜਿਵੇਂ ਮੈਚ ਚੱਲ ਰਿਹਾ ਫੁੱਟਬਾਲ ਦਾ ਤੇ ਗਰਾਊਂਡ 'ਚ ਬਾਹਰ ਖੜੇ ਹੋ ਕੇ ਸਪੋਰਟ ਕਰੀ ਚਲੋ ਜਿਹੜੀ ਟੀਮ ਦੀ ਤੁਸੀਂ ਸਪੋਰਟ ਕਰਨੀ ਹੈ। ਤੇ ਮੇਨ ਪਾਰਟੀਆਂ ਨੇ, ਕਾਂਗਰਸ ਨੇ, ਆਮ ਆਦਮੀ ਪਾਰਟੀ, ਅਕਾਲੀ ਦਲ ਨੇ ਗਰਾਊਂਡ ਤੋਂ ਬਾਹਰ ਖੜੇ ਹੋ ਕੇ ਇਸ ਮੂਵਮੈਂਟ ਨੂੰ ਸਪੋਰਟ ਕਰਨ ਲੱਗ ਗਏ, ਇਸ ਟੀਮ ਨੂੰ, ਔਰ ਬੀਜੇਪੀ ਦੂਜੀ ਟੀਮ ਨੂੰ ਸਪੋਰਟ ਕਰਨ ਲੱਗ ਗਈ। ਸੋ ਹੁਣ ਕੁਐਸਚਨ ਇਹ ਆ ਜਾਂਦਾ ਹੈ, ਮੈਂ ਇਹ ਹੁਣ ਕਿਸਾਨ ਮੂਵਮੈਂਟ ਤੇ ਵੀ ਗੱਲ ਕਹਿਣਾ ਚਾਹਾਂਗਾ ਕਿ ਜਦੋਂ ਤੁਹਾਨੂੰ ਜਿਹੜੇ ਲੋਕ ਸਪੋਰਟ ਕਰ ਰਹੇ ਨੇ ਉਹਨਾਂ ਦੀ ਸਪੋਰਟ ਲੈਣ 'ਚ ਇਤਰਾਜ਼ ਨਹੀਂ ਹੋਣਾ ਚਾਹੀਦਾ, ਔਰ ਜਿਹੜੇ ਅਪੋਜ਼ ਕਰ ਰਹੇ ਨੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਵੀ ਆਪਣੀ ਗੱਲ ਕਹਿਣ, ਤੇ ਉਹਨਾਂ ਨੂੰ ਗੱਲ, ਇਹ ਡੈਮੋਕ੍ਰੇਸੀ ਦਾ ਇੱਕ ਤਕਾਜ਼ਾ ਹੈ। ਔਰ ਤੁਸੀਂ ਉਹਨਾਂ ਦੀ ਗੱਲ ਨੂੰ ਰਿਫਿਊਟ ਕਰੋ। ਹੁਣ ਜਿਵੇਂ ਬੀਜੇਪੀ ਹੈ, ਮੈਂ ਸਮਝਦਾ ਉਹਨਾਂ ਦਾ ਸਟੈਂਡ ਬਿਲਕੁਲ ਗਲਤ ਹੈ, ਕਿਉਂਕਿ ਮੈਂ ਤਾਂ ਕਾਰਪੋਰੇਟਾਈਜੇਸ਼ਨ ਦੇ ਖਿਲਾਫ ਹਾਂ, ਪਰ ਮੈਂ ਇਹ ਨਹੀਂ ਕਹਾਂਗਾ ਕਿ ਉਹਨਾਂ ਨੂੰ ਬੋਲਣ ਦਾ ਹੱਕ ਨਹੀਂ ਹੈ, ਲੋਕਾਂ ਨੂੰ ਤੱਕ ਆਪਣੀ ਗੱਲ ਪਹੁੰਚਾਉਣ ਦਾ ਹੱਕ ਨਹੀਂ ਹੋਣਾ ਚਾਹੀਦਾ। ਉਹ ਘਿਰਾਓ ਕਰੋ, ਉਹਨਾਂ ਨੂੰ ਮਾਰੋ ਕੁੱਟੋ, ਗਲਤ ਹੈ। ਹੁਣ ਗੱਲ ਕਰੋ ਉਹਨਾਂ ਨਾਲ, ਉਹਨਾਂ ਨੂੰ ਦੱਸੋ ਵੀ ਤੁਸੀਂ ਗਲਤ ਹੋ, ਔਰ ਤੁਸੀਂ ਲੋਕਾਂ ਦੀ ਫੂਡ ਸਿਕਿਉਰਿਟੀ ਖਤਰੇ 'ਚ ਪਾ ਰਹੇ ਹੋ, ਤੁਸੀਂ ਦੇਸ਼ ਦੀ ਸੋਵਰੈਂਟੀ ਖਤਰੇ 'ਚ ਪਾ ਰਹੇ ਹੋ, ਤੁਸੀਂ ਕਿਸਾਨ ਦਾ ਸਰਵਾਈਵਲ ਖਤਰੇ 'ਚ ਪਾ ਰਹੇ ਹੋ। ਇੱਥੇ ਡਿਬੇਟ ਹੋ ਜਾਏ, ਇੱਥੇ ਗੱਲ ਹੋ ਜਾਏ, ਪਰ ਉਹਨਾਂ ਨੂੰ ਬਾਈਕਾਟ ਕਰਨਾ, ਮੈਂ ਇਹਨੂੰ ਵੀ ਕਿਸੇ ਲੈਵਲ ਤੇ ਜਿਹੜੀ ਭਾਰਤ ਸਰਕਾਰ ਕਰਦੀ ਹੈ ਜਿਹੜਾ ਕੰਮ, ਜਿਹਨੂੰ ਆਪਾਂ ਜੇ ਕਹਿ ਦਈਏ ਤਾਲਬਨਾਈਜੇਸ਼ਨ ਦਾ ਕੰਮ, ਉਹ ਵੀ ਤਾਲਬਨਾਈਜੇਸ਼ਨ ਦੇ ਸਿੰਪਟਮ ਇਹ ਵੀ ਉਹੀ ਹੈ ਜੋ ਭਾਰਤ ਸਰਕਾਰ ਦੇ ਨੇ, ਤੇ ਅਸੀਂ ਦੋਨਾਂ ਨੂੰ ਅਪੋਜ਼ ਕਰਦੇ, ਇਹ ਸਿੰਪਟਮ ਨੂੰ ਅਪੋਜ਼ ਕਰਦੇ ਹਾਂ। ਕਿਸਾਨ ਮੂਵਮੈਂਟ ਨੂੰ ਪੂਰਾ ਸਪੋਰਟ ਕਰਦੇ ਹਾਂ, ਕਿਉਂਕਿ ਕਿਸਾਨ ਮੂਵਮੈਂਟ ਨੇ ਤੁਹਾਨੂੰ ਮੈਂ ਦੱਸਿਆ ਹੋਰ ਬੜੇ ਚੰਗੇ ਮੁੱਦੇ ਅੱਗੇ ਲਿਆਂਦੇ। ਇਹ ਤਾਂ ਛੋਟੇ ਜਿਹੜੇ ਵਿਵਹਾਰਿਕ ਲੈਵਲ ਤੇ ਕੁਝ ਡਿਸਟੋਰਸ਼ਨ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਹੋ ਸਕਦੀ ਹੈ, ਕਿਉਂਕਿ 32 ਕਿਸਾਨ ਯੂਨੀਅਨ ਜਾਂ 36 ਕਿਸਾਨ ਯੂਨੀਅਨ ਦੇ ਆਪਸ 'ਚ ਡਿਫਰੈਂਸਿਸ ਆਫ ਓਪੀਨੀਅਨ ਹੋ ਸਕਦੇ ਨੇ। ਜਿਵੇਂ ਇੱਕ ਉਗਰਾਵਾਂ ਗਰੁੱਪ ਨੇ ਕਿਹਾ ਵੀ ਅਸੀਂ ਕਿਸਾਨ ਪਾਰਟੀ ਨੂੰ ਹੱਕ ਹੈ ਆਪਣੀ ਗੱਲ ਕਹਿਣ ਦਾ, ਉਹਨਾਂ ਨੂੰ ਕਹਿਣ ਦਾ ਮੌਕਾ ਮਿਲਣਾ ਚਾਹੀਦਾ। ਮੈਂ ਸਮਝਦਾ ਬੜਾ ਅੱਛੀ ਗੱਲ ਕਹੀ ਹੈ। ਸੋ ਇਹਦੇ ਵਿੱਚ ਵੀ ਜਿਹੜਾ ਮੈਨੂੰ ਲੱਗਦਾ ਵੀ ਇਹ ਵਿਚਾਰ ਜਿਹੜਾ ਇਹ, ਔਰ ਤੀਸਰਾ ਗੱਲ ਜਿਹੜੀ ਇਹਨਾਂ ਨੇ ਅੱਗੇ ਲੈ ਕੇ ਆਂਦੀ ਹੈ ਇਸ ਮੂਵਮੈਂਟ ਨੇ ਰਾਜਨੀਤੀ 'ਚ, ਕਿ ਜਿਹੜਾ ਫੈਡਰਲ ਪ੍ਰਿੰਸੀਪਲ ਸੀ ਉਹਨੂੰ ਰੀਡਿਫਾਈਨ ਕਰਨ ਦੀ ਗੱਲ ਕੀਤੀ ਹੈ। ਖਾਲੀ ਸਿੰਪਲ ਉਸ ਢੰਗ 'ਚ ਨਹੀਂ ਵੀ ਇਹ ਸਟੇਟਾਂ ਦਾ ਮਸਲਾ ਸੀ, ਵੀ ਸਟੇਟ ਤਾਂ ਆਪ ਕਾਰਪੋਰੇਟਾਈਜ਼ ਹੋ ਰਹੀਆਂ, ਇਹ ਪਾਰਟੀਆਂ ਆਪ ਸਟੇਟ 'ਚ ਰਾਜ ਕਰਦੀਆਂ। ਸਾਲਾਂ ਪਹਿਲੇ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਕੰਮ ਹੋਇਆ 1988 'ਚ ਰਾਜੀਵ ਗਾਂਧੀ ਜੀ ਪੈਪਸੀ ਨੂੰ ਲੈ ਕੇ ਆਏ ਪੰਜਾਬ 'ਚ, ਅੰਮ੍ਰਿਤਸਰ 'ਚ ਅਨਾਊਂਸਮੈਂਟ ਕੀਤੀ, ਔਰ ਪੈਪਸੀ ਦੇ ਆਉਣ ਦੇ ਨਾਲ ਸਾਰੀ ਪੰਜਾਬ 'ਚ ਪ੍ਰਾਈਵੇਟਾਈਜੇਸ਼ਨ ਕੰਟਰੈਕਟ ਫਾਰਮਿੰਗ ਦਾ ਸ਼ੁਰੂਆਤ ਹੋਈ, ਔਰ ਉਸ ਤੋਂ ਬਾਅਦ ਪੈਪਸੀ ਜਿਹੜੀ ਸੀਗੀ ਕੁਝ ਸਮੇਂ ਤੱਕ ਐਕਟਿਵ ਰਹੀ, ਉਸ ਤੋਂ ਬਾਅਦ ਉਹ ਕੰਸਨਟਰੇਟ ਬਣਾਉਣ ਲੱਗ ਗਏ ਤੇ ਆਪਣਾ ਕੰਮ ਖਤਮ ਹੋ ਗਿਆ। ਸੋ ਇਹ ਜਿਹੜੀਆਂ ਸਾਰੀਆਂ ਇਸ ਡਿਬੇਟ ਦੇ ਵਿੱਚ ਇਹ ਜਿਹੜਾ ਮੂਵਮੈਂਟ ਦੇ ਵਿੱਚੋਂ ਗੱਲ ਨਿਕਲ ਕੇ ਆਈ ਕਿ ਤੁਸੀਂ ਜਿਹੜਾ ਇਹ ਸਾਰਾ ਕੰਮ ਕੀਤਾ ਅੱਜ ਤੱਕ, ਉਹਦੇ ਵਿੱਚ ਆਲਟਰਨੇਟਿਵ ਜਿਹੜੇ ਸੀਗੇ ਉਹ ਪੈਦਾ ਨਹੀਂ ਕੀਤੇ। ਸੋ ਇਹ ਆਲਟਰਨੇਟਿਵ ਦੀ ਜਿਹੜੇ ਵੱਲ ਇਸ਼ਾਰਾ ਵੀ ਕਰਦੀ ਹੈ ਮੂਵਮੈਂਟ ਕਿ ਸਾਨੂੰ ਆਲਟਰਨੇਟ ਦੇਖਣੇ ਚਾਹੀਦੇ ਆ ਵੀ ਐਗਰੀਕਲਚਰ 'ਚ ਕਿਹੜੇ ਹੋ ਸਕਦੇ ਨੇ, ਖਾਲੀ ਇਹ ਐਕਟ ਵਾਪਸ ਹੋਣ ਦੀ ਗੱਲ ਨਹੀਂ ਹੈ, ਇਹ 'ਚੋਂ ਕਿਹੜੇ ਹੋਰ ਆਲਟਰਨੇਟਿਵ ਨਿਕਲ ਕੇ ਆਉਣ। ਇਹ ਮੂਵਮੈਂਟ ਉਸ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਐਗਰੀਕਲਚਰ ਦਾ ਕ੍ਰਾਈਸਿਸ ਕੀ ਉਹਨੂੰ ਸਮਝਿਆ ਜਾਵੇ, ਲੋਕਾਂ ਦਾ ਕ੍ਰਾਈਸਿਸ ਕੀ ਉਹਨੂੰ ਸਮਝਿਆ ਜਾਵੇ, ਫਿਰ ਉਹ 'ਚੋਂ ਹੱਲ ਲੱਭੇ ਜਾਣ। ਤੁਸੀਂ 2-3 ਚੀਜ਼ਾਂ ਕਹੀਆਂ ਕਿ ਜਿਵੇਂ 4 ਚੀਜ਼ਾਂ ਦੇ ਫੇਜ਼ ਦੱਸੇ, 47 ਵੀ, 66 ਵੀ, ਉਸ ਤੋਂ ਬਾਅਦ ਕਿਸਾਨ ਤੇ ਚੰਨੀ ਵਾਲਾ ਮਸਲਾ, ਵਿੱਚ ਹੋਰ ਵੀ ਬਹੁਤ ਸਾਰਾ ਕੁਛ ਹੋ, ਪਰ ਮੈਨੂੰ ਲੱਗਦਾ ਇੱਕ ਚੀਜ਼ ਜਿਹੜੀ 84 ਹੈਗਾ, 84 ਨੇ ਵੀ ਪੰਜਾਬ ਦੀ ਪੋਲਿਟਿਕਸ ਦਾ ਡਾਇਨਾਮਿਕਸ ਬਦਲਿਆ। 84 ਦੇ ਪੂਰੇ, ਚਾਹੇ ਉਹ ਦਿੱਲੀ ਸੀ, ਦਿੱਲੀ ਦਾ ਅਸਰ ਵੀ ਜਿਵੇਂ ਲਖੀਮਪੁਰ ਖੀਰੀ 'ਚ ਓਨਾ ਅਸਰ ਨਹੀਂ ਜਿੰਨਾ ਪੰਜਾਬ ਤੇ ਉਸ ਘਟਨਾ ਦਾ ਅਸਰ ਹੈ, ਇਸੇ ਤਰ੍ਹਾਂ 84 ਦੀ ਘਟਨਾ ਨੇ ਵੀ ਪੰਜਾਬ ਨੂੰ ਬਦਲਿਆ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਬਿਲਕੁਲ ਠੀਕ ਗੱਲ ਹੈ, ਕਿਉਂਕਿ
ਪੰਜਾਬ ਦੀ ਰਾਜਨੀਤੀ ਜੇ ਅਸੀਂ ਦੇਖੀਏ 1947 ਤੋਂ 66 ਤੱਕ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਸੀ। ਉਹ 'ਚ ਮੂਵਮੈਂਟ ਦਾ ਇਤਿਹਾਸ ਸੀਗਾ। ਉਹਦੇ 'ਚ ਮੂਵਮੈਂਟ ਸ਼ੇਪ ਹੁੰਦੀ ਹੈ ਔਰ 66 ਤੋਂ ਬਾਅਦ ਜਦੋਂ ਪੰਜਾਬੀ ਸੂਬਾ ਬਣ ਜਾਂਦਾ ਹੈ ਕਿ ਗ੍ਰੀਨ ਰੈਵੋਲੂਸ਼ਨ ਆ ਜਾਂਦਾ, ਉਦੋਂ ਇੱਕ ਨਵੀਂ ਲੀਡਰਸ਼ਿਪ ਅਮਰਜ ਹੁੰਦੀ ਹੈ ਕਿਸਾਨੀ ਦੀ। ਕਿਸਾਨਾਂ ਦੇ ਵਿੱਚੋਂ ਲੀਡਰਸ਼ਿਪ ਆਉਂਦੀ ਹੈ, ਅਕਾਲੀ ਦਲ 'ਚ ਵੀ ਆਉਂਦੀ ਹੈ, ਬਾਕੀ ਪਾਰਟੀਆਂ 'ਚ ਵੀ ਆਉਂਦੀ ਹੈ ਔਰ ਉਹਦੇ ਨਾਲ ਜਿਹੜਾ ਇੱਕ ਬੀਜੇਪੀ ਦੇ ਟ੍ਰੇਡਿੰਗ ਜਿਹੜੀ ਕੋਈ ਗਰੁੱਪ ਹੈ ਉਹ ਵੀ ਅਮਰਜ ਹੁੰਦੇ ਨੇ ਪੰਜਾਬ 'ਚ। ਔਰ ਜਿਹੜਾ 84 ਦਾ ਜਿਹੜਾ ਹੈਗਾ ਉਹਨੇ ਜਿਹੜਾ ਇੱਕ ਡਿਸਕੋਰਸ ਬਦਲਿਆ ਪੰਜਾਬ ਦਾ, ਉਹ 'ਚ ਬੜਾ ਇੰਟਰਸਟਿੰਗ ਡਿਸਕੋਰਸ ਹੈ ਕਿ 84 ਦੇ ਸਾਰੇ ਤੋਂ ਬਾਅਦ ਈਵੈਂਟ 'ਚੋਂ ਕਾਂਗਰਸ ਪਾਰਟੀ ਨੂੰ ਮੇਨ ਵਿਲਨ ਬਣ ਕੇ ਨਿਕਲੀ ਉਸ ਮੂਵਮੈਂਟ 'ਚੋਂ। 84 ਦੇ ਪੋਸਟ ਜਿਹੜਾ ਹੋਇਆ, ਤੁਸੀਂ 92 ਤੋਂ ਬਾਅਦ ਕਹਿ ਲਓ, ਔਰ ਅੱਜ ਬੀਜੇਪੀ ਮੇਨ ਵਿਲਨ ਬਣ ਰਹੀ ਹੈ। ਦੇਖੋ ਬੜੇ ਇੰਟਰਸਟਿੰਗ ਦੋਨੋਂ ਨੈਸ਼ਨਲ ਪਾਰਟੀਆਂ ਨੇ ਔਰ ਮੈਂ ਸਮਝਦਾ ਕਿ ਦੋਨਾਂ ਦੇ ਬਾਰੇ ਜਿਹੜਾ ਲੋਕਾਂ ਦਾ ਵਿਚਾਰ ਹੈ ਜਿਹੜਾ ਉਸ ਵੇਲੇ ਸੀ ਕਾਂਗਰਸ ਬਾਰੇ, ਜਿਹੜਾ ਹੁਣ ਬੀਜੇਪੀ ਬਾਰੇ ਹੈ, ਸ਼ਾਇਦ ਇੱਕੋ ਹੀ ਹੈ ਕਿ ਇਹ ਦੋਨੋਂ ਪਾਰਟੀਆਂ ਜਿਹੜੀਆਂ ਨੇ ਸਾਡੇ ਰੀਜਨਲ ਇੰਟਰਸਟ ਦੇ ਖਿਲਾਫ ਨੇ ਔਰ ਸਾਡੇ ਜਿਹੜੇ ਇੱਕ ਜਿਹੜੀ ਸਾਂਪਰਦਾਇਕ ਰਾਜਨੀਤੀ ਨੂੰ ਕਿਸੇ ਨਾ ਕਿਸੇ ਲੈਵਲ 'ਤੇ ਇਹ ਸ਼ਹਿ ਦਿੰਦੇ ਨੇ ਔਰ ਉਹਦੇ ਨਾਲ ਪੰਜਾਬ ਦਾ ਪੀਸ ਡਿਸਟਰਬ ਹੁੰਦਾ। ਮੈਂ ਇਹ ਸਮਝਦਾ ਕਿ ਅੱਜ ਡਿਬੇਟ ਉਸ ਲੈਵਲ ਦਾ ਵੀ ਖੜਾ ਹੈਗਾ ਔਰ ਇਸੇ ਕਰਕੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਡਿਫਰੈਂਟ ਰੀਜਨਸ, ਉਹਨਾਂ ਦੇ ਰੈਲੇਵੈਂਸ ਵੱਧ ਗਈ ਹੈ। ਹੁਣ ਇਹਦੇ 'ਚ ਚੈਲੰਜ ਆ ਜਾਂਦਾ ਹੈ ਸਾਰਿਆਂ ਨਾਲੋਂ ਵੱਡਾ ਕਿ ਜਿਹੜਾ ਕੋਈ ਆਲਟਰਨੇਟਿਵ ਅਮਰਜ ਹੋਣਾ ਉਹ ਰੀਜਨਲ ਆਲਟਰਨੇਟਿਵ ਹੋਵੇ, ਨਾ ਕਿ ਨੈਸ਼ਨਲ ਲੈਵਲ ਦਾ ਕੋਈ ਬਾਈ ਪ੍ਰੋਡਕਟ ਹੋਵੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਬੀਜੇਪੀ ਹੈ, ਚਾਹੇ ਉਹ ਕਾਂਗਰਸ ਹੈ। ਹੁਣ ਇਸ ਵੇਲੇ ਜੇ ਇੱਕੋ ਹੀ ਪਾਰਟੀ ਰਹਿ ਜਾਂਦੀ ਆ ਅਕਾਲੀ ਦਲ ਜਿਹੜੀ ਕਿ ਰੀਜਨਲ ਹੈ, ਜੇ ਉਹਨੂੰ ਚੈਲੰਜ ਦੇਣਾ ਤਾਂ ਇੱਕ ਰੀਜਨਲ ਚੈਲੰਜ ਹੀ ਅਮਰਜ ਹੋਵੇ ਇਸ ਰੀਜਨ ਤੋਂ ਹੀ। ਮੈਂ ਸਮਝਦਾ ਵੀ ਉਹ ਜ਼ਿਆਦਾ ਇੱਕ ਆਲਟਰਨੇਟਿਵ ਦੇ ਪਾਏਗਾ ਇਸ ਰਾਜਨੀਤੀ ਨੂੰ, ਨਾ ਕਿ ਇਹ ਜਿਹੜੀਆਂ ਕਿਉਂਕਿ ਜੇ ਨੈਸ਼ਨਲ ਪਾਰਟੀਆਂ ਆਪਣੇ ਏਜੰਡੇ ਨੂੰ ਰੀਜਨਲਾਈਜ਼ ਨਹੀਂ ਕਰਦੀਆਂ ਔਰ ਜੇ ਰੀਜਨਲ ਪਾਰਟੀਆਂ ਆਪਣੇ ਰੀਜਨਲ ਏਜੰਡੇ ਨੂੰ ਨੈਸ਼ਨਲਾਈਜ਼ ਨਹੀਂ ਕਰਦੀਆਂ ਤੇ ਇਹ ਦੋਨਾਂ ਦਾ ਨੁਕਸਾਨ ਹੁੰਦਾ ਹੈ। ਮੈਂ 84 ਬਾਰੇ ਇਸ ਪੱਖ ਤੋਂ ਵੀ ਪੁੱਛ ਰਿਹਾ ਸੀਗਾ, ਜਿਵੇਂ ਤੁਸੀਂ ਕਹਿ ਰਹੇ ਹੋ CM ਚੰਨੀ ਦੇ ਬਣਨ ਦੇ ਨਾਲ ਜਾਂ ਜੋ ਕਾਂਗਰਸ ਦੀ ਇੱਕ ਪੋਲੀਟਿਕਸ ਸੀ, ਜੋ ਮੈਨੀਪੂਲੇਸ਼ਨ ਦੀ ਪੋਲੀਟਿਕਸ ਤੁਸੀਂ ਕਹਿ ਰਹੇ ਹੋ, ਉਹਦੇ ਨਾਲ ਪੰਜਾਬ ਦੀ ਰਾਜਨੀਤੀ 'ਤੇ ਇੱਕ ਅਸਰ ਪਿਆ ਗਾ ਦਿਖਵੇਂ ਰੂਪ ਦੇ ਅੰਦਰ। 84 ਨੇ ਅਜਿਹਾ ਕੀ ਕੀਤਾ ਪੰਜਾਬ ਦੇ ਅੰਦਰ? 84 ਦੇ ਨਾਲ ਪੰਜਾਬ ਦੀ ਰਾਜਨੀਤੀ ਕਿਵੇਂ ਬਦਲੀ? ਦੇਖੋ ਪੰਜਾਬ ਦੇ ਵਿੱਚ 84 ਤੋਂ ਬਾਅਦ ਜੇ ਤੁਸੀਂ ਦੇਖੋ ਮੇਨ ਈਵੈਂਟ ਕੀ ਹੁੰਦਾ, ਆਪਰੇਸ਼ਨ ਬਲੂ ਸਟਾਰ ਹੁੰਦਾ, ਸਿੱਖ ਕਾਰਨੇਜ ਅਗੇਂਸਟ ਜਿਹੜਾ ਹੁੰਦਾ ਦਿੱਲੀ 'ਚ ਹੁੰਦਾ, ਅਲੱਗ-ਅਲੱਗ ਜਗ੍ਹਾ 'ਤੇ ਹੁੰਦਾ। ਔਰ ਪੰਜਾਬ 'ਚ ਇੰਟਰਸਟਿੰਗ ਹੈ, ਪੰਜਾਬ 'ਚ ਦੰਗੇ ਨਹੀਂ ਹੁੰਦੇ, ਬਾਕੀ ਜਗ੍ਹਾ 'ਤੇ ਹੁੰਦੇ ਨੇ। ਔਰ ਉਹ ਪੰਜਾਬ ਦੀ ਰਾਜਨੀਤੀ 'ਚ ਜਿਹੜਾ ਬਦਲਾਅ ਆਉਂਦਾ ਹੈ ਕਿ 1997 ਤੁਹਾਨੂੰ ਸਿੱਧਾ ਨਜ਼ਰ ਆ ਜਾਂਦਾ ਹੈ, ਜਿਸ 'ਚ ਇੱਕ ਮੋਗਾ ਡੈਕਲੇਰੇਸ਼ਨ ਕੀਤੀ ਜਾਂਦੀ ਹੈ ਪੰਜਾਬੀ ਆਇਡੈਂਟੀਟੀ ਦੀ, ਪੰਜਾਬੀਅਤ ਦੀ। ਅਕਾਲੀ ਬੀਜੇਪੀ ਮਿਲ ਕੇ ਉਹਨੂੰ ਡੈਕਲੇਰੇਸ਼ਨ ਨੂੰ ਕਹਿੰਦੇ ਨੇ ਵੀ ਹੁਣ ਕੋਈ ਵੀ ਜੇ ਡਿਸਕ੍ਰਿਮੀਨੇਸ਼ਨ ਹੋਏਗਾ ਉਹ ਡਿਸਕ੍ਰਿਮੀਨੇਸ਼ਨ ਪੰਜਾਬੀਆਂ ਦੇ ਖਿਲਾਫ ਮੰਨਿਆ ਜਾਏਗਾ, ਨਾ ਕਿ ਖਾਲੀ ਸਿੱਖਾਂ ਦੇ ਖਿਲਾਫ। ਉੱਥੇ ਇੱਕ ਕਿਸਮ ਦੀ ਯੂਨਿਟੀ ਜਿਹੜੀ ਸੀ ਅਕ੍ਰੋਸ ਰਿਲੀਜਨ ਉਹ ਬਿਲਡ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਹੁਣ ਇਕੱਠੇ ਹੋ ਕੇ ਜਿਹੜੇ ਸਾਡੇ ਖਿਲਾਫ ਧੱਕਾ ਕਰਦੇ ਨੇ ਪੰਜਾਬੀਆਂ ਦੇ ਖਿਲਾਫ ਉਹਨੂੰ ਖਾਲੀ ਸਿੱਖਾਂ ਦੇ ਖਿਲਾਫ ਧੱਕਾ ਨਾ ਮੰਨਿਆ ਜਾਏ, ਸਾਰੇ ਪੰਜਾਬੀਆਂ ਦੇ ਖਿਲਾਫ ਮੰਨਿਆ ਜਾਵੇ। ਮੈਂ ਸਮਝਦਾ ਵੀ ਉਹ ਜਿਹੜੀ ਇੱਕ ਵੱਡੇ ਪੱਧਰ 'ਤੇ ਚੇਂਜ ਆਈ ਸੀ, ਕੁਆਲਿਟੇਟਿਵ ਚੇਂਜ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਪੰਜਾਬੀ ਆਇਡੈਂਟੀਟੀ ਦੀ ਗੱਲ ਕੀਤੀ ਗਈ, ਪੰਜਾਬੀਅਤ ਦੀ ਗੱਲ ਕੀਤੀ ਗਈ। ਔਰ ਜਦੋਂ ਇਹ ਹੁਣ ਕਾਂਗਰਸ ਪਾਰਟੀ ਸਿੱਖ ਤੇ ਹਿੰਦੂ ਦੀ ਗੱਲ ਕਰਨ ਲੱਗ ਗਈ, ਤਾਂਹੀਓ ਮੈਂ ਇਹਨੂੰ ਇਕੁਏਟ ਕਰਦਾ ਸੀ ਪੰਜਾਬੀ ਸੂਬੇ ਦੇ ਨਾਲ, ਜਿਹੜਾ ਇੱਕ ਸਫ਼ਰ ਤੈਅ ਕੀਤਾ ਸੀ। ਔਰ ਸਫ਼ਰ ਬੜਾ ਇੱਕ ਦੁਖਾਂਤ ਸੀ ਵੱਡਾ, ਜਿਸ 'ਚ ਕਿੰਨੇ ਹਜ਼ਾਰ 30-40 ਹਜ਼ਾਰ ਯੂਥ ਮਰ ਗਿਆ, ਉਹਦੇ 'ਚ ਪੰਜਾਬ ਦੇ ਇੱਕ ਸੰਤਾਪ ਇੰਨਾ ਵੱਡਾ ਹੋਇਆ। ਉਹ 'ਚੋਂ ਗੱਲ ਨਿਕਲ ਕੇ ਆਈ ਕਿ ਪੀਸ ਤੇ ਹਾਰਮਨੀ ਔਰ ਆਪਸ 'ਚ ਭਾਈਚਾਰਾ, ਜੇ ਇਹ ਹੋਊਗਾ ਤੇ ਪੰਜਾਬ ਲੰਬੇ ਸਮੇਂ ਤੱਕ ਸਰਵਾਈਵ ਕਰੇਗਾ ਔਰ ਉਹ 'ਚ ਚੰਗੀਆਂ ਟੈਂਡੈਂਸੀਜ਼ ਉੱਭਰ ਕੇ ਅੱਗੇ ਆਉਣਗੀਆਂ। ਇਹ ਲੈਸਨ ਬੜਾ ਵੱਡਾ ਉਦੋਂ ਮਿਲਿਆ ਸੀ ਔਰ ਉਸ ਲੈਸਨ ਨੂੰ ਲੋਕਾਂ ਨੇ ਯਾਦ ਲਿਆ ਹੋਇਆ, ਪਰ ਰਾਜਨੀਤਿਕ ਦਲ ਇਸ ਲੈਸਨ ਨੂੰ ਭੁੱਲ ਜਾਂਦੇ ਨੇ ਆਪਣੀ ਸੱਤਾ ਦੀ ਲੜਾਈ 'ਚ। ਇਸੇ ਕਰਕੇ ਸੱਤਾ ਦੇ ਲੜਾਈ ਦੇ ਵਿੱਚ ਕੀ ਹੁੰਦਾ ਹੈ ਕਿ ਜੇ ਪੋਲੀਟੀਕਲ ਮੂਵਮੈਂਟ 'ਚ ਕਿਸਾਨ ਹੈ ਤੇ ਸੱਤਾ ਦੀ ਲੜਾਈ 'ਚ ਉਹ ਜੱਟ ਬਣ ਜਾਂਦਾ ਜਾਂ ਹੀਰ ਬਣ ਜਾਂਦਾ ਜਾਂ ਕੁਰਮੀ ਬਣ ਜਾਂਦਾ ਜਾਂ ਕੰਬੋ ਬਣ ਜਾਂਦਾ, ਉਹ ਇਮੀਡੀਏਟਲੀ ਉਹਨੂੰ ਚੇਂਜ ਕਰ ਦਿੰਦੇ ਨੇ। ਸੋ ਇਲੈਕਟੋਰਲ ਪੋਲੀਟਿਕਸ ਦਾ ਜਿਹੜਾ ਇੱਕ ਇਹ ਡੇਂਜਰਸ ਆਸਪੈਕਟ ਹੈ, ਉਹ ਜਿਹਦੇ 'ਚ ਤੁਸੀਂ ਲੋਕਾਂ ਨੂੰ ਕਾਸਟ ਧਰਮ ਦੇ ਲੈਵਲ 'ਤੇ ਤੋੜਦੇ ਹੋ। ਔਰ ਕਿਉਂ ਤੋੜਦੇ ਹੋ? ਇਸ ਕਰਕੇ ਕਿ ਜਿਹੜੇ ਤੁਸੀਂ ਪ੍ਰੋਮਿਸਿਸ ਕਰਦੇ ਹੋ ਉਹ ਤਾਂ ਪ੍ਰਸ਼ਾਂਤ ਕਿਸ਼ੋਰ ਜੀ ਕਰਾਉਂਦੇ ਨੇ, ਇਹੋ ਜਿਹੇ ਬੰਦੇ ਕਰਾਉਂਦੇ ਨੇ। ਉਹ ਪ੍ਰੋਮਿਸਿਸ ਤਾਂ ਪੂਰੇ ਨਹੀਂ ਹੁੰਦੇ, ਪਰ ਸੱਤਾ ਹੀ ਤੁਹਾਨੂੰ ਲੈ ਆਉਂਦੇ ਨੇ। ਫਿਰ ਜਦੋਂ ਉਹ ਪ੍ਰੋਮਿਸ ਤੁਸੀਂ ਪੂਰੇ ਨਹੀਂ ਕਰਦੇ ਤੇ ਤੁਸੀਂ ਫਿਰ ਇਹੋ ਜਿਹੀਆਂ ਕੈਟੇਗਰੀਜ਼ ਲੱਭਦੇ ਹੋ।
ਤੁਸੀਂ ਹੁਣ ਅੱਜ ਕਾਂਗਰਸ ਪਾਰਟੀ ਨੇ 4.5 ਸਾਲ ਉਹ ਕਹਿੰਦੇ ਅਸੀਂ ਕੋਈ ਪ੍ਰੋਮਿਸ ਪੂਰਾ ਨਹੀਂ ਕੀਤਾ। ਹਾਈ ਕਮਾਂਡ ਕਹਿੰਦਾ ਕਾਂਗਰਸ ਦਾ ਸਾਡੇ ਚੀਫ ਮਿਨਿਸਟਰ ਨੇ ਨਹੀਂ ਕੀਤਾ, ਔਰ ਚੀਫ ਮਿਨਿਸਟਰ ਕਹਿੰਦਾ ਮੇਰੇ ਕੁਝ ਮੰਤਰੀ ਵੀ ਕਰਪਟ ਸੀਗੇ ਹੈ। ਤੇ ਉਸ ਤੋਂ ਬਾਅਦ ਤੁਸੀਂ ਕੀ ਕਰਦੇ ਹੋ, ਜਦੋਂ ਇਹ ਕਹਿ ਕੇ ਤੁਸੀਂ ਕਹਿੰਦੇ ਹੁਣ ਆਪਾਂ ਐਦਾਂ ਕਰਦੇ ਹਾਂ ਸ਼ਡਿਊਲ ਕਾਸਟ ਚੀਫ ਮਿਨਿਸਟਰ ਲਾਉਂਦੇ, ਸਾਰੀ ਗੱਲਾਂ ਭੁੱਲ ਜਾਓ। ਪ੍ਰੋਮਿਸ ਤੁਸੀਂ ਪੂਰੇ ਨਹੀਂ ਕਰਦੇ, ਉਹਨੂੰ ਕਵਰ ਕਰਨ ਲਈ ਤੁਸੀਂ ਕਾਸਟ ਦੀਆਂ ਕੈਟੇਗਰੀ, ਰਿਲੀਜਨ ਦੀਆਂ ਕੈਟੇਗਰੀ ਯੂਜ਼ ਕਰਦੇ। ਇਹਨੂੰ ਮੈਂ ਕਹਿੰਦਾ ਕਿ ਰਾਜਨੀਤੀ 'ਚ ਲੋਕਾਂ ਦੀ ਬਲਰ ਕਰਨਾ, ਔਰ ਇਹ ਜਿਹੜਾ ਕੰਮ ਹੈ ਇਹ 'ਚ ਮੈਨੂੰ ਫੈਜ਼ ਦਾ ਇੱਕ ਮੈਂ ਸ਼ੇਅਰ ਵੀ ਜਿਹੜਾ ਇੱਕ ਲਾਈਨ ਹੀ ਹੈਗੀ ਹੈ ਕਿ ਆਓ ਮਿਲकर ਆਪਣਾ घर जलाएं, ਆਪਣੀ ਰਾਤ को रोशन कर ले ਹੈ। ਆਪਣਾ ਘਰ ਜਲਾ ਕੇ ਆਪਣੀ ਰਾਤ ਨੂੰ ਰੋਸ਼ਨ ਕਰ ਰਹੇ ਨੇ ਕਿ ਜੇ ਇਲੈਕਸ਼ਨ ਤੋਂ ਪਹਿਲੇ ਤੁਸੀਂ ਇਹ ਕਰ ਲਿਆ ਵੀ ਸਾਰੀ ਮਿਨਿਸਟਰੀ ਬਦਲ ਦਿਓ। ਗੁਜਰਾਤ 'ਚ ਵੀ ਬਦਲਿਆ, ਬੀਜੇਪੀ ਨੇ ਕੀਤਾ। ਕਾਂਗਰਸ ਨੂੰ ਲੱਗਾ ਜੇ ਬੀਜੇਪੀ ਆਪਣਾ ਘਰ ਜਲਾ ਸਕਦੀ ਤਾਂ ਅਸੀਂ ਵੀ ਜਲਾ ਕੇ ਰੋਸ਼ਨ ਕਰ ਲੈਂਦੇ, ਉਹਨਾਂ ਨੇ ਵੀ ਕਰ ਲਿਆ। ਸੋਚਿਆ ਵੀ ਹੁਣ ਲੋਕਾਂ ਨੂੰ ਐਂਟੀ 4.5 ਸਾਲ ਤੱਕ ਕੁਛ ਦਿਓ ਨਾ, ਤੇ 6 ਮਹੀਨੇ 'ਚ ਉਹਨੂੰ ਕਹੋ ਵੀ ਨਿਊ ਚਿਹਰੇ ਨਵੇਂ ਫੇਸ। ਮੈਨੂੰ ਨਹੀਂ ਲੱਗਦਾ ਵੀ ਰਾਜਨੀਤੀ ਇੰਨੀ ਕੁ ਨੌਨ ਸੀਰੀਅਸ ਹੋ ਗਈ ਹੈ ਕਿ ਲੋਕ ਇਹੋ ਜਿਹੇ ਨਵੇਂ ਚਿਹਰੇ ਦੇਖ ਕੇ ਹੈ ਇੱਦਾਂ ਦੀਆਂ ਖੇਲ ਗੇਮਸ ਦੇਖ ਕੇ, ਜਿਹਨੂੰ ਇਲੈਕਸ਼ਨ ਨੂੰ ਨਾ ਆਮ ਤੌਰ 'ਤੇ ਲੋਕੀ ਨਾ ਗੇਮ ਸਮਝਦੇ, ਪੋਲੀਟੀਕਲ ਗੇਮ। ਇਟਸ ਡੈਮੋਕ੍ਰੇਸੀ ਇੱਕ ਗੇਮ ਬਣ ਜਾਂਦੀ ਹੈ, ਖੇਡਣਾ ਹੈ। ਡੈਮੋਕ੍ਰੇਸੀ ਗੇਮ ਨਹੀਂ ਹੋਇਆ ਕਰਦੀ, ਇਹਦੇ ਨਾਲ ਇਹ ਸੀਰੀਅਸ ਬਿਜ਼ਨਸ ਹੈ, ਇਹ 'ਚ ਲੋਕਾਂ ਦੀ ਜ਼ਿੰਦਗੀਆਂ ਵੀ ਇਨਵੋਲਵ ਹੁੰਦੀਆਂ। ਮੈਨੂੰ ਲੱਗਦਾ ਪਰ ਜਿਹੜੇ ਪੋਲਰਾਈਜੇਸ਼ਨ ਦੀ ਪੋਲਿਟਿਕਸ ਕਰਦੇ ਆ ਉਹ ਤਾਂ ਸਮਝਦੇ ਗੇਮ ਵਾਂਗੂ ਤਾਂ ਕਰਕੇ, ਉਦੋਂ ਉਹਨਾਂ ਦਾ ਤਾਂ ਇੰਨਾ ਮਤਲਬ 2+2 ਕਹਿੰਦੇ ਆ ਚੱਕੋ 4, ਉਹਨਾਂ ਦੀ ਤਾਂ ਕੈਲਕੂਲੇਸ਼ਨ ਹੁੰਦੀ ਆ, ਆਹ ਕਰਾ ਦਿਓ ਆਹ ਕਰਾ ਦਿਓ। ਉਹਨਾਂ ਦਾ ਇਹ ਹੁੰਦਾ ਐ ਪੋਲਰਾਈਜੇਸ਼ਨ ਹੋ ਜੂ, ਐ ਸਰਕਾਰ ਉਹਨਾਂ ਦਾ ਹੁੰਦਾ 2 - 2 = 8। ਉਹ ਤਾਂ ਕਿਉਂਕਿ ਕੰਮ ਤਾਂ ਕੀਤਾ ਹੀ ਨਹੀਂ ਹੁੰਦਾ, 2 - 2 0 ਹੋਇਆ ਹੁੰਦਾ, ਪਰ ਉਹਨੂੰ 8 ਦੱਸੀ ਜਾਂਦੇ ਨੇ। ਇਹਨੂੰ ਅਸੀਂ ਕਹਿੰਦੇ ਬਲਰਿੰਗ ਅਪ। ਮੈਂ ਕਹਿ ਰਿਹਾ ਕਿ ਜਿਹੜੀ ਡੈਮੋਕ੍ਰੇਸੀ ਦਾ ਤੁਸੀਂ ਇੱਕ ਸਟੈਂਡਰਡ ਦੀ ਗੱਲ ਕਰ ਰਹੇ ਹੋ, ਤੇ ਆਪਾਂ ਪ੍ਰੈਕਟੀਕਲ ਪੋਲਿਟਿਕਸ 'ਚ ਦੇਖ ਰਹੇ ਹਾਂ ਨਾ, ਇੰਡੀਅਨ ਪੋਲਿਟਿਕਸ ਕੀ ਹੋ ਰਿਹਾ ਹੈਗਾ। ਪੋਲਰਾਈਜੇਸ਼ਨ ਕਰਦੇ ਨੇ ਅਗਲੇ, ਠੋਕ ਕੇ ਕਰਦੇ। ਸਾਰੀ ਹਿੰਦੁਸਤਾਨ ਦੀ ਰਾਜਨੀਤੀ ਮੈਂ ਤੁਹਾਨੂੰ ਕਿਹਾ, ਜਦੋਂ ਉਹਨੂੰ ਤੁਸੀਂ ਪੰਜਾਬ 'ਚ ਜੇ ਉੱਥੇ ਮੈਂ ਕਹਿ ਰਿਹਾ ਉੱਥੇ ਫਿੱਟ ਹੁੰਦਾ ਤਾਂ ਫਿਰ ਇੱਥੇ ਫਿੱਟ ਕਿਉਂ ਨਹੀਂ ਹੁੰਦਾ? ਇਸੇ ਕਰਕੇ ਪੰਜਾਬ ਸਿੱਖੀਜ਼ਮ ਤੇ ਆਰੀਆ ਸਮਾਜ ਦਾ ਰੋਲ ਹੈ, ਪੰਜਾਬ ਦੇ ਕਲਚਰ ਦਾ ਰੋਲ ਹੈ। ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਕਰ ਰਿਹਾ ਕਿ ਪੰਜਾਬ ਦੇਸ਼ ਤੋਂ ਅਲੱਗ ਕਿਉਂ ਚੱਲਦਾ। ਮੈਨੂੰ ਇਹ 'ਚ ਪ੍ਰਾਈਡ ਹੈ, ਮੈਨੂੰ ਇਹ 'ਚ ਲੱਗਦਾ ਹੈ ਕਿ ਦੇਸ਼ 'ਚ ਜਿਹੜੀਆਂ ਕੈਟੇਗਰੀਜ਼ ਨੇ ਬੜੀਆਂ ਰੈਟਰੋਗ੍ਰੈਸਿਵ ਨੇ, ਔਰ ਪੰਜਾਬ 'ਚ ਮੈਂ ਸਮਝਦਾ ਇਹ ਹੈਲਦੀ ਆਸਪੈਕਟ ਸੀਗਾ ਪੰਜਾਬ ਦਾ। ਮੈਨੂੰ ਤਾਂ ਚੰਗਾ ਨਹੀਂ ਲੱਗਦਾ ਕਹਿਣਾ, ਤੇ ਮੈਂ ਐਜ ਏ ਪੰਜਾਬੀ ਹਿੰਦੂ ਮੈਨੂੰ ਬੜਾ ਪ੍ਰਾਈਡ ਹੈ ਪੰਜਾਬ ਦੇ ਮਲਟੀਕਲਚਰ 'ਤੇ, ਸੈਕੂਲਰਿਜ਼ਮ 'ਤੇ ਬੜਾ ਪ੍ਰਾਈਡ ਹੈ। ਮੈਨੂੰ ਲੱਗਦਾ ਹੈ ਕਿ ਜੇ ਕੋਈ ਸੁਸਾਇਟੀ ਰੀਅਲ ਸੈਂਸ 'ਚ ਸੈਕੂਲਰ ਹੈ, ਔਰ ਪੰਜਾਬ, ਇਹ ਨਹੀਂ ਕਿ ਇੱਥੇ ਸੰਪਰਦਾਇਕ ਤਾਕਤਾਂ ਨਹੀਂ ਹੈਗੀਆਂ, ਪਰ ਉਹਦੇ ਨਾਲ ਨਾਲ ਪੈਰਲਲ ਇਹਦੀ ਸਪੇਸ ਸੈਕੂਲਰਿਜ਼ਮ ਦੀ, ਪੰਜਾਬੀ ਆਇਡੈਂਟੀਟੀ ਦੀ ਬਿਲਕੁਲ ਐਗਜ਼ਿਸਟ ਕਰਦੀ ਹੈ। ਔਰ ਬੜੇ, ਮੈਨੂੰ ਨਹੀਂ ਲੱਗਦੀ ਕੋਈ ਇਹ ਡੋਰਮੈਂਟ ਹੈ ਜਾਂ ਕੋਈ ਕਮਜ਼ੋਰ ਹੈ, ਬੜੀ ਤਕੜੀ ਤਰ੍ਹਾਂ ਨਾਲ ਐਗਜ਼ਿਸਟ ਕਰਦੀ ਹੈ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਵੀ ਜਿਹੜੀ ਇਹ ਪੋਲਰਾਈਜੇਸ਼ਨ ਦੀ ਰਾਜਨੀਤੀ ਹੈ, ਜਿਹਦੇ 'ਚ ਇਸ਼ੂਜ਼ ਨੂੰ ਬਲਰ ਕਰਨਾ, ਰੀਅਲ ਪੋਲਿਟਿਕਸ ਨੂੰ ਦੂਸਰੇ ਢੰਗ ਨਾਲ ਪ੍ਰੈਜ਼ੈਂਟ ਕਰਕੇ ਸੋਚਣਾ, ਔਰ ਫਿਰ ਉਹਦੇ ਨਾਲ ਕੈਲਕੂਲੇਸ਼ਨਾਂ ਕਰਕੇ ਔਰ ਮੈਨੇਜਰਸ ਨੂੰ ਹਾਇਰ ਕਰਕੇ ਉਹ ਪ੍ਰੋਮਿਸ ਕਰਨੇ। ਜਿਵੇਂ ਮੈਨੂੰ ਕਿਸੇ ਨਾਲ ਗੱਲ ਹੋ ਰਹੀ ਸੀ, ਔਰ ਇੱਕ ਕਿਸਾਨ ਮੈਨੂੰ, ਆਪਾਂ ਗੱਲ ਤੋਂ ਡੀਰੇਲ ਹੋ ਜਾਏਗਾ, ਆਪਾਂ ਇਸ਼ੂ ਦੇ ਉੱਤੇ ਰਹੀਏ। 47 ਤੇ 84 ਧਰਮ ਸੈਂਟਰ 'ਚ ਸੀਗਾ, ਕੀ ਇਹਦੇ ਨਾਲ ਪੰਜਾਬ ਦੇ ਸੋਸ਼ਲ ਫੈਬਰਿਕ ਦੇ ਉੱਤੇ ਕੋਈ ਅਸਰ ਪਿਆ ਸੀਗਾ? ਤੁਹਾਨੂੰ ਕੀ ਲੱਗਦਾ? ਕਿਉਂਕਿ ਇੱਕ ਫੀਲਿੰਗ ਇਹੀ ਆਈ ਕਿ ਹਾਂਜੀ ਕੁਛ ਇੱਕ ਲੌਜਿਕ ਆਉਂਦਾ ਜੀ, ਧਰਮ ਦੇ ਨਾਂ ਦੇ ਉੱਤੇ ਕਤਲੇਆਮ। ਉਹ ਕਹਿੰਦੇ ਕਿ ਜਿਹਨੇ ਸਾਇੰਸ ਦੇ ਨਾਂ ਦੇ ਉੱਤੇ, ਜਾਂ ਕਹਿ ਦਈਏ ਵਿਗਿਆਨਕ ਯੁੱਗ ਦੇ ਅੰਦਰ ਵੀ, ਕਿਉਂਕਿ ਫਸਟ ਵਰਲਡ ਵਾਰ ਤੇ ਕਿਸ ਤਰੀਕੇ ਨਾਲ ਸਾਰਾ ਕੁਝ ਹੋਇਆ, ਦੇਖੋ ਸੈਕੰਡ ਵਰਲਡ ਵਾਰ 'ਚ ਖਾਸ ਤੌਰ ਦੇ ਉੱਤੇ। ਮੈਂ ਪੁੱਛ ਰਿਹਾ ਤੁਹਾਡੇ ਤੋਂ, ਇੱਕ ਲੌਜਿਕ ਜਿਹੜਾ ਇਹ ਆਉਂਦਾ ਕਿ ਜੋ ਅਸੀਂ ਕਹਿ ਰਹੇ ਸੀ 47 'ਚ, ਜੋ ਅਸੀਂ ਕਹਿ ਰਹੇ ਸੀ 84 ਸਾਡੇ ਨਾਲ, ਉਹੀ ਤਾਂ ਹੋ ਰਿਹਾ ਹੈਗਾ। ਨਹੀਂ, ਇਹ ਨਹੀਂ ਹੁੰਦਾ। ਮੈਂ ਤੁਹਾਨੂੰ ਇਸੇ ਕਰਕੇ ਵਾਰ-ਵਾਰ ਚਿਹਰਾ ਦਿਖਾਉਂਦੇ ਨੇ ਮੋਦੀ ਦਾ। ਨਹੀਂ, ਮੈਂ ਹੁਣ ਵਾਰ-ਵਾਰ ਤੁਹਾਨੂੰ ਦੱਸ ਦਿੰਦਾ ਫਿਰ ਕੀ ਹੋਇਆ, ਕੀ ਉਹ ਮੈਂ ਤੋਂ ਸਮਝਣਾ ਚਾਹੁੰਦਾ। 47 ਤੇ 84 ਦੇ ਟਾਈਮ ਕੀ ਫਰਕ ਪਿਆ, ਉਹ ਘਟਨਾ ਨੇ, ਜਿਹੜਾ ਮੈਂ ਜਿਸ ਐਂਗਲ ਤੋਂ ਸਮਝਣਾ ਚਾਹੁੰਦਾ ਸੀਗਾ। ਤੁਹਾਡਾ ਉਹਦੇ ਤੇ ਨਜ਼ਰੀਆ ਕੀ ਹੈਗਾ ਕਿ ਸਾਡਾ ਸੋਸ਼ਲ ਫੈਬਰਿਕ, ਜਿਹੜਾ ਰਿਲੀਜੀਅਸ ਸੋਸ਼ਲ ਫੈਬਰਿਕ ਹੈਗਾ, ਉਹਨੂੰ ਉਹ ਕੀ ਹੋਇਆ? ਔਰ ਜਿਹੜਾ ਦੂਜਾ ਆਰਗੂਮੈਂਟ ਆ ਕਿ ਅਸੀਂ ਤਾਂ ਠੀਕ ਹੀ ਕਹਿ ਰਹੇ ਸੀ, ਉਹਦੀ ਅੱਡ ਹੋ ਜਾਂਦੇ। ਹੁਣ ਬਹੁਤੇ ਲੋਕ ਕਹਿੰਦੇ ਮਾਸਟਰ ਤਾਰਾ ਸਿੰਘ ਨੇ ਗਲਤੀ ਕਰ ਲਈ, ਫਿਰ ਕਹਿੰਦੇ ਹੁਣ 84 ਵੇਲੇ ਗਲਤੀ ਹੋ ਗਈ, ਅੱਡ ਹੀ ਹੋ ਜਾਣਾ ਸੀਗਾ, ਠੀਕ ਰਹਿੰਦੇ। ਠੀਕ ਹੈ ਨਾ। ਹੁਣ ਮੈਂ ਜਿਹੜਾ ਤੁਹਾਨੂੰ ਕਿਹਾ ਵੀ ਕੋਐਗਜ਼ਿਸਟ ਕਰਦੀਆਂ ਤਿੰਨੋਂ ਟੈਂਡੈਂਸੀਆਂ, ਮੈਂ ਸਮਝਦਾ ਜਿਹੜੀ ਮੈਂ ਕਿਹਾ ਵੀ ਸੰਪਰਦਾਇਕ ਖਾਲਿਸਤਾਨ ਵਾਲੀ, ਜੇ ਆਪਾਂ 84 ਦੀ ਗੱਲ ਕਰ ਲਈਏ, ਸੈਕੂਲਰ ਪੰਜਾਬੀ ਆਇਡੈਂਟੀਟੀ ਦੀ, ਔਰ ਰਿਲੀਜੀਅਸ ਆਇਡੈਂਟੀਟੀਜ਼, ਰਿਲੀਜੋ ਕਾਸਟ ਆਇਡੈਂਟੀਟੀ ਜੋ ਵੀ ਪੰਜਾਬ 'ਚ ਐਗਜ਼ਿਸਟ ਕਰਦੀ ਹੈ, ਕੋਐਗਜ਼ਿਸਟ ਕਰਦੀ ਹੈ। ਔਰ ਇਹ ਤਿੰਨੋਂ ਟੈਂਡੈਂਸੀਆਂ ਦੇ ਵਿੱਚੋਂ ਜਦੋਂ ਪੰਜਾਬ ਨਿਕਲ ਕੇ ਆਉਂਦਾ 1992 ਤੋਂ ਬਾਅਦ, ਇਸ ਸੰਤਾਪ ਤੋਂ, ਪੰਜਾਬੀ ਆਇਡੈਂਟੀਟੀ ਦੀ ਟੈਂਡੈਂਸੀ ਸਟਰੋਂਗ ਹੋ ਕੇ ਨਿਕਲਦੀ ਹੈ। ਮੈਂ ਤੁਹਾਨੂੰ ਇਹ ਬਾਰ-ਬਾਰ ਤੁਹਾਡੇ ਲਈ ਇਹ ਕਰ ਰਿਹਾ ਵੀ 84 ਦਾ ਜਿਹੜੇ ਉੱਥੇ ਲੈਸਨ ਲਰਨ ਕੀਤੇ ਗਏ, ਔਰ ਮੈਂ ਕਿਹਾ ਲੋਕਾਂ ਨੇ ਲੈਸਨ ਲਰਨ ਕੀਤੇ, ਪੋਲੀਟੀਕਲ ਪਾਰਟੀਆਂ ਨੇ ਕੀਤੇ ਕਿ ਨਹੀਂ ਕੀਤੇ, ਮੈਨੂੰ ਇਹਦੇ ਬਾਰੇ ਹਾਲੇ ਵੀ ਥੋੜ੍ਹਾ ਡਾਊਟ ਹੈ।
ਪਰ ਜਿਹੜਾ ਲਾਰਜ ਪਾਪੂਲੇਸ਼ਨ ਪੰਜਾਬ ਦੀ ਹੈ, ਪੰਜਾਬੀ ਜਿਹੜੇ ਨੇ ਉਹਨਾਂ ਨੇ ਲੈਸਨ ਲਰਨ ਕੀਤਾ ਕਿ ਪੋਲਰਾਈਜੇਸ਼ਨ ਦੀ ਰਾਜਨੀਤੀ ਹੁਣ ਧਾਰਮਿਕ ਦੇ ਲੈਵਲ ਤੇ ਕਰਦੇ ਆ ਤੇ ਉਹਦਾ ਨੁਕਸਾਨ ਹੀ ਹੈ, ਕਿਸੇ ਨੂੰ ਫਾਇਦਾ ਨਹੀਂ ਹੈ। ਇਹ ਲੈਸਨ ਲਰਨ ਕੀਤਾ ਗਿਆ। ਇਹ ਤੁਸੀਂ ਜੇ ਇਹ ਮੈਨੂੰ ਤਾਂ ਬੜਾ ਕਲੀਅਰ ਨਜ਼ਰ ਆਉਂਦਾ 1992 ਤੋਂ ਬਾਅਦ। ਦੂਜਾ, ਡੈਮੋਕ੍ਰੇਸੀ ਦੀ ਰੀਸਰਜੈਂਸ, ਜਦੋਂ 92 ਤੋਂ ਬਾਅਦ ਪਹਿਲਾ ਇਲੈਕਸ਼ਨ ਨਹੀਂ ਠੀਕ ਹੋਇਆ, 97 ਚ ਜਦੋਂ ਡੈਮੋਕ੍ਰੇਸੀ ਰੀਸਰਜੈਂਟ ਕਰਦੀ ਹੈ ਪੰਜਾਬ। ਔਰ ਹੁਣ ਦੇਖੋ ਇਹਦੇ 'ਚ ਹੋਰ ਤੁਹਾਨੂੰ ਮੈਂ ਇੰਟਰਸਟਿੰਗ ਦੱਸ ਦਿੰਦਾ ਵੀ ਪਹਿਲਾ ਲੈਸਨ ਤਾਂ ਤੁਹਾਨੂੰ ਮੈਂ ਦੱਸਿਆ ਵੀ ਸਿੱਧਾ ਇਹ ਸੀ 84 ਤੋਂ ਵਿੱਚ ਜਿਹੜੇ ਉਸ 10 ਸਾਲ ਦਾ ਇੱਕ ਸੰਤਾਪ ਦੇ ਵਿੱਚੋਂ ਇਹ ਲੈਸਨ ਨਿਕਲ ਕੇ ਆਇਆ, ਭਾਈਚਾਰੇ ਦਾ, ਹਾਰਮਨੀ ਦਾ, ਪੀਸ ਦਾ। ਮੈਂ ਸਮਝਦਾ ਬਹੁਤ ਵੱਡਾ ਲੈਸਨ ਹੈ। ਉਹਦੀ ਕਾਸਟ ਬੜੀ ਵੱਡੀ ਪੇ ਕੀਤੀ ਹੈ ਲੋਕਾਂ ਨੇ। ਇਹ ਲੈਸਨ ਉੱਦਾਂ ਨਹੀਂ ਲਰਨ ਕੀਤਾ ਗਿਆ। ਔਰ ਇਹਦੇ ਨਾਲ ਤੁਸੀਂ ਜੇ ਇੱਕ ਉਹ ਟੈਂਡੈਂਸੀ ਜਿਹੜੀ ਤੁਸੀਂ ਕਹਿ ਰਹੇ ਹੋ ਐਗਜ਼ਿਸਟ ਕਰਦੀ ਹੈ, ਉਹ ਤਾਂ ਮੈਂ ਤੁਹਾਨੂੰ ਕਿਹਾ ਪਹਿਲੇ ਹੀ ਇੱਕ ਉਹ ਐਗਜ਼ਿਸਟ ਕਰਦੀ ਹੈ, ਉਹ ਪਰ ਡੋਰਮੈਂਟ ਹੈ। ਡੋਮੀਨੈਂਟ ਟੈਂਡੈਂਸੀ ਪੰਜਾਬੀ ਆਇਡੈਂਟੀਟੀ ਦੀ ਅੱਜ ਐਗਜ਼ਿਸਟ ਕਰ ਰਹੀ ਹੈ, ਪਰ ਉਹਨੂੰ ਜਿਹੜੀ ਹੈ ਪੋਲਰਾਈਜ਼ਿੰਗ ਟੈਂਡੈਂਸੀਜ਼ ਨੇ ਕਮਜ਼ੋਰ ਨਾ ਕਰ ਦੇਣ। ਇਸ ਲਈ ਮੈਂ ਆਪਣਾ ਵਿਚਾਰ ਤੁਹਾਨੂੰ ਇਹ ਦੱਸ ਰਿਹਾ ਕਿ ਇਸ ਤਰ੍ਹਾਂ ਦੀ ਕੈਟੇਗਰੀਜ਼ ਨੂੰ ਲਿਆਣਾ ਬਾਹਰੋਂ ਕਰਕੇ ਪੰਜਾਬ ਨੂੰ ਫਿਰ ਉਸ ਸੰਤਾਪ ਵੱਲ ਨਾ ਭੇਜ ਦੇਵੇ। ਇਸੇ ਕਰਕੇ ਇਹ ਡਰ ਹੈ। ਮੈਂ ਕਹਿੰਦੇ ਮਾਈ ਫੀਅਰ ਇਜ਼ ਮਾਈ ਸੁਜੈਸ਼ਨ। ਮੈਂ ਆਪਣਾ ਤੁਹਾਨੂੰ ਡਰ ਦੱਸ ਰਿਹਾ, ਉਹੀ ਮੇਰਾ ਸੁਝਾਅ ਹੈ ਕਿ ਉਧਰ ਨਾ ਲੈ ਕੇ ਜਾਇਆ ਜਾਏ। ਔਰ ਇਸੇ ਕਰਕੇ ਜਿਹੜਾ ਇਹ ਹੁਣ ਸਾਰਾ ਕੁਝ ਹੋ ਰਿਹਾ ਉਹਦੇ ਵਿੱਚ, ਕਿਉਂਕਿ ਪੰਜਾਬ ਨੇ ਇੱਕ ਦੂਜੀ ਐਕਸਿਸ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ, ਇੱਕ ਮੈਜੋਰਿਟੇਰੀਅਨ ਐਰੋਗੈਂਸ ਐਂਡ ਮਿਨੋਰਿਟੀ ਪਰਸੀਕਿਊਸ਼ਨ। ਹਿੰਦੂ 'ਚ ਇਹ ਹੈ ਕਿ ਵੀ ਅਸੀਂ ਮੈਜੋਰਿਟੀ 'ਚ ਇੰਡੀਆ 'ਚ, ਇੱਥੇ ਮਿਨੋਰਿਟੀ 'ਚ, ਦੋਨਾਂ ਦਾ ਇੱਕ ਕੰਬੀਨੇਸ਼ਨ ਹੈ, ਇੱਕ ਕੰਬੀਨੇਸ਼ਨ ਐਗਜ਼ਿਸਟ ਕਰਦਾ। ਇੱਦਾਂ ਹੀ ਸਿੱਖਾਂ ਦੇ ਵਿੱਚ ਹੈ ਵੀ ਅਸੀਂ ਮਿਨੋਰਿਟੀ 'ਚ ਇੰਡੀਆ 'ਚ, ਇੱਥੇ ਮੈਜੋਰਿਟੀ 'ਚ। ਤਾਂ ਮੈਜੋਰਿਟੇਰੀਅਨ ਐਰੋਗੈਂਸ ਹੈ, ਮਿਨੋਰਿਟੀ ਪਰਸੀਕਿਊਸ਼ਨ ਹੈ, ਔਰ ਉਹਦੇ 'ਚੋਂ ਸਾਂਝ ਨਿਕਲਦੀ ਹੈ, ਦੋ 'ਚ ਕਨਫਲਿਕਟ ਵੀ ਨਿਕਲਦਾ। ਹੁਣ ਕੁਐਸਚਨ ਇਹ ਹੈ ਕਿਹੜੀ ਰਾਜਨੀਤੀ ਉਸ ਕਨਫਲਿਕਟ ਨੂੰ ਅੱਗੇ ਲੈ ਕੇ ਜਾਂਦੀ ਹੈ ਔਰ ਕਿਹੜੀ ਰਾਜਨੀਤੀ ਉਸ ਸਾਂਝ ਨੂੰ ਅੱਗੇ ਲੈ ਕੇ ਜਾਂਦੀ ਹੈ। ਇਹ ਪੋਲਿਟਿਕਸ ਦੀ ਚੋਇਸਿਸ ਹੁੰਦੀਆਂ, ਇਹਨੂੰ ਆਈਡੀਓਲੋਜੀ ਕਹਿੰਦੇ ਆ ਕਿ ਕਿਹੜੀ ਪਾਰਟੀ ਦੀ ਕਿਹੜੀ ਆਈਡੀਓਲੋਜੀ ਹੈ ਕਿ ਇਹ ਜਿਹੜੀ ਕੰਟਰਾਡਿਕਸ਼ਨ ਹੈ ਇਹਨੂੰ ਕੰਟਰਾਡਿਕਸ਼ਨ ਬਣਾ ਕੇ ਪ੍ਰੈਜ਼ੈਂਟ ਕਰਨਾ, ਤੇ ਕਿਹੜੀ ਦੀ ਹੈ ਵੀ ਇਹਨੂੰ ਕੰਟਰਾਡਿਕਸ਼ਨ ਨਹੀਂ ਕਰਨਾ, ਇਹਨੂੰ ਹਾਰਮੋਨੀ ਦੇ ਵਿੱਚ ਲੈ ਕੇ ਆਉਣਾ। ਵੀ ਜੇ ਆਪਾਂ ਹਾਰਮੋਨੀਅਸ ਹੋ ਜਾਈਏ ਔਰ ਇਹ 'ਚ ਸਕੋਪ ਹੈ ਹਾਰਮੋਨੀਅਸ ਹੋਣ ਦਾ, ਤੇ ਅਸੀਂ ਇੱਕ ਵਧੀਆ ਸਮਾਜ ਬਣਾ ਸਕਦੇ। ਜਿਵੇਂ ਉਹ ਨੈਰੇਟਿਵ ਆਪਣਾ ਬਿਲਡ ਇੱਕ ਨੈਰੇਟਿਵ ਕਰਦੇ ਆ ਕਿ ਜੀ 47 ਚ ਮਾਸਟਰ ਤਾਰਾ ਸਿੰਘ ਵਾਲੀ ਗਲਤੀ, ਫਿਰ 84 ਹੋ ਗਿਆ, ਫਿਰ ਡੈਮੋਕ੍ਰੇਸੀ ਦਾ ਫੇਕ ਹੈ, ਫਿਰ ਇਹ ਕਿਹਾ ਜਾ ਰਿਹਾ ਕਿ ਅਸੀਂ ਜਿੰਨੇ ਮਰਜ਼ੀ ਇਮਾਨਦਾਰ ਤੇ ਵਧੀਆ ਸਿੱਖ ਬਣ ਜਾਈਏ, ਜਿੰਨਾ ਮਰਜ਼ੀ ਇਮਾਨਦਾਰ ਪੰਜਾਬ ਬਣ ਜਾਈਏ, ਸਾਨੂੰ ਤਾਂ BSF ਲਾ ਕੇ ਸਾਡੀ ਇਮਾਨਦਾਰੀ ਦੇ ਸਰਟੀਫਿਕੇਟ ਮੰਨੇ ਨਹੀਂ ਜਾਣੇ। ਹੁਣ ਦੇਖੋ ਜਿਹੜੀ ਤੁਸੀਂ ਗੱਲ, ਇੱਕ ਨੈਰੇਟਿਵ ਆ, ਤੁਹਾਨੂੰ ਵੀ ਪਤਾ। ਮੈਂ ਤੁਹਾਨੂੰ ਇਹ ਕਹਿ ਰਿਹਾ 3 ਨੈਰੇਟਿਵ ਹੈ, ਇੱਕ ਨਹੀਂ ਹੈ ਖਾਲੀ। ਤੁਸੀਂ ਫਿਰ ਇੱਕ ਤੇ ਲੈਣ ਦੇ। ਮੈਂ ਕਹਿ ਰਿਹਾ ਇੱਕ ਨੈਰੇਟਿਵ ਹੈ, ਮੈਂ ਤਾਂ ਤੁਹਾਨੂੰ ਇਹੀ ਕਹਿ ਰਿਹਾ ਕਿ ਦੇਰ 3 ਨੈਰੇਟਿਵ ਹੈ। ਮੈਂ ਤਿੰਨੋਂ ਨੈਰੇਟਿਵ ਨੂੰ ਐਨਾਲਾਈਜ਼ ਕਰੂੰਗਾ ਇਕੱਠੇ, ਮੈਂ ਇੱਕ ਨੂੰ ਹੀ ਨਹੀਂ ਕਰਾਂਗਾ। ਜੇ ਮੈਂ ਇੱਕ ਨੂੰ ਕਰਦਾ ਤੇ ਉਹ ਰੀਇਨਫੋਰਸ ਕਰਦਾ ਉਸ ਫੀਲਿੰਗ ਨੂੰ, ਡਿਸਕ੍ਰਿਮੀਨੇਸ਼ਨ ਦੀ, ਜਿਹੜੀ ਕਿ ਉਹ ਮੈਨੂੰ ਨੈਰੇਟਿਵ ਦੱਸ ਰਿਹਾ। ਦੂਜੇ ਨੂੰ ਮੈਂ ਕਰਦਾ ਤੇ ਤਿੰਨਾਂ ਨੂੰ ਇਕੱਠਾ ਕਰਦਾ ਤੇ ਮੈਨੂੰ ਪੰਜਾਬ ਦੀ ਰੀਅਲ ਨੇਚਰ, ਜਿਹਨੂੰ ਅਸੀਂ ਕਹਿੰਦੇ ਰੀਅਲ ਮਲਟੀਕਲਚਰਲ ਸੁਸਾਇਟੀ ਦੀ ਇੱਕ ਡਾਇਮੈਂਸ਼ਨ ਸਮਝ ਆਉਂਦੀ ਹੈ, ਡਾਇਨਾਮਿਕ ਸਮਝ ਆਉਂਦਾ ਕਿ ਤਿੰਨੋਂ ਕੋਐਗਜ਼ਿਸਟ ਕਰ ਰਹੀਆਂ ਟੈਂਡੈਂਸੀਜ਼, ਕਨਫਲਿਕਟ 'ਚ ਵੀ ਆਉਂਦੀਆਂ ਨੇ, ਕਿਸੇ ਨਾ ਕਿਸੇ ਸਰਫੇਸ ਕਰਦਾ ਕਨਫਲਿਕਟ, ਪਰ ਉਸ ਤੋਂ ਬਾਅਦ ਇੱਕ ਨਵੀਂ ਟੈਂਡੈਂਸੀ ਜਿਹੜੀ ਉੱਭਰਦੀ ਹੈ ਉਹ ਉਹਨਾਂ 'ਚ ਡੋਮੀਨੇਟ ਹੁੰਦੀ ਹੈ, ਉਹ ਇੱਕ ਸੈਕੂਲਰ ਟੈਂਡੈਂਸੀ ਹੁੰਦੀ ਹੈ। ਇਹ ਹੈਗੀ, ਐਗਜ਼ਿਸਟ ਕਰਦੀ ਹੈ। ਔਰ ਮੈਨੂੰ ਡਰ ਵੀ ਹੈ ਕਿ ਇਹਨਾਂ ਦੇ ਵਿੱਚੋਂ ਇਹ ਟੈਂਡੈਂਸੀ ਡੋਮੀਨੇਟ ਨਾ ਕਰ ਜਾਏ, ਜਿਹੜੀ ਰੂਲਿੰਗ ਪਾਰਟੀ ਇੱਦਾਂ ਦੇ ਬਲੰਡਰ ਜਾਂ ਪੈਦਾ ਕਰਦੇ ਰਹਿਣਗੇ ਕਨਫਲਿਕਟ, ਭਾਵੇਂ ਉਹ ਸੈਂਟਰ ਦੀ ਹੈ ਜਾਂ ਸਟੇਟ ਦੀ ਰੂਲਿੰਗ ਪਾਰਟੀ ਹੈ, ਤੇ ਉਹਦੇ 'ਚੋਂ ਜਿਹੜਾ ਇਹ ਨੈਰੇਟਿਵ ਹੈ ਇਹ ਸਟਰੋਂਗ ਹੁੰਦਾ। ਔਰ ਇਹਨੂੰ ਕਮਜ਼ੋਰ ਕਿਵੇਂ ਕਰਨਾ? ਜੇ ਤੁਸੀਂ ਕਹਿ ਦਿੰਦੇ ਹੋ ਇੱਕ ਹਿੰਦੂ ਨੂੰ ਕਿ ਐਕਟਿਵ ਡਿਸਕ੍ਰਿਮੀਨੇਸ਼ਨ ਹੈ, ਤੈਨੂੰ ਅਸੀਂ ਚੀਫ ਮਿਨਿਸਟਰ ਨਹੀਂ ਬਣਾਉਣਾ, ਤੁਸੀਂ ਉਸੇ ਨੈਰੇਟਿਵ ਨੂੰ ਸਟਰੋਂਗ ਕਰ ਰਹੇ ਹੋ। ਜਿਵੇਂ ਸਿੱਖ ਕਹਿ ਰਿਹਾ ਵੀ ਸਾਡੇ ਨਾਲ ਧੱਕਾ, ਹਿੰਦੂ ਕਹਿੰਦਾ ਮੇਰੇ ਨਾਲ ਵੀ ਤਾਂ ਧੱਕਾ ਹੀ ਹੋ ਰਿਹਾ, ਮੈਨੂੰ ਵੀ ਤਾਂ ਕਸ਼ਮੀਰੀ ਬ੍ਰਾਹਮਣ ਬਣਾ ਰਹੇ ਇੱਥੇ, ਮੈਂ ਕੀ ਕਰਾਂਗਾ? ਸੋ ਇਹ ਨੈਰੇਟਿਵ ਐਗਜ਼ਿਸਟ ਕਰਦਾ ਹੈ, ਪਰ ਇਹ ਡੋਮੀਨੈਂਟ ਨਹੀਂ ਹੈ। ਇਹ ਕਮਜ਼ੋਰ ਵੀਕ ਨੈਰੇਟਿਵ ਹੈ, ਮਾਈਨੋਰਿਟੀ ਦਾ ਨੈਰੇਟਿਵ ਹੈ, ਮੈਜੋਰਿਟੀ ਦਾ ਨਹੀਂ ਹੈ। ਸੋ ਇਸੇ ਕਰਕੇ ਮੈਂ ਤੁਹਾਨੂੰ ਜਿਹੜੀ ਇੱਕ ਹੀ ਐਡਰੈਸ ਮੈਂ ਕਹਿ ਰਿਹਾਗਾ ਕਿ ਮੰਨ ਲਓ ਜਿਨ੍ਹਾਂ ਦੇ ਵੀ ਹੋਣ, ਚਾਹੇ ਉਹ ਹਿੰਦੂ ਨੂੰ ਮੈਂ ਲੱਗਦਾ ਮੇਰੇ ਨਾਲ ਧੱਕਾ ਹੋ ਗਿਆ, ਚਾਹੇ ਸਿੱਖ ਨੂੰ ਲੱਗਦਾ, ਚਾਹੇ ਦਲਿਤ ਨੂੰ ਲੱਗਦਾ, ਤੁਹਾਨੂੰ ਲੱਗਦਾ ਐਡਰੈਸ ਹੋਏ ਨੇਗੇ? ਤੁਹਾਨੂੰ ਲੱਗਦਾ ਜੋ 84 ਦਾ ਪੂਰਾ ਫੇਜ਼ ਹੈ ਜਾਂ 47 ਦਾ, 84 ਦਾ, ਇੱਕ ਮੇਜਰ ਈਵੈਂਟ ਨੇ ਪੰਜਾਬ ਦੇ ਅੰਦਰ, ਜਿਹੜੇ ਬਹੁਤ ਸੰਤਾਪ ਵਾਲੇ ਈਵੈਂਟ ਨੇ। ਦੇਖੋ ਤੁਸੀਂ ਕਹਿੰਦੇ ਆ ਨਾ ਹਿਸਟਰੀ ਤੇ ਮਿੱਟੀ ਪਾ ਕੇ ਅੱਗੇ ਨਹੀਂ ਲੰਘਿਆ ਜਾਂਦਾ। ਤੁਸੀਂ ਮੈਨੂੰ ਇਹ ਕਹਿ ਰਹੇ ਹੋ ਕਿ ਰੀਅਲ ਸੈਂਸ 'ਚ ਇਹਨਾਂ ਦਾ ਐਡਰੈਸ ਹੋਏ ਨੇ, ਕਲੋਜ਼ਰ ਹੋਇਆ ਕਿ ਨਹੀਂ ਹੋਇਆ? ਹਿਸਟੋਰੀਕਲ ਪ੍ਰੋਸੈਸਿਸ ਜਿਹੜੇ ਨੇ ਨਾ, ਕਲੋਜ਼ਰ ਓਵਰਨਾਈਟ ਨਹੀਂ ਹੁੰਦੇ। ਇਹ ਡਿਸਕੋਰਸਿਸ ਹੈ ਜਿਹਨੂੰ ਅਸੀਂ ਕਹਿੰਦੇ ਕੌਨਸਟੈਂਟਲੀ ਕੋਐਗਜ਼ਿਸਟ ਕਰਦੇ ਡਿਸਕੋਰਸਿਸ ਹੈ। ਔਰ ਪੋਲਿਟਿਕਸ ਕਿਹੜੀ ਚੋਇਸ ਐਕਸਰਸਾਈਜ਼ ਕਰਦਾ ਹੈ, ਕਿਹੜੇ ਡਿਸਕੋਰਸ ਨੂੰ ਸਟਰੈਂਥਨ ਕਰਦਾ ਹੈ, ਉਹ ਡਿਸਕੋਰਸ ਡੋਮੀਨੇਟ ਕਰੇਗਾ। ਇਸੇ ਕਰਕੇ ਜਿਹੜੀ ਓਪੀਨੀਅਨ ਬਣਾਉਣ ਦੀ ਗੱਲ ਹੈ, ਆਪਾਂ ਉਸ ਓਪੀਨੀਅਨ ਉਸ ਡਿਸਕੋਰਸ ਲਈ ਬਣਾਈਏ, ਉਹ ਕੰਟਰਾਡਿਕਸ਼ਨ ਨੂੰ ਐਕਸਪੋਜ਼ ਕਰੀਏ
ਪੋਲਰਾਈਜੇਸ਼ਨ ਟੈਂਡੈਂਸੀ ਨੂੰ, ਜਿਹੜੀ ਕਿ ਉਸ ਡਿਸਕੋਰਸ ਨੂੰ ਸਟਰੈਂਥਨ ਕਰਦੀ ਹੈ ਜਿਹੜਾ ਨੈਗੇਟਿਵ ਹੈ, ਜਿਹੜਾ ਪਿੱਛਾ ਖਿੱਚੂ ਡਿਸਕੋਰਸ ਹੈ ਸਾਡੇ ਹਿਸਾਬ 'ਚ। ਦੂਜਿਆਂ ਲਈ ਹੋ ਸਕਦਾ ਵੀ ਉਹਨਾਂ ਲਈ ਰੀਅਲ ਹੋਵੇ। ਸੋ ਇਹ ਪੋਲੀਟੀਕਲ ਪੋਜੀਸ਼ਨਾਂ ਲੈਣੀਆਂ ਹੁੰਦੀਆਂ। ਮੇਰੀ ਪੋਜੀਸ਼ਨ ਇੱਥੇ ਕਲੀਅਰ ਹੈ ਕਿ ਜਿਹੜਾ ਡਿਸਕੋਰਸ ਪੰਜਾਬੀ ਆਇਡੈਂਟੀਟੀ ਦਾ ਹੈ ਉਹਨੂੰ ਸਟਰੈਂਥਨ ਕਰਨਾ, ਜਿਹੜੇ ਡਿਸਕੋਰਸ ਪੋਲਰਾਈਜੇਸ਼ਨ ਹੈ ਉਹਨਾਂ ਦੇ ਬਾਰੇ ਆਪਣੀ ਆਵਾਜ਼ ਚੱਕਣੀ। ਤੁਹਾਨੂੰ ਲੱਗਦਾ ਇਹਦੇ ਕੋਈ ਆਰਗੈਨਿਕ ਉਹ ਵੀ ਹੁੰਦਾ ਕਿ ਮੰਨ ਲਓ ਕੋਈ ਠੀਕ ਹੈ ਸਟੇਟ ਹੈ, ਜਿਵੇਂ ਮਤਲਬ ਕਿਹਾ ਜਾਂਦਾ ਵੱਖ-ਵੱਖ ਬੰਦੇ, ਮਤਲਬ ਜਿਵੇਂ ਕਸ਼ਮੀਰੀ ਬ੍ਰਾਹਮਣ ਕਹਿਣਗੇ ਜੀ ਸਾਡੇ ਨਾਲ ਧੱਕਾ ਹੁਣ ਕੋਈ ਨਾ ਕਰ ਲਓ, ਸਿੱਖ ਕਹਿਣਗੇ ਕੋਈ ਗੱਲ ਨਹੀਂ ਕਰ ਲਓ, ਕਦੇ ਤਾਂ ਸਾਡਾ ਜਸਟਿਸ ਹੋਊਗਾ, ਕਦੇ ਤਾਂ ਆਰਗੈਨਿਕਲ। ਤੁਹਾਨੂੰ ਲੱਗਦਾ ਹੈ ਆਰਗੈਨਿਕਲੀ ਵੀ ਮਰਜ ਹੁੰਦੀਆਂ ਨੇ ਚੀਜ਼ਾਂ, ਜਾਂ ਫਿਰ ਜਿਹਦੇ ਕੋਲ ਪਾਵਰ ਆ, ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਹੜਾ ਨੈਰੇਟਿਵ ਰੱਖਣਾ, ਇਹ ਤਾਂ ਕਿਸੇ ਸਟੇਟ ਨੂੰ ਲੱਗ ਸਕਦਾ ਜਾਂ ਤੁਹਾਨੂੰ ਲੱਗ ਸਕਦਾ, ਜਿਹੜੇ ਪਾਵਰਫੁਲ ਲੋਕ ਨੇ ਉਹਨਾਂ ਦਾ ਨੈਰੇਟਿਵ ਰਹੇਗਾ। ਜਿਵੇਂ ਕਿਹਾ ਜਾਂਦਾ ਨਾ ਹਾਰੇ ਹੋਏ ਲੋਕਾਂ ਦਾ ਇਤਿਹਾਸ ਜਿੱਤੇ ਹੋਏ ਲੋਕ ਲਿਖਦੇ ਨੇ। ਦੇਖੋ ਗੱਲ ਇਹ ਹੈ ਕਿ ਜਿਹੜਾ ਇਹ ਨੈਰੇਟਿਵ ਹੈ ਨਾ, ਇਹ ਆਰਗੈਨਿਕ ਹੁੰਦੇ ਨੇ, ਤਿੰਨੋਂ ਆਰਗੈਨਿਕ ਨੇ। ਤਿੰਨੋਂ ਟੈਂਡੈਂਸੀਆਂ ਕੋਐਗਜ਼ਿਸਟ ਕਰਦੀਆਂ ਸਟਰਕਚਰਲ ਕੰਡੀਸ਼ਨਾਂ ਕਰਕੇ, ਸਾਡੇ ਤੁਹਾਡੇ ਕਰਕੇ ਨਹੀਂ ਹੈ। ਜੇ ਪੰਜਾਬੀ ਆਇਡੈਂਟੀਟੀ ਦੀ ਟੈਂਡੈਂਸੀ ਐਗਜ਼ਿਸਟ ਕਰ ਰਹੀ ਹੈ ਤੇ ਇੱਕ ਹਿਸਟਰੀ ਉਹਦੀ, ਉਹਦੇ 'ਚ ਕਲਚਰ ਹੈ, ਉਹਦੇ 'ਚ ਇੱਕ ਆਪਣਾ ਉਹਦਾ ਇੱਕ ਆਪਣੀ ਰਾਜਨੀਤੀ ਹੈ, ਉਹ ਹਿਸਟੋਰੀਕਲੀ ਐਗਜ਼ਿਸਟ ਕਰਦੀ ਹੈ। ਤੁਹਾਡੇ ਮੇਰੇ ਕਰਕੇ ਨਹੀਂ ਕਰ ਰਹੀ। ਆਬਵੀਅਸਲੀ ਸੂਫੀਆਂ, ਜੋਗੀਆਂ, ਨਾਥਾਂ, ਸਿੱਧਾਂ, ਉਹ ਉੱਥੋਂ ਕਰਦੀ ਹੈ। ਇਸੇ ਕਰਕੇ ਆਰਗੈਨਿਕ ਹੈ। ਇਸੇ ਕਰਕੇ ਜਿਹੜੀ ਇੱਕ ਸੰਪਰਦਾਇਕਤਾ ਵਾਲੀ ਹੈ ਉਹ ਵੀ ਆਰਗੈਨਿਕ ਹੈ, ਉਹ ਵੀ ਹਿਸਟੋਰੀਕਲੀ ਐਗਜ਼ਿਸਟ ਕਰਦੀ ਹੈ, ਡਿਫਰੈਂਟ ਮੂਵਮੈਂਟਸ ਤੋਂ ਆਪਣੀ ਸਟਰੈਂਥ ਡਰਾ ਕਰਦੀ ਹੈ, ਡਿਫਰੈਂਟ ਟਾਈਮ ਦੇ ਡਿਸਕ੍ਰਿਮੀਨੇਸ਼ਨ ਦੀ ਟੈਂਡੈਂਸੀਆਂ ਤੋਂ ਕਰਦੀ ਹੈ। ਇਸੇ ਤਰ੍ਹਾਂ ਜਿਹੜੀ ਆਇਡੈਂਟੀਟੀ ਦੀ ਹੈ, ਚਾਹੇ ਉਹ ਰਿਲੀਜੀਅਸ ਆਇਡੈਂਟੀਟੀ ਦੀ, ਉਹ ਵੀ ਹਿਸਟੋਰੀਕਲ ਹੈ। ਜਿਸ ਟਾਈਮ ਤੇ ਰਿਲੀਜਨ ਬਣੇ ਨੇ ਜਾਂ ਸੈਕਟਸ ਆਉਂਦੇ ਨੇ, ਉਹ ਹਿਸਟੋਰੀਕਲੀ ਇਵੋਲਵ ਹੁੰਦੇ, ਆਰਗੈਨਿਕ ਨੇ। ਹੁਣ ਕੁਐਸਚਨ ਇਹ ਹੈ ਕਿ ਕਿਹੜੀ ਰਾਜਨੀਤੀ ਕਿਹੜੀ ਟੈਂਡੈਂਸੀ ਨੂੰ ਐਪਰੋਪ੍ਰੀਏਟ ਕਰੇਗੀ। ਨਹੀਂ, ਮੈਂ ਕਹਿ ਰਿਹਾ ਕਿ ਇਹੋ ਜਿਹਾ ਕੁਝ ਮਰਜ ਹੋ ਸਕਦਾ ਜਿਹੜਾ ਪੂਰੇ ਫੁੱਲੀ ਆਰਗੈਨਿਕ ਹੋ ਗਏ ਜੀ, ਸਾਰੇ ਖੁਸ਼ ਨੇ ਜੀ, ਸਾਰਿਆਂ ਨੂੰ ਨਾ ਲੱਗੇ ਜੀ ਚੀਜ਼, ਹਿੰਦੂਆਂ ਨੂੰ ਵੀ ਨਾ ਲੱਗੇ ਸਾਡੇ ਨਾਲ ਕੋਈ ਧੱਕਾ ਹੋ ਗਿਆ ਜੀ, ਸਿੱਖਾਂ ਨੂੰ ਵੀ ਨਾ ਲੱਗੇ, ਇਹੋ ਜਿਹਾ ਮਾਡਲ ਹੋ ਸਕਦਾ ਜਾਂ ਨਹੀਂ? ਤਿੰਨੋਂ ਆਰਗੈਨਿਕ ਮਾਡਲ ਹੋ ਸਕਦਾ ਕੋਈ? ਤਿੰਨੋਂ ਆਰਗੈਨਿਕ ਹੈ, ਤਿੰਨੋਂ ਕੋਐਗਜ਼ਿਸਟ ਕਰਦੀ ਹੈ। ਹੁਣ ਜੇ ਰਾਜਨੀਤੀ ਜਿਸ ਤਿੰਨਾਂ ਨੂੰ ਨਾ ਲੱਗੇ, ਨਹੀਂ ਦੇਖੋ ਤਿੰਨੋਂ ਕੋਐਗਜ਼ਿਸਟ ਕਰਦੀਆਂ, ਤਿੰਨੋਂ ਮਤਲਬ ਇੱਕ ਦੂਜੇ ਤੇ ਅਸਰਟ ਕਰ ਰਹੀਆਂ, ਇੱਕ ਦੂਜੇ ਦੇ ਨਾਲ ਕੰਪੀਟ ਕਰਦੀਆਂ, ਕਨਫਲਿਕਟ 'ਚ ਆਉਂਦੀਆਂ ਨੇ। ਹੁਣ ਇਹਦਾ ਅਸੀਂ ਜੋ ਤੁਸੀਂ ਕਿਹਾ ਨਾ ਇਕੋਨਮੀ ਤੇ ਪੋਲੀਟਿਕਸ ਦਾ, ਹੁਣ ਕਿਹੜੀ ਨੇਚਰ ਆਫ ਇਕੋਨਮੀ ਔਰ ਕਿਹੜੀ ਪੋਲੀਟਿਕਸ ਤੇ ਕਿਹੜੀ ਟੈਂਡੈਂਸੀ ਨੂੰ ਐਪਰੋਪ੍ਰੀਏਟ ਕਰੇਗੀ। ਜੇ ਕੱਲ੍ਹ ਨੂੰ ਹਿਟਲਰ ਵਰਗਾ ਲੀਡਰ ਆ ਜਾਂਦਾ ਕੋਈ, ਉਹ ਆਪਣੀ ਇੱਕ ਜਿਹੜੀ ਐਂਟੀ ਜਿਊ ਜਿਵੇਂ ਸੀ ਉੱਦਾਂ ਦੀ ਫਾਸਿਸਟ ਟੈਂਡੈਂਸੀ ਨੂੰ ਇਹਦੇ 'ਚੋਂ ਹੀ ਐਪਰੋਪ੍ਰੀਏਟ ਕਰ ਲਊਗੀ ਤੇ ਉਹ ਟੈਂਡੈਂਸੀ ਡੋਮੀਨੇਟ ਹੋ ਜਾਊਗੀ। ਸੋ ਕੁਐਸਚਨ ਅੱਜ ਇਹ ਹੈ, ਅਸੀਂ ਤਾਂ ਉਹ ਲੀਡਰਸ਼ਿਪ ਵੱਲ ਜਦੋਂ ਕੁਐਸਚਨ ਆਉਂਦਾ ਸੀ, ਇਹ ਕਹਿੰਦੇ ਆ ਵੀ ਹੁਣ ਲੀਡਰਸ਼ਿਪ ਦਾ ਰੋਲ ਇਹ ਹੈ ਕਿ ਉਹ ਟੈਂਡੈਂਸੀ ਨੂੰ ਕਰੇ ਜਿਹੜੀ ਲੋਕਾਂ ਦੇ ਹਿੱਤ ਦੀ ਟੈਂਡੈਂਸੀ ਹੈ। ਦੇ ਮੁਤਾਬਕ ਵੀ ਹੋ ਜਾਂਦਾ ਵੀ ਕਿਹਦੇ ਹਿੱਤ ਕੀ। ਜਦੋਂ ਬਹੁਤ ਖੁੱਲਦੀ ਆ ਡਿਬੇਟ ਤਾਂ ਬੜੇ ਲੋਕ ਕਹਿੰਦੇ ਕਿ ਭਾਈ ਜਿਵੇਂ ਉਹ ਕਹਿੰਦੇ ਮਾਡਰਨਿਟੀ ਹੈ, ਜਿਹੜੀ ਆਧੁਨਿਕਤਾ ਗਈ, ਜਿਹਨੂੰ ਬਹੁਤ ਸੈਲੀਬ੍ਰੇਸ਼ਨ ਹੋਇਆ ਜਿਹਦਾ, ਤੇ ਉਹਦਾ ਤਾਂ ਬਹੁਤ ਵੱਡਾ ਫੇਲਿਅਰ ਹੈਗਾ। ਇਸ ਕਰਕੇ ਜਿਹੜੇ ਸਾਡੇ ਮਾਡਲ ਨੇ, ਜੇ ਮੰਨ ਲਓ ਇਸਲਾਮਿਕ ਕ੍ਰਾਂਤੀ ਦਾ ਇਰਾਨ ਦਾ ਮਾਡਲ ਹੈਗਾ ਨਾ, ਉਸ ਤੋਂ ਬਾਅਦ ਵੱਖ-ਵੱਖ ਮਾਡਲ ਨੇ। ਜਦੋਂ ਰਿਲੀਜੀਅਸ ਸਪੇਸ 'ਚ ਖੜ ਕੇ ਕੋਈ ਗੱਲ ਕਰਦਾ ਹੈਗਾ ਆਪਣੀ ਕਿਸੇ ਮਾਡਲ ਦੀ, ਉਹ ਪੂਰੀਆਂ 10 ਐਗਜ਼ਾਮਪਲਾਂ ਤੁਹਾਡੇ ਮੂਹਰੇ ਸੱਟ ਦਿੰਦਾ। ਤੇ ਮੈਂ ਇਸੇ ਕਰਕੇ ਕਹਿ ਰਿਹਾ ਤਿੰਨੋਂ ਕੋਐਗਜ਼ਿਸਟ ਕਰਦੀਆਂ ਨੇ, ਤਿੰਨੋਂ ਰੀਅਲ ਹੈ, ਅਨਰੀਅਲ ਨਹੀਂ ਹੈ। ਇਸੇ ਕਰਕੇ ਅਸੀਂ ਕਹਿੰਦੇ ਆ ਵੀ ਕੰਪੀਟਿੰਗ ਜਿਹੜੀਆਂ ਟੈਂਡੈਂਸੀਜ਼ ਐਗਜ਼ਿਸਟ ਕਰਦੀਆਂ ਨੇ ਤੇ ਜੋ ਕੰਪੀਟ ਕਰਕੇ ਤੇ ਉਹ ਆ ਜਾਣਗੇ। ਹਾਂ, ਇਸੇ ਕਰਕੇ ਲੋਕਾਂ ਨੇ ਚੁਆਇਸ ਕਰਨੀ ਹੈ। ਇਸੇ ਕਰਕੇ ਕੋਈ ਚੁਆਇਸ ਮੈਂ ਲੋਕਾਂ ਦੇ ਬਿਹਾਫ ਤੇ ਨਾ ਤੁਸੀਂ ਕਰ ਸਕਦੇ ਹੋ ਨਾ ਮੈਂ ਕਰ ਸਕਦੇ। ਇਹ ਤਾਂ ਲੋਕਾਂ ਨੇ ਚੂਜ਼ ਕਰਨੀ ਹੈ ਕਿਹੜੀ ਟੈਂਡੈਂਸੀ ਦੇ ਨਾਲ ਖੜੇ ਹੋਣਾ। ਔਰ ਵਰਲਡ 'ਚ ਇਹ ਨਹੀਂ ਹੈ ਹਿਸਟਰੀ 'ਚ ਕਿ ਡੈਮੋਕ੍ਰੇਸੀ ਰਹੀ ਹੋਵੇ, ਫਾਸਿਜ਼ਮ ਵੀ ਆਏ, ਅਥੋਰੀਟੇਰੀਅਨਿਜ਼ਮ ਵੀ ਆਏ, ਥਿਓਕ੍ਰੈਟਿਕ ਸਟੇਟਸ ਵੀ ਬਣੀਆਂ ਨੇ, ਲੋਕਾਂ ਨੇ ਚੂਜ਼ ਕੀਤੇ ਨੇ। ਬਾਅਦ 'ਚ ਕਿਹਾ ਗਲਤ ਚੁਆਇਸ ਹੋ ਗਈ। ਅਸੀਂ ਜਦੋਂ ਸਾਰਾ ਹਿਟਲਰ ਦਾ ਇਤਿਹਾਸ ਪੜ੍ਹਦੇ ਹਾਂ, ਉਹ 'ਚ ਜਿਹੜੀਆਂ ਲੈਫਟ ਮੂਵਮੈਂਟ ਸੀ ਉਹਨੇ ਕਿਹਾ ਗਲਤ ਚੁਆਇਸ ਕਰ ਲਈ ਅਸੀਂ ਸੋਸ਼ਲਿਸਟ ਨੈਸ਼ਨਲਿਜ਼ਮ ਦੇ ਨਾਲ ਖੜੇ ਹੋ ਗਏ, ਜਿਹੜਾ ਐਕਚੁਅਲੀ ਫਾਸਿਜ਼ਮ 'ਚ ਕਨਵਰਟ ਹੋ ਗਿਆ। ਸੋ ਡੂ ਪੀਪਲ ਡੂ ਕਮਿਟ ਐਰਰਸ, ਡੂ ਕਮਿਟ ਰੋਂਗ ਚੁਆਇਸਿਸ। ਅੱਛਾ, ਵਾਟ ਵੀ ਕਾਲ ਰੋਂਗ, some people may say it is right for them. ਸੋ ਇਹ ਹਿਸਟੋਰੀਕਲ ਡਿਬੇਟ ਹੈ, ਇਹਦਾ ਰੈਜ਼ੋਲੂਸ਼ਨ ਟੀਵੀ ਸਟੂਡੀਓ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ। ਔਰ ਥੱਲੇ ਜਿਹੜਾ ਸਮਾਜ ਹੈ ਇਹ ਉਹਨੇ ਕਰਨਾ ਹੈ, ਉੱਥੇ ਲੋਕਾਂ ਨੇ ਪੋਜੀਸ਼ਨਾਂ ਲੈਣੀਆਂ, ਨਾ ਕਿ ਅਸੀਂ ਕਹਿ ਦਈਏ ਵੀ ਇਹ ਚੰਗਾ ਮਾੜਾ ਜਿਹੜਾ ਹੈਗਾ ਇਹਦੀ ਟੀਵੀ ਸਟੂਡੀਓ ਥਿਊਰਾਈਜ਼ ਤਾਂ ਹੋ ਸਕਦਾ ਨਾ। ਇਹ ਮੈਂ ਤੁਹਾਡੇ ਤੇ ਪੁੱਛ ਰਿਹਾ ਕਿ ਮਾਡਰਨਿਟੀ ਹੈ ਜਿਹੜੀ ਆਧੁਨਿਕਤਾ ਹੈ ਨਾ, ਕਹਿ ਜਾਂਦਾ ਪੋਸਟ ਮਾਡਰਨ ਦੌਰ ਦੀ ਵੀ ਗੱਲ ਹੋਈ, ਮਾਡਰਨਿਟੀ ਦੀ ਦੌਰ ਹੋਈ, ਉਦੋਂ ਪਹਿਲਾਂ ਮਿਡੇਵਲ ਦੌਰ ਆ ਗਿਆ। ਮਾਡਰਨਿਟੀ ਦੇ ਅੰਦਰ ਇਹ ਵੈਲਫੇਅਰ ਸਟੇਟ ਪੈਦਾ ਹੁੰਦੀ ਹੈਗੀ। ਉਹ ਤੋਂ ਬਾਅਦ ਇਹਦੇ ਬਹੁਤ ਸਾਰੇ, ਮੈਂ ਪੰਜਾਬ ਦੇ ਰੈਫਰੈਂਸ 'ਚ ਇਹ ਗੱਲ ਕਰ ਰਿਹਾ ਹੈਗਾ ਤੁਹਾਡੇ ਨਾਲ। ਦੇਖੋ ਵੈਲਫੇਅਰ ਸਟੇਟ ਤੁਸੀਂ ਕਿਉਂਕਿ ਮਾਡਰਨ ਅਸੀਂ ਕਹਿੰਦੇ ਵੀ ਕੈਪੀਟਲਿਜ਼ਮ 'ਚੋਂ ਨਿਕਲ ਕੇ ਆਈ, ਜਦੋਂ ਕੈਲਸਨੈਸ ਆਫ ਕੈਪੀਟਲਿਜ਼ਮ ਹੈ ਉਦੋਂ ਤੁਹਾਨੂੰ ਲੱਗਦਾ ਵੀ ਕੁਛ ਮੋਡਰੇਸ਼ਨ ਕਰ ਦਿਓ ਅਤੇ ਉਹਦੇ ਨਾਲ ਕੁਛ ਸਬਸਿਡੀਜ਼, ਕੁਛ ਇਹ ਸਾਰੀਆਂ ਵੈਲਫੇਅਰ ਦੇ ਨਾਮ 'ਤੇ ਹਿਊਮਨ ਫੇਸ ਜਿਹੜਾ ਹੈਗਾ ਉਹ ਵੈਲਫੇਅਰ ਦਾ ਕੱਢ ਲਓ। ਸੋ ਦੋਜ਼ ਆਰ ਦਾ ਡਿਫਰੈਂਟ ਮੂਵਮੈਂਟਸ ਵਿਚ ਹੈਵ ਬੀਨ ਹੈਪਨਿੰਗ। ਦਾ ਕੁਐਸਚਨ ਇਜ਼
ਇਹ ਹੁਣ ਕੈਪੀਟਲਿਜ਼ਮ ਪੰਜਾਬ ਦੀ ਮਾਡਰਨਿਟੀ ਨੂੰ ਕਹਿ ਰਿਹਾ ਮੈਂ ਕਿ ਜਿਵੇਂ ਮਤਲਬ ਜਿਹੜਾ ਦੂਸਰਾ ਤਰਕ ਆ ਨਾ, ਜਿਵੇਂ ਮੰਨ ਲਓ ਮੈਂ ਕਿਉਂਕਿ ਸਾਰੀਆਂ ਧਿਰਾਂ ਨੂੰ ਤੁਸੀਂ ਵੀ ਪੜ੍ਹਦੇ ਹੋ, ਚਲੋ ਆਪਾਂ ਵੀ ਪੜ੍ਹਦੇ ਰਹੀਦਾ, ਸਮਝਦੇ ਰਹੀਦਾ, ਦੇਖਦੇ ਰਹੀਦਾ ਕੌਣ ਕੀ ਕਹਿ ਰਿਹਾ ਹੈਗਾ ਦੁਨੀਆ ਦੇ ਉੱਤੇ, ਨਿਊ ਮਾਰਕਸਿਸਟ ਕੀ ਕਹਿ ਰਹੇ ਨੇ, ਪੋਸਟ ਮਾਡਰਨਿਸਟ ਕੀ ਕਹਿ ਰਹੇ ਨੇ, ਜਾਂ ਪੰਜਾਬ ਦੇ ਅੰਦਰ ਸਿੱਖਾਂ ਦੇ ਵੱਖ-ਵੱਖ ਧੜੇ ਕਿਹੜੀ ਗੱਲ ਕਰ ਰਹੇ ਨੇ। ਜਦੋਂ ਉਧਰਲੇ ਪਾਸਿਓਂ ਤਰਕ ਆਉਂਦਾ ਗਾ ਤਾਂ ਉਹ ਇਹ ਕਹਿੰਦੇ ਹੈਗੇ ਕਿ ਮਾਡਰਨ ਸਟੇਟ ਆ ਜਿਹੜੀ ਮਾਡਰਨਿਟੀ ਦਾ ਬਹੁਤ ਵੱਡਾ ਸੈਲੀਬ੍ਰੇਸ਼ਨ ਹੋਇਆ ਗਾ, ਇਹ ਤੇ ਬਹੁਤ ਵੱਡੇ ਫੇਲਿਅਰ 'ਚ, ਬਹੁਤ ਵੱਡੇ ਕ੍ਰਾਈਸਿਸ 'ਚ ਖੜੀ ਹੈਗੀ। ਇਸ ਕਰਕੇ ਜਿਹੜਾ ਨਵਾਂ ਚੀਜ਼ਾਂ ਡਿਵੈਲਪ ਹੋਣਗੀਆਂ ਉਹਦਾ ਦਿਖ ਰਿਹਾ ਹੈਗਾ, ਫਿਰ ਕਦੇ ਕੋਈ ਤਾਲਿਬਾਨ ਨਾਲ ਜੋੜਦਾ, ਕਦੇ ਕੋਈ ਇਰਾਨ ਨਾਲ ਜੋੜਦਾ ਜਾ ਕੇ ਉਹਨੂੰ 79। ਦੇਖੋ ਮੈਨੂੰ ਤਾਂ ਇਹ ਫੇਜ਼ ਤੁਸੀਂ ਮਾਡਰਨਿਟੀ ਨੂੰ ਸੈਲੀਬ੍ਰੇਟ ਕੀਤਾ ਹੋਣਾ, ਮੈਂ ਤਾਂ ਸਿਰਫ ਇੱਕੋ ਹੀ ਗੱਲ ਮੈਨੂੰ ਸਮਝ ਆਉਂਦੀ ਹੈ ਵੀ ਕੈਪੀਟਲਿਜ਼ਮ ਹੈ, ਪੋਸਟ ਕੈਪੀਟਲਿਜ਼ਮ ਹੈ, ਔਰ ਉਹਦਾ ਜਿਹੜਾ ਆਲਟਰਨੇਟਿਵ ਸੋਸ਼ਲਿਜ਼ਮ ਹੈ। ਦੇਖੋ ਮੈਨੂੰ ਤਾਂ ਗੱਲ ਮੋਟੀ ਸਮਝ ਆਉਂਦੀ ਹੈ, ਮੈਂ ਕੋਈ ਇਹਨਾਂ ਕਿ ਇਹ ਜਿਹੜੀਆਂ ਡਾਇਵਰਸ਼ਨ ਨੇ, ਪਗਡੰਡੀਆਂ ਨੇ, ਇਹਨਾਂ ਦੇ ਚੜ੍ਹ ਕੇ ਕਨਫਿਊਜ਼ ਨਹੀਂ ਹੋਣਾ ਚਾਹੁੰਦਾ। ਮੈਨੂੰ ਇਹ ਲੱਗਦਾ ਕਿ ਜਦੋਂ ਨੇਸ਼ਨ ਸਟੇਟ ਕੈਪੀਟਲਿਜ਼ਮ ਡਿਵੈਲਪ ਕਰਦਾ, ਉਹਦੇ 'ਚ ਕਿਸ ਤਰ੍ਹਾਂ ਕੁਝ ਕਲਾਸਿਸ ਨੂੰ ਐਡਵਾਂਟੇਜ ਮਿਲਦੇ ਨੇ, ਕੁਝ ਕਲਾਸਿਸ ਮਾਰਜਨਲਾਈਜ਼ ਹੁੰਦੀਆਂ ਨੇ, ਔਰ ਜਿਹੜੀਆਂ ਮਾਰਜਨਲ ਟੈਂਡੈਂਸੀਜ਼ ਨੇ ਉਹਨਾਂ ਨੂੰ ਕੋਆਪਟ ਕੀਤਾ ਜਾਂਦਾ ਵਿਦਿਨ ਦਾ ਸਿਸਟਮ ਸੋ ਦੈਟ ਰਿਵੋਲਟ ਨਾ ਹੋਣ, ਰੈਵੋਲੂਸ਼ਨ ਨਾ ਹੋਣ। ਇਹ ਸਟੇਟ ਦਾ ਰੋਲ ਹੈ। ਸਟੇਟ ਪਲੇ ਦੇ ਮੋਡਰੇਟਿੰਗ ਰੋਲ ਇਨ ਜਿਨ੍ਹਾਂ ਨੂੰ ਮਤਲਬ ਤੁਸੀਂ ਕੋਆਪਸ਼ਨ ਦੀ ਸਟ੍ਰੈਟਜੀ। ਇਸੇ ਕਰਕੇ ਜੇ ਆਪਾਂ ਪੰਜਾਬ ਦੇ ਕੌਨਟੈਕਸਟ 'ਚ ਕਹੀਏ ਕਿ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਮੈਂ ਬਿਲਕੁਲ ਕੰਟੈਕਚੁਅਲਾਈਜ਼ ਕਰ ਦਿੰਦਾ ਕਿ ਉਹਨਾਂ ਨੇ ਕੋਆਪਟ ਕੀਤਾ ਆਪਣੇ ਕੋਲ, ਉਹਨਾਂ ਦੇ ਕੋਲ ਸ਼ਡਿਊਲ ਕਾਸਟ ਵੀ ਨਾਲ ਲਿਆਂਦੇ, ਉਹਨਾਂ ਨੇ ਵਿੱਚ ਅਰਬਨ ਟ੍ਰੇਡਰ ਨੂੰ ਵੀ ਨਾਲ ਲਿਆਂਦਾ, ਉਹਨਾਂ ਨੇ ਪੈਜੈਂਟ ਵੀ ਨਾਲ ਲਿਆਂਦਾ। ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਇਹਨਾਂ ਨੂੰ ਹਿਸਟੋਰੀਕਲੀ ਕੋਆਪਟ ਕੀਤਾ, ਔਰ ਕੋਈ ਪੋਲੀਟੀਕਲ ਪਾਰਟੀ ਜਿਹੜੀਆਂ ਮੇਨ ਸੀਗੀਆਂ ਐਕਸਕਲੂਸਿਵ ਨਹੀਂ ਬਣੀਆਂ। ਸੋ ਦੈਟ ਇਜ਼ ਇਸੇ ਕਰਕੇ ਸ਼ਾਇਦ ਇੱਥੇ ਐਕਸਕਲੂਸਿਵ ਕੈਟੇਗਰੀ ਜਿਹੜੀਆਂ ਕਾਸਟ ਦੀਆਂ, ਰਿਲੀਜਨ ਦੀਆਂ ਡਿਵੈਲਪ ਨਹੀਂ ਹੋਈਆਂ, ਔਰ ਉਹਦੇ ਪਿੱਛੇ ਮੈਂ ਤੁਹਾਨੂੰ ਫਿਰ ਕਿਹਾ ਸੀ ਵੱਡਾ ਰੋਲ ਕਲਚਰਲ ਕੌਨਟੈਕਸਟ ਵੀ ਹੁੰਦਾ, ਉਹਦਾ ਉਹ 'ਚ ਅਵੇਲੇਬਲ ਹੁੰਦਾ। ਇਹ ਚੀਜ਼ ਸੋਇਲ 'ਚ ਅਵੇਲੇਬਲ ਹੈ, ਤੁਸੀਂ ਐਪਰੋਪ੍ਰੀਏਟ ਕਰਨੀ ਤੁਹਾਨੂੰ ਅਵੇਲੇਬਲ ਹੈ, ਇਹ ਕੀਤਾ ਗਿਆ। ਔਰ ਮੈਂ ਇਹਨੂੰ ਔਰ ਨਾਲ ਪੈਰਲਲ ਟੈਂਡੈਂਸੀਜ਼ ਆਈਆਂ ਜਿਨ੍ਹਾਂ ਨੇ ਐਕਸਕਲੂਸਿਵ ਨੂੰ ਐਪਰੋਪ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ, ਚਾਹੇ ਉਹ ਖਾਲਿਸਤਾਨ ਦੀ ਮੂਵਮੈਂਟ ਸੀ, ਚਾਹੇ ਉਹ ਹਿੰਦੀ ਐਜੀਟੇਸ਼ਨ ਸੀ, ਉਹਨਾਂ ਨੇ ਕੀਤਾ ਡਿਫਰੈਂਟ ਟਾਈਮਸ 'ਤੇ, ਉਹ ਵੀ ਐਗਜ਼ਿਸਟ ਕੀਤੀਆਂ ਕਿਉਂਕਿ ਉਹ ਵੀ ਰਿਜ਼ਰਵਾਇਰ ਅਵੇਲੇਬਲ ਹੈ, ਜਿਹਨੂੰ ਅਸੀਂ ਕਹਿੰਦੇ ਉਹਦੀਆਂ ਨੈਸੈਸਰੀ ਕੰਡੀਸ਼ਨ ਸਮਾਜ 'ਚ ਅਵੇਲੇਬਲ ਹੁੰਦੀਆਂ ਨੇ। ਹੁਣ ਰਾਜਨੀਤੀ ਦੇ ਵਿੱਚ ਤੁਸੀਂ ਸੋਚੋ ਵੀ ਇਹ ਕੰਟਰਾਡਿਕਸ਼ਨ ਕੈਪੀਟਲਿਜ਼ਮ ਜਾਂ ਮਾਡਰਨ ਕੈਪੀਟਲਿਜ਼ਮ ਰਿਜ਼ੋਲਵ ਕਰ ਲਏਗਾ ਔਨ ਇਟਸ ਓਨ, ਤਾਂ ਮੈਨੂੰ ਲੱਗਦਾ ਵੀ ਇਹ ਕਿਸੇ ਜ਼ਮਾਨੇ ਕਿਹਾ ਜਾਂਦਾ ਸੀਗਾ ਨਹਿਰੂਅਨ ਟਾਈਮ 'ਤੇ ਕਿ ਵੀ ਜਦੋਂ ਸਟੇਟ ਡਿਵੈਲਪ ਕਰੂਗੀ ਔਰ ਆਟੋਮੈਟਿਕਲੀ ਇਹ ਕੰਟਰਾਡਿਕਸ਼ਨ ਰਿਜ਼ੋਲਵ ਹੋ ਜਾਣਗੀਆਂ ਅਤੇ ਸੈਕੂਲਰਿਜ਼ਮ ਆਪੇ ਇਟ ਵਿਲ ਬੀ ਵਿਕਟਰੀ ਆਫ ਸੈਕੂਲਰਿਜ਼ਮ। ਇਹ ਤਾਂ ਵਧੀਆ ਨੇ ਸੌਂਕਾ। ਹਾਂ ਉਹ ਵਧੀਆ ਨੇ। ਇਸੇ ਕਰਕੇ ਜਿਹੜਾ ਮਤਲਬ ਗਲੋਬਲਾਈਜੇਸ਼ਨ ਵੇਲੇ ਕਿਹਾ ਜਾਂਦਾ ਸੀ ਕਾਸਟ ਖਤਮ ਹੋ ਜੂ, ਕ੍ਰੀਡ ਖਤਮ ਹੋ ਜੂ, ਤਾਂ ਉਹ ਹੋਰ ਤਿੱਖਾ ਸਵਾਲ ਹੋ ਗਿਆ। ਉਹ ਇਸੇ ਕਰਕੇ ਹੋ ਗਿਆ। ਤੁਹਾਨੂੰ ਮੈਂ ਵਿਚਕਾਰ ਜਦੋਂ ਕਿਹਾ ਸੀ ਬਲਰ ਕਰਨਾ ਪੈਂਦਾ ਉਹਨਾਂ ਨੂੰ। ਜਦੋਂ ਤੁਸੀਂ ਲੋਕਾਂ ਨਾਲ ਜੋ ਪ੍ਰੋਮਿਸ ਕਰਦੇ ਹੋ, ਜੋ ਲੋਕਾਂ ਨਾਲ ਵਾਅਦੇ ਕਰਦੇ ਹੋ, ਤੁਸੀਂ ਇਹ ਕਰਦੇ ਹੋ ਵੀ ਗਰੀਬ ਤੋਂ ਲੈਂਦੇ ਹੋ ਵੋਟ, ਅਮੀਰ ਤੋਂ ਲੈਂਦੇ ਹੋ ਪੈਸੇ, ਫਿਰ ਉਹਨਾਂ ਨੂੰ ਪ੍ਰੋਮਿਸ ਕਰਦੇ ਹੋ ਕਿ ਅਸੀਂ ਤੁਹਾਨੂੰ ਇੱਕ ਦੂਜੇ ਤੋਂ ਬਚਾਵਾਂਗੇ। ਹੁਣ ਜਦੋਂ ਤੁਸੀਂ ਉਹਨੂੰ ਨਹੀਂ ਬਚਾ ਪਾਉਂਦੇ ਗਰੀਬ ਨੂੰ ਉੱਤੋਂ, ਫਿਰ ਤੁਸੀਂ ਉਹਨੂੰ ਕਾਸਟ ਯਾਦ ਦਿਲਾ ਦਿੰਦੇ ਹੋ, ਫਿਰ ਤੁਸੀਂ ਉਹਦਾ ਧਰਮ ਯਾਦ ਦਿਲਾ ਦਿੰਦੇ ਹੋ, ਫਿਰ ਰਾਮ ਜਨਮ ਭੂਮੀ ਵੱਲ ਲੈ ਜਾਂਦੇ ਹੋ। ਇਹ ਤੁਸੀਂ ਕਰਦੇ ਹੋ। ਇਹਨੂੰ ਅਸੀਂ ਆਈਡੀਓਲੋਜੀ ਦਾ ਰੋਲ ਇਹ ਹੀ ਹੁੰਦਾ ਹੈ ਕਿ ਬਲਰ ਕਰਨਾ ਰੀਅਲ ਕੰਟਰਡਿਕਸ਼ਨ ਦਾ। ਜਿਹੜੀ ਆਲਟਰਨੇਟ ਆਈਡੀਓਲੋਜੀ ਹੈ, ਥਾਟ ਹੈ, ਉਹਨੇ ਰਿਵੀਲ ਕਰਨਾ ਕਿ ਦੇਖੋ ਇਹ ਕਰ ਰਹੇ ਤੁਹਾਡੇ ਨਾਲ, ਤੁਹਾਡਾ ਧਰਮ ਵਿੱਚ ਲਿਆ ਰਹੇ, ਤੁਹਾਡੀ ਕਾਸਟ ਲਿਆ ਰਹੇ ਨੇ। ਇਹ ਕਹਿ ਰਹੇ ਹੁਣ ਆਪਾਂ ਹੁਣ ਬਸ ਸ਼ਡਿਊਲ ਕਾਸਟ ਬਣਾਤਾ, ਹੁਣ ਸਾਰੇ ਸ਼ਡਿਊਲ ਕਾਸਟ ਜਿਹੜੇ ਹੈਗੇ ਨੇ ਲਿਬਰੇਟ ਹੋ ਜਾਣਗੇ, ਉਹਨਾਂ ਨੂੰ ਹੁਣ ਕੋਈ ਪ੍ਰੋਬਲਮ ਨਹੀਂ ਆਊਗੀ ਹੈ। ਉਹ ਮੰਡਲ ਕਮਿਸ਼ਨ 'ਚ ਦੀ ਰਿਪੋਰਟ 'ਚ ਇੱਕ ਬੜਾ ਇੰਟਰਸਟਿੰਗ ਪੈਰਾ ਹੈ। ਉਹ ਕਹਿੰਦਾ ਵੀ ਅਸੀਂ ਇਹ ਰਿਜ਼ਰਵੇਸ਼ਨ ਮੈਂ ਸੁਜੈਸਟ ਤਾਂ ਕਰ ਰਿਹਾ ਬੈਕਵਰਡ ਕਾਸਟ ਦੀਆਂ, ਪਰ ਮੈਨੂੰ ਇਹ ਪੱਕਾ ਪਤਾ ਹੈ ਕਿ ਇਹਦੇ ਨਾਲ ਸਾਰਿਆਂ ਨੂੰ ਨੌਕਰੀ ਨਹੀਂ ਮਿਲਣੀ। ਕਿਸੇ ਇੱਕ ਜੇ ਪਿੰਡ ਦਾ ਕੋਈ ਡਿਪਟੀ ਕਮਿਸ਼ਨਰ ਬਣ ਗਿਆ, ਇਹ ਸਾਈਕੋਲੋਜੀਕਲ ਸਪਿਨ ਆਫ ਸਾਰੀ ਕੌਮ ਨੂੰ ਹੋ ਸਕਦਾ, ਭਲਾ ਭੁਲਾ ਕਿਸੇ ਸਾਰਿਆਂ ਦਾ ਹੋਣਾ ਨਹੀਂ। ਤਾਂ ਸਾਈਕੋਲੋਜੀਕਲ ਸਪਿਨ ਆਫ ਤਾਂ ਰਾਜਨੀਤੀ ਦਿੰਦੀ ਹੈ, ਚਾਹੇ ਉਹ ਬਾਲਾਕੋਟ ਸਟ੍ਰਾਈਕ ਕਰ ਲਓ, ਜਾਂ ਹੁਣ BSF ਨੂੰ 50 ਕਿਲੋਮੀਟਰ ਲਿਆ ਕੇ ਅਲਟਰਾ ਨੈਸ਼ਨਲਿਜ਼ਮ ਦੇ ਡਿਸਕੋਰਸ ਨੂੰ ਸਟਰੈਂਥਨ ਕਰ ਲਓ। ਤੁਸੀਂ ਕਰਦੇ ਹੋ, ਤੁਸੀਂ ਰਾਜਨੀਤੀ ਦਾ ਕੰਮ ਹੈ ਸਾਈਕੋਲੋਜੀਕਲ ਸਪਿਨ ਆਫ ਦੇਣਾ। ਔਰ ਜਿਹੜੀਆਂ ਪੈਰਲਲ ਕੰਪੀਟਿੰਗ ਟੈਂਡੈਂਸੀ, ਉਹਨਾਂ ਨੂੰ ਇਹ ਵੀ ਇਸ ਨੂੰ ਰਿਵੀਲ ਕਰੇ ਵੀ ਇੱਕ ਤਾਂਹੀਓ ਜਿਹੜੀ ਇਹ ਡੈਮੋਕ੍ਰੇਸੀ ਦੇ ਵਿੱਚ ਦੋਨੋਂ ਐਂਗਲ ਹੁੰਦੇ ਨੇ। ਪੰਜਾਬ ਦਾ ਪੋਸਟ ਟਰੁੱਥ ਕੀ ਹੈਗਾ? ਨਹੀਂ, ਪੋਸਟ ਟਰੁੱਥ ਤਾਂ ਸਿਰਫ ਪੰਜਾਬ ਦਾ ਇਹੀ ਹੈ ਕਿ ਜਦੋਂ ਇਹ ਕੰਟਰਡਿਕਸ਼ਨ ਨੂੰ ਰਿਵੀਲ ਉਹੀ ਪਾਰਟੀਆਂ ਕਰ ਰਹੀਆਂ ਜੋ ਕਿਸੇ ਵੇਲੇ ਇਹਨਾਂ ਨਾਲ ਖੜੀਆਂ ਸੀ ਅਲਟਰਾ ਨੈਸ਼ਨਲਿਜ਼ਮ 'ਤੇ। ਇਹ ਦੇਖੋ ਪੰਜਾਬ ਦਾ ਇਹ ਵੀ ਕਮਾਲ ਆ ਬੜਾ ਵੱਡਾ। ਹੁਣ ਇਸ ਅਲਟਰਾ ਨੈਸ਼ਨਲਿਜ਼ਮ ਨੂੰ ਔਰ ਬਾਲਾਕੋਟ ਸਟ੍ਰਾਈਕ ਤੁਸੀਂ ਦੇਖੋ, ਇਹਨਾਂ ਨੂੰ ਕਿੱਦਾਂ ਹੁਣ ਦੁਬਾਰਾ ਰਿਵਾਈਵ ਕੀਤਾ ਜਾ ਰਿਹਾ ਨੈਸ਼ਨਲਿਜ਼ਮ ਦੇ ਸਾਰੇ ਡਿਸਕੋਰਸ ਨੂੰ। ਔਰ ਦੂਜਿਆਂ ਦਾ ਕੰਮ ਇਹਨੂੰ ਰਿਵੀਲ ਕਰੇ ਔਰ ਦੱਸੇ ਕਿ ਰੀਅਲ ਕੰਟਰਡਿਕਸ਼ਨ ਕਿਸਾਨੀ ਦੀ ਹੈ, ਐਗਰੀਕਲਚਰ ਦੇ ਫਿਊਚਰ ਦੀ ਹੈ, ਅਨਇੰਪਲਾਇਮੈਂਟ ਦੀ ਹੈ, ਲੋਕਾਂ ਦੇ ਜਿਹੜੇ ਯੂਥ ਦਾ ਜਿਹੜਾ ਇੱਕ ਐਸਪੀਰੇਸ਼ਨਲ ਕਲਾਸ ਜਿਹੜੀ ਅਮਰਜ ਹੋਈ ਹੈ, ਉਹਨੂੰ ਕਿੱਦਾਂ ਸਿਸਟਮ 'ਚ ਐਕਸਪ੍ਰੈਸ਼ਨ ਦੇਣਾ ਉਹਦੀ ਹੈ,
ਤੇ ਨਵੇਂ ਡਿਸਕੋਰਸ 'ਚ ਪਾਣੀ ਬਿਜਲੀ ਫ੍ਰੀ ਦੇਣ ਦਾ ਡਿਸਕੋਰਸ ਨਹੀਂ ਹੈ। ਇਹਦੇ 'ਚ ਪ੍ਰੋਡਕਟਿਵ ਅਰੇਂਜਮੈਂਟ ਸਾਡੀ ਪਾਪੂਲੇਸ਼ਨ ਦੀ ਕਿੱਦਾਂ ਹੋਏਗੀ। ਤੁਸੀਂ ਦੇਖੋ ਅੱਜ ਕੋਈ ਵੀ ਪੋਲੀਟੀਕਲ ਪਾਰਟੀ ਜੇ ਪੋਸਟ ਦੀ ਗੱਲ ਕਰਦੇ ਹੋ, ਕੋਈ ਤੁਹਾਨੂੰ ਦੱਸ ਰਹੀ ਹੈ ਵੀ ਅਸੀਂ ਪੰਜਾਬ ਦੀ ਡਿਵੈਲਪਮੈਂਟ ਦਾ ਸਾਡਾ ਮਾਡਲ ਕਿਹੜਾ ਹੋਊਗਾ? ਮੈਨੂੰ ਦੱਸ ਦਿਓ। 300 ਯੂਨਿਟ, 200 ਯੂਨਿਟ, 200 ਤੋਂ 400 ਯੂਨਿਟ ਹੈ, ਫਿਰ 2 ਕਿੱਲੇ ਦਾ ਮਾਫ, 4 ਕਿੱਲੇ ਦਾ ਮਾਫ। ਮਤਲਬ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਸਮਝ ਆ ਰਹੀ ਵੀ ਡਿਸਕੋਰਸ ਕੀ ਹੈਗਾ ਡਿਵੈਲਪਮੈਂਟ ਦਾ, ਵੀ ਕਿਸ ਲੈਵਲ ਦੀ ਅਸੀਂ ਡਿਵੈਲਪਮੈਂਟ ਕਰਾਂਗੇ, ਕਿਹੜੀ ਨੇਚਰ ਹੋਊਗੀ, ਕਿੱਦਾਂ ਲੋਕੀ ਅੰਗੇਜ ਹੋਣਗੇ, ਇੰਪਲੋਇਮੈਂਟ ਕਿੱਦਾਂ ਜਨਰੇਟ ਹੋਏਗੀ, ਪ੍ਰੋਡਕਸ਼ਨ ਕਿੱਦਾਂ ਵਧੂਗੀ, ਕ੍ਰਾਈਸਿਸ 'ਚ ਕਿੱਦਾਂ ਨਿਕਲ ਕੇ ਆਵਾਂਗੇ, ਵਰਲਡ ਲੈਵਲ ਤੇ ਸਾਡਾ ਟ੍ਰੇਡ ਕਿੱਦਾਂ ਹੋਗਾ, ਇੰਡੀਆ ਪਾਕਿਸਤਾਨ ਦੇ ਨਾਲ ਸਾਡੇ ਰਿਸ਼ਤੇ ਕਿੱਦਾਂ ਦੇ ਹੋਣਗੇ, ਉਹ ਰਿਸ਼ਤਿਆਂ ਨੂੰ ਕਿੱਦਾਂ ਸ਼ੇਪ ਕਰਕੇ ਪੰਜਾਬ ਦੇ ਕਿਸਾਨੀ ਨੂੰ ਵੀ ਉੱਧਰ ਐਕਸਪ੍ਰੈਸ਼ਨ ਮਿਲੂਗਾ। ਕੋਈ ਹੈ ਇੱਦਾਂ ਦਾ ਡਿਸਕੋਰਸ? ਮੈਨੂੰ ਦੱਸੋ। ਤੇ ਅਸੀਂ ਵੀ ਉਸੇ ਡਿਸਕੋਰਸ ਤੇ ਚੱਲੀ ਜਾਣੇ ਜੋ ਸਾਨੂੰ ਦੇਈ ਜਾਂਦੇ। ਸੋ ਅਸੀਂ ਵੀ ਆਰ ਲੈਡ ਬਾਈ ਦੈਮ। ਕੁਐਸਚਨ ਇਹ ਹੈ ਰੀਅਲ ਇਸ਼ੂਜ਼ ਨੂੰ ਆਪਾਂ ਐਡਰੈਸ ਕਰੀਏ, ਔਰ ਕਿਹੜੀ ਆਈਡੀਓਲੋਜੀ ਨਾਲ ਐਡਰੈਸ ਕਰਨਾ। ਜਿਵੇਂ ਅੰਮ੍ਰਿਤਾ ਸੈਨ ਕਹਿੰਦੇ ਨੇ, ਅੰਮ੍ਰਿਤਾ ਸੈਨ ਜਿਵੇਂ ਕਹਿੰਦੇ ਨੇ, ਇੱਕ ਪੁਆਇੰਟ ਬੜਾ ਵਧੀਆ, ਉਹ ਕਹਿੰਦੇ ਵੀ ਸਾਰੀ ਗੱਲ ਨੂੰ GDP ਨਾਲ ਜੋੜ ਕੇ ਦੇਖਣਾ ਬੜਾ ਵੱਡਾ ਡਿਜ਼ਾਸਟਰ ਹੈ, ਕਿਉਂਕਿ ਇਹ ਪ੍ਰੋਡਕਸ਼ਨ ਰਿਲੇਟਡ ਇੰਡੀਕੇਟਰ ਹੈ। GDP ਤੁਹਾਡਾ ਵਧ ਗਿਆ ਸੀ ਜੋ ਗ੍ਰੀਨ ਰੈਵੋਲੂਸ਼ਨ ਆਇਆ ਸੀ, ਗਰੋਥ ਰੇਟ ਬਹੁਤ ਵਧਿਆ ਪੰਜਾਬ 'ਚ, ਤੇ ਉਹਦਾ ਨੈਗੇਟਿਵ ਇਫੈਕਟ ਕੀ ਹੋਇਆ? ਤੁਹਾਡਾ ਅੱਜ ਜ਼ਮੀਨ ਜਿਹੜੀ ਹੈ ਬੰਜਰ ਹੋ ਗਈ ਹੈ, ਔਰ ਪਾਣੀ ਦਾ ਲੈਵਲ ਥੱਲੇ ਚਲਾ ਗਿਆ ਹੈ। ਤੇ ਔਰ ਕਿਉਂਕਿ GDP ਨਾਲ ਤੁਸੀਂ ਕੈਲਕੂਲੇਟ ਕੀਤਾ ਉਹਨੂੰ, ਤੁਸੀਂ ਇਹ ਨਹੀਂ ਦੇਖਿਆ ਕਿ এনवायरमेंट ਦਾ ਉਹਦਾ ਕੀ ਇੰਪੈਕਟ ਹੋਊਗਾ, ਲੋਕਾਂ ਦੇ ਕੀ ਇੰਪੈਕਟ ਹੋਏਗਾ, ਲੋਕਾਂ ਦੇ ਵੈਲਬੀਇੰਗ ਦੇ ਕੀ ਇੰਪੈਕਟ ਹੋਏਗਾ। ਤੇ ਮੈਜ਼ਰਮੈਂਟ ਆਫ ਡਿਵੈਲਪਮੈਂਟ ਦਾ ਵੀ ਇੱਕ ਡਿਬੇਟ ਹੈ ਬੜਾ ਵੱਡਾ। ਮੈਂ ਕਹਿ ਰਿਹਾ ਦੂਸਰਾ ਵੀ, ਚਲੋ ਆਪਾਂ ਜਮਾ ਦੂਜੇ ਐਕਸਟ੍ਰੀਮ ਪੱਖ ਤੇ ਆ ਜਾਂਦੇ ਹੈਗੇ ਨਾ। ਇੱਕ ਤੇ 84 ਤੇ 47 ਮੈਨੂੰ ਲੱਗਦਾ ਰਿਲੀਜਨ, ਜਿਹੜਾ ਰਿਲੀਜੀਅਸ ਡਿਸਕੋਰਸ ਆ ਪੰਜਾਬ ਦਾ ਬਹੁਤ ਵੱਡਾ, ਉਹ ਤੋਂ ਬਿਨਾਂ ਪੋਲਿਟਿਕਸ ਡਿਸਕਸ ਨਹੀਂ ਹੋ ਸਕਦੀ। ਸੋਸ਼ਲ ਰਿਲੀਜੀਅਸ ਪੋਲਿਟਿਕਸ ਪੰਜਾਬ ਦੀ ਹੈ। ਦੂਜਾ ਪੱਖ ਆ ਨਕਸਲਵਾੜੀ ਮੂਵਮੈਂਟ ਆ ਪੰਜਾਬ 'ਚ, ਲੈਫਟ ਆ ਪੰਜਾਬ 'ਚ, ਭਗਤ ਸਿੰਘ ਵੀ ਉਸ ਦੌਰ 'ਚ ਰਿਲੇਟ ਕਰ ਰਿਹਾ, ਉਹ ਆ ਕੇ ਕਿਸਾਨ ਅੰਦੋਲਨ ਨਾਲ ਜੁੜ ਜਾਂਦਾ ਹੈਗਾ। ਤੁਹਾਨੂੰ ਲੱਗਦਾ ਕੋਈ ਇਸ ਤਰ੍ਹਾਂ ਦੀ ਮੂਵਮੈਂਟ ਦਾ ਸਪੇਸ ਹੈ ਪੰਜਾਬ 'ਚ ਜਿਹਦੀ ਉਮੀਦ ਪੰਜਾਬ ਦੀ ਐਕਸਟ੍ਰੀਮ ਲੈਫਟ ਕਰਦਾ ਹੈ ਕਿ ਇੱਥੇ ਰੈਵੋਲੂਸ਼ਨ ਹੋ ਜਾਊਗਾ, ਇਨਕਲਾਬ ਹੋ ਸਕਦਾ ਪੰਜਾਬ 'ਚ? ਨਹੀਂ, ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਔਰ ਮੈਂ ਇਹਨੂੰ ਲੈਜੀਟੀਮਾਈਜੇਸ਼ਨ ਦੇ ਪ੍ਰੋਸੈਸ ਨਾਲ ਜੋੜ ਕੇ ਦੇਖਦਾ। ਲੈਜੀਟੀਮਾਈਜੇਸ਼ਨ 4 ਤਰੀਕੇ ਨਾਲ ਹੁੰਦੀ ਹੈ। ਪਹਿਲਾ ਹੁੰਦਾ ਸਿੰਬਲਿਜ਼ਮਸ। ਮੋਦੀ ਜੀ ਵੀ ਸਿਵਲਾਈਜੇਸ਼ਨਲ ਸਿੰਬਲ ਲੈਂਦੇ ਨੇ, ਦੁਰਗਾ ਦਾ, ਗੀਤਾ ਦਾ, ਉਹ ਸਿੰਬਲ ਲੈਂਦੇ ਨੇ, ਸਰਸਵਤੀ ਦਾ, ਤੇ ਅਸੀਂ ਭਗਤ ਸਿੰਘ ਦਾ ਲੈਂਦੇ ਹਾਂ ਸਿੰਬਲ। ਉਹਨੂੰ ਲੈਜੀਟੀਮਾਈਜ਼ ਕਰ ਰਹੇ ਆਪਣੀ ਮੂਵਮੈਂਟ ਨਾਲ। ਪਰ ਦੋਨੋਂ ਸਿੰਬਲ 'ਚ ਫਰਕ ਹੈ, ਪਰ ਹੁੰਦੇ ਸਿੰਬਲ ਹੈ। ਕੋਈ ਰਾਜਨੀਤੀ ਬਿਨਾਂ ਸਿੰਬਲ ਤੋਂ ਹੁੰਦੀ ਨਹੀਂ। ਸੋ ਉਹ ਸਿੰਬਲਸ ਹੈ। ਅੱਛਾ, ਉਸ ਤੋਂ ਬਾਅਦ ਲੈਜੀਟੀਮਾਈਜੇਸ਼ਨ ਦੇ ਪ੍ਰੋਸੈਸ 'ਚ ਹੁੰਦਾ ਵੀ ਤੁਸੀਂ ਕਿਹੜੀਆਂ ਪ੍ਰੈਕਟਿਸਿਸ, ਐਕਟੀਵਿਟੀਜ਼ ਕਰਦੇ ਹੋ ਉਹਦੇ ਨਾਲ। ਜਗਰਾਤੇ ਵੀ ਕਰਦੇ ਹੋ, ਕੀ ਕਰਦੇ ਹੋ ਤੁਸੀਂ ਕਰਨੀ ਹੈ ਐਕਟੀਵਿਟੀਜ਼, ਜਾਂ ਇੱਕ ਡਿਮੋਨਸਟ੍ਰੇਸ਼ਨ ਲੈ ਕੇ ਜਾਂਦੇ ਹੋ, ਉੱਥੇ ਲੋਕਾਂ ਦੇ ਹਿੱਤਾਂ ਨੂੰ ਰੇਜ਼ ਕਰਦੇ ਹੋ, ਉਹ ਵੀ ਐਕਟੀਵਿਟੀ ਹੈ। ਹੁਣ ਕਿਹੜੀ ਜਿਹੜਾ ਗਰੁੱਪ ਹੈ ਕਿਹੜੀ ਐਕਟੀਵਿਟੀਜ਼ ਕਰ ਰਿਹਾ, ਉਹਦੇ ਨਾਲ ਉਹਨੂੰ ਲੈਜੀਟੀਮੇਸੀ ਮਿਲਦੀ ਹੈ। ਔਰ ਲੈਜੀਟੀਮੇਸੀ ਦਾ ਮਿਲਣਾ ਉਸ ਮੂਵਮੈਂਟ ਨੂੰ ਉਹ ਅੱਗੇ ਲੈ ਕੇ ਚੱਲਦੀ ਹੈ। ਅੱਛਾ, ਇਹ ਸਾਰੀਆਂ ਟੈਂਡੈਂਸੀ ਪੈਰਲਲੀ ਐਗਜ਼ਿਸਟ ਕਰਦੀਆਂ। ਹੁਣ ਜਿਵੇਂ ਤੁਸੀਂ ਲੈਫਟ ਮੂਵਮੈਂਟ ਦੀ ਗੱਲ ਕਰ ਰਹੇ ਸੀ, ਲੈਫਟ ਮੂਵਮੈਂਟ ਜਿਹੜੀ ਹੈ ਕਿਸਾਨੀ ਨਾਲ ਜੁੜੀ ਹੋਈ ਹੈ, ਪਰ ਲੈਫਟ ਮੂਵਮੈਂਟ ਇਸ ਵੇਲੇ ਜਿਹੜਾ ਲਾਰਜਰ ਡਿਸਕੋਰਸ ਹੈ ਉਹਦੇ ਨਾਲ ਨਹੀਂ ਜੁੜੀ ਹੋਈ। ਅੱਜ ਕਨ੍ਹਈਆ ਲਾਲ ਨੂੰ ਵੀ ਕਾਂਗਰਸ 'ਚ ਆਉਣਾ ਪੈ ਰਿਹਾ ਕਿ ਜਿਹੜਾ ਇੱਕ ਸੋਸ਼ਲ ਡੈਮੋਕ੍ਰੈਟ ਦਾ ਡਿਸਕੋਰਸ ਹੈ ਉਹ ਉਸ ਤੋਂ ਡੋਮੀਨੇਟ ਨਹੀਂ ਹੋ ਪਾਇਆ। ਲੈਫਟ ਜਿਹੜਾ ਹੈਗਾ ਉਹ ਸਿਰਫ ਕਮਿਊਨਿਸਟ ਪਾਰਟੀਆਂ ਦਾ ਇੱਕ ਉਹ ਪੁਰਾਣਾ ਜਿਹੜਾ ਮਾਡਲ ਸੀ ਉਹ 'ਚ ਰਹਿ ਗਿਆ। ਉਹਨਾਂ ਨਵਾਂ ਜਿਹੜਾ ਸੋਸ਼ਲ ਡੈਮੋਕ੍ਰੈਟਸ ਦਾ ਇੱਕ ਨਵਾਂ ਮਾਡਲ ਲੈ ਕੇ ਆਉਣਾ ਸੀ, ਨਹੀਂ ਲੈ ਕੇ ਆਏ, ਉਹ 'ਚ ਸਟੈਗਨੇਸ਼ਨ ਆਈ ਹੈ। ਔਰ ਇਸੇ ਕਰਕੇ ਮੈਨੂੰ ਲੱਗਦਾ ਵੀ ਹਾਲੇ ਥਰਡ ਦਾ ਜਿਹੜਾ ਤੁਹਾਨੂੰ ਕਿਹਾ ਰੀਜਨਲ ਲੈਵਲ ਤੇ ਬੜਾ ਲੈਫਟ ਦਾ ਸੋਸ਼ਲ ਡੈਮੋਕ੍ਰੈਟਿਕ ਨਾ ਹੋਣਾ ਉਹਦਾ ਫੇਲਿਅਰ ਹੈ, ਨਾ ਹੋਣਾ ਉਹਦਾ ਫੇਲਿਅਰ ਹੈ। ਜੇ ਸੋਸ਼ਲ ਡੈਮੋਕ੍ਰੈਟ ਹੋ ਜਾਣ ਤੇ ਲੈਫਟ ਸਕਸੀਡ ਕਰੇਗਾ। ਸਾਰੇ ਯੂਰਪ 'ਚ ਕੀਤਾ, ਉਹ ਇੱਕ ਅਲੱਗ ਡਿਬੇਟ ਹੈ, ਉਹਦੇ ਤੇ ਆਪਾਂ ਅਲੱਗ ਆਵਾਂਗੇ। ਉਹਦੇ ਸੋਸ਼ਲ ਡੈਮੋਕ੍ਰੇਟ ਵੀ ਫੇਲ ਹੋ ਗਏ, ਸਮਾਜਵਾਦੀ ਬਹੁਤ ਸਾਰੇ ਜਿਹੜੇ ਆ, ਰਾਮ ਰੋਹੀਆ ਵਾਲੀ ਪੂਰੀ ਲਾਈਨ, ਦੇਖੋ ਟਾਈਮ ਹੁੰਦਾ, ਜੋਗਿੰਦਰ ਯਾਦਵ ਹੋਰਾਂ ਵਾਲਾ ਪੂਰਾ, ਉਹ ਸਾਰੇ ਜਿਹੜੀ ਪੂਰੇ, ਚਲੋ ਉਹ ਟਾਈਮ ਉਸ ਵੇਲੇ ਦਾ ਹੈਗਾ। ਜੇ ਕੁਐਸਚਨ ਇਹ ਹੈ ਕਿਹੜੇ ਟਾਈਮ, ਮੈਂ ਕਹਿੰਦਾ ਸੋਸ਼ਲ ਡੈਮੋਕ੍ਰੇਟ ਵੀ ਨਹੀਂ ਨਾ ਫਿਰ ਸਕਸੈਸਫੁਲ ਹੋਏ। ਦੇਖੋ ਜਨਤਾ ਪਾਰਟੀ ਦਾ ਜਿਹੜਾ ਉਹ ਸਾਰਾ ਸੈਕਸ਼ਨ ਸੀ, ਪੋਲਿਟਿਕਸ ਡੀਰੇਲ ਹੋ ਗਈ ਉਹਦੀ। ਆਪਾਂ ਉਹਦੇ 'ਚ ਕਿ ਵੀ ਮਾਇਆਵਤੀ ਦਾ ਸਕਸੀਡ ਹੋਈ। ਕੁਐਸਚਨ ਸਿਰਫ ਇੰਨਾ ਹੈ ਕਿ ਜਿਹੜਾ ਸਪੇਸ ਵਿਕੇਟ ਹੋਇਆ ਸੀ ਥੱਲੇ ਪੂਅਰ ਦਾ, ਉਹ ਕਿੰਨੇ ਡੋਮੀਨੇਟ ਕੀਤਾ? ਸੋਸ਼ਲ ਡੈਮੋਕ੍ਰੇਟ ਨੇ ਨਹੀਂ ਕੀਤਾ, ਲੈਫਟ ਨੇ ਨਹੀਂ ਕੀਤਾ। ਹੁਣ ਉਹਦੇ 'ਚ ਮੁਲਾਇਮ ਸਿੰਘ ਯਾਦਵ ਆ ਗਏ, ਯਾਦਵਾਂ ਦੇ ਆ ਗਏ, ਉਧਰੋਂ ਲਾਲੂ ਪ੍ਰਸਾਦ ਯਾਦਵ ਆ ਗਏ, ਉਧਰੋਂ ਮਾਇਆਵਤੀ ਆ ਗਈ, ਉਧਰੋਂ ਸਾਊਥ ਦੇ ਵਿੱਚ ਸਾਰੇ। ਤੁਸੀਂ, ਮੈਂ ਤੁਹਾਨੂੰ ਕਿਉਂ ਇਹ ਗੱਲ ਕਹਿ ਰਿਹਾ ਕਿ ਮੈਂ ਕਹਿੰਦਾ ਲੈਫਟ ਦੇ ਅੰਦਰ ਵੀ ਤਾਂ ਮੰਨ ਲਓ ਇੱਕ ਲੈਫਟ ਤਾਂ ਤੁਸੀਂ ਕਹਿੰਦੇ ਜਿਹੜਾ ਸੋਸ਼ਲ ਡੈਮੋਕ੍ਰੇਟਿਕ ਬਣ ਜੂਗਾ, ਇੱਕ ਲੈਫਟ ਤੇ ਜਿਹੜਾ ਐਕਸਟ੍ਰੀਮ ਲੈਫਟ ਆਗਾ ਹਨਾ, ਜਿਹੜੀਆਂ ਜਥੇਬੰਦੀਆਂ ਮੰਨਦੀਆਂ ਨੇ ਕਿ ਭਾਈ ਇਨਕਲਾਬ ਤੋਂ ਬਿਨਾਂ ਗੁਜ਼ਾਰਾ ਨਹੀਂ ਹੈ ਤੇ ਇਨਕਲਾਬ ਵੋਟਾਂ ਨਾਲ ਨਹੀਂ ਹੋਣਾ, ਠੀਕ ਐ ਹੈਗੇ ਨੇ ਤੇ ਠੀਕ ਹੈ। ਮੈਂ ਤਾਂ ਕਹਿ ਰਿਹਾ ਹੈਗੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ 'ਚ ਵੀ ਹੈਗੇ। ਉਹਨਾਂ ਦਾ ਤੁਸੀਂ ਕੀ ਫਿਊਚਰ ਦੇਖਦੇ ਹੋ?
ਨਹੀਂ ਫਿਊਚਰ ਉਹਨਾਂ ਦਾ ਹੈ ਕਿ ਐਟਲੀਸਟ ਰੀਅਲ ਇਸ਼ੂ ਜਿਹੜੇ ਕਹਿੰਦੇ ਕਿ ਪ੍ਰਮੋਦ ਕੁਮਾਰ ਦਾ ਆਈਡੀਸੀ ਵੰਡ ਕੇ ਇਹ ਵੀ ਸਾਰਿਆਂ 'ਚ ਮਤਲਬ ਇਕੁਅਲ ਸਾਰਾ ਸਿਸਟਮ ਕਰ ਦਾਂਗੇ ਔਰ ਇਹ ਇਕੱਲੀ ਵੋਟਾਂ ਵਾਲੀ ਡੈਮੋਕ੍ਰੇਸੀ ਨਾਲ ਨਹੀਂ ਹੋਣਾ, ਨਹੀਂ ਇਹਦੇ 'ਚ ਇਹ ਰੈਵੋਲੂਸ਼ਨ ਮੰਗਦਾ ਹੈਗਾ, ਰੂਸ ਵਰਗਾ ਇਹ ਰੈਵੋਲੂਸ਼ਨ। ਇਹਦੇ 'ਚ ਜਿਹੜਾ ਉਹ ਡਿਸਕੋਰਸ ਹੈਗਾ ਉਹ ਐਟਲੀਸਟ ਰੀਅਲ ਇਸ਼ੂਜ਼ ਰੇਜ਼ ਕਰਦਾ, ਮੇਰੇ ਲਈ ਉਹ ਬੜਾ ਰੈਲੇਵੈਂਟ ਹੈ। ਬਸ ਇਸ਼ੂ ਰੇਜ਼ ਕਰਦਾ ਜਾਂ ਉਹ ਕਦੇ ਨਹੀਂ ਉਹਦਾ ਕੋਈ ਸਕੋਪ ਹੈ ਪੰਜਾਬ 'ਚ? ਦੇਖੋ ਗੱਲ ਮੇਰੀ ਅੱਗੇ ਮੈਂ ਇਸ਼ੂਜ਼ ਰੇਜ਼ ਕਰਦਾ, ਉਹਦੇ ਨਾਲ ਇੱਕ ਕੌਨਸ਼ੀਅਸਨੈਸ ਦਾ ਇੱਕ ਬਿਲਡ ਹੋਣ ਦਾ ਪ੍ਰੋਸੈਸ ਵੀ ਚੱਲਦਾ ਕਿ ਲੋਕਾਂ ਦੀ ਕੌਨਸ਼ੀਅਸਨੈਸ ਬਿਲਡ ਹੁੰਦੀ ਹੈ। ਮੂਵਮੈਂਟ ਜਿਹੜੀਆਂ ਬਿਲਡ ਹੁੰਦੀਆਂ 100 ਸਾਲ ਲੱਗ ਜਾਣ, 200 ਲੱਗ ਜਾਣ, 50 ਸਾਲ ਲੱਗ ਜਾਣ, ਇਹਦੇ ਬਾਰੇ ਪ੍ਰੈਡਿਕਟ ਕਰਨਾ ਬੜਾ ਔਖਾ ਹੈ। ਪਰ ਮੈਨੂੰ ਹੈਲਦੀ ਟ੍ਰੈਂਡ ਸਮਝਦਾ ਕਿ ਡੈਮੋਕ੍ਰੈਟਿਕ ਡਿਸਕੋਰਸ ਦੇ ਵਿੱਚ ਇੱਕ ਪ੍ਰੋਗਰੈਸਿਵ ਡਿਸਕੋਰਸ ਦਾ ਸ਼ੇਪ ਲੈਣਾ ਔਰ ਉਹਦੀ ਪਬਲਿਕ ਡੋਮੇਨ ਦੇ ਵਿੱਚ ਆਰਟੀਕੂਲੇਸ਼ਨ ਹੋਣਾ ਔਰ ਉਹਦੇ 'ਤੇ ਲੋਕਾਂ ਨੂੰ ਡਿਬੇਟ ਕਰਨ ਦਾ ਮੌਕਾ ਮਿਲਣਾ, ਮੈਂ ਸਮਝਦਾ ਵੀ ਇਹ ਨੈਸੈਸਰੀ ਕੰਡੀਸ਼ਨ ਹੈ ਔਰ ਇਹ ਬਿਗਨਿੰਗ ਹੈ। ਔਰ ਇਹ ਬਿਗਨਿੰਗ ਕਿਹੜੀ ਡਾਇਰੈਕਸ਼ਨ 'ਚ ਜਾਊਗੀ, ਲੈਟਸ ਸੀ ਆਈ ਮੀਨ ਹਾਊ ਇਟ ਗੋਜ਼। ਸੋ ਐਟਲੀਸਟ ਜਿਹੜਾ ਇਸ ਵੇਲੇ ਡਿਸਕੋਰਸ ਹੈ ਇੱਕੋ ਹੀ ਡਿਸਕੋਰਸ ਅਲਾਈਵ ਹੈ, ਦੂਜੇ ਪਾਸੇ ਤਾਂ ਡਿਸਕੋਰਸ ਸਟੇਟਸ ਕੋ ਦਾ ਹੈ। ਜਿਹੜਾ ਪਾਥ ਆਫ ਡਿਵੈਲਪਮੈਂਟ ਦਾ ਜਿਹੜਾ ਡਿਸਕੋਰਸ ਹੈ ਉਹ ਸਟੇਟਸ ਕੋ ਦਾ ਡਿਸਕੋਰਸ ਹੈ, ਉਹ 'ਚ ਆਲਟਰਨੇਟ ਥਾਟ ਦਾ ਡਿਸਕੋਰਸ ਹੈ ਨਹੀਂ। ਇਸੇ ਕਰਕੇ ਕਿਸਾਨ ਮੂਵਮੈਂਟ 'ਚ ਇਹਨਾਂ ਨੇ ਡੋਮੀਨੇਟ ਕੀਤਾ ਔਰ ਇਸ ਕਰਕੇ ਇਹ ਡਿਸਕੋਰਸ ਇੱਥੇ ਡੋਮੀਨੇਟ ਬਣਿਆ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ। ਔਰ ਇਹ ਕੰਟਰੀਬਿਊਸ਼ਨ ਲੈਫਟ ਦੀ ਹੈ, ਨਹੀਂ ਤੇ ਇਹ ਕਿਸਾਨ ਮੂਵਮੈਂਟ 'ਚ ਇਹ ਡਿਸਕੋਰਸ ਡੋਮੀਨੇਟ ਹੋਣਾ ਹੀ ਨਹੀਂ ਸੀ ਕਿ ਕਾਰਪੋਰੇਟਾਈਜੇਸ਼ਨ, LPG ਦੇ ਖਿਲਾਫ, ਗਲੋਬਲਾਈਜੇਸ਼ਨ ਦੇ ਅਗੇਂਸਟ ਇੱਕ ਆਲਟਰਨੇਟ ਆਈਡੀਆ ਦੇਣਾ, ਮੈਂ ਸਮਝਦਾ ਲੈਫਟ ਦੀ ਕੰਟਰੀਬਿਊਸ਼ਨ ਹੈ। ਧੰਨਵਾਦ ਸਰ, ਬਹੁਤ ਬਹੁਤ ਸਾਨੂੰ ਟਾਈਮ ਦੇਣ ਦੇ ਲਈ। ਇਹ ਸਨ ਡਾਕਟਰ ਪ੍ਰਮੋਦ ਕੁਮਾਰ। ਆਈਡੀਓਲੌਗ ਪ੍ਰੋਗਰਾਮ 'ਚ ਅਸੀਂ ਲਗਾਤਾਰ ਗੱਲਬਾਤ ਕਰ ਵੀ ਰਹੇ ਹਾਂ ਅਤੇ ਕਰਾਂਗੇ ਬਹੁਤ ਸਾਰੇ ਲੋਕਾਂ ਦੇ ਨਾਲ ਜਿਹੜੇ ਪੰਜਾਬ ਨੂੰ ਸਮਝਦੇ ਨੇ, ਜਿਹੜੇ ਪੰਜਾਬ 'ਤੇ ਆਰਟੀਕੂਲੇਟ ਨੇ, ਜਿਹੜੇ ਪੰਜਾਬ ਨੂੰ ਥਿਊਰਾਈਜ਼ ਕਰਦੇ ਨੇ, ਜਿਹੜੇ ਪੰਜਾਬ ਦੀ ਪ੍ਰੈਜ਼ੈਂਟ ਨੂੰ ਵੀ ਜਾਣਦੇ ਨੇ, ਫਿਊਚਰ ਬਾਰੇ ਵੀ ਟਿੱਪਣੀ ਕਰ ਸਕਦੇ ਨੇ ਅਤੇ ਹਿਸਟਰੀ ਨੂੰ ਵੀ ਜਾਣਦੇ ਨੇ। ਉਹ ਲਗਾਤਾਰ ਗੱਲਬਾਤ ਜਾਰੀ ਰਹੇਗੀ। ਕੋਸ਼ਿਸ਼ ਕੀਤੀ ਅਸੀਂ ਉਹਨਾਂ ਤੋਂ ਅੰਡਰਸਟੈਂਡ ਕਰਨ ਦੀ ਕਿ ਪੰਜਾਬ ਨੂੰ ਉਹ ਕਿਵੇਂ ਦੇਖਦੇ ਨੇ।